वाहेगुरु जी का खालसा वाहेगुरु जी के फतेह। सच्चे पातशाह चबर छत्र तख्त दे मालिक जागदी जोत गुरता गद्दी विराजमान धन साहिब श्री गुरु ग्रंथ साहिब जी महाराज हजूर दी परम दया सदका आप जी सतसंगत विच बैठ करके अपने सवासां नूं सफलियां कर रहे हो। सच्चे पातशाह दीन दुनिया दे मालिक पंथवाली सतगुरु धन गुरु गोबिंद सिंह सच्चे पातशाह जी महाराज हजूर दे महान पवित्र स्थान तख्त सचखंड श्री हजूर श्री अबचन नगर साहिब विखे आप जी नूं दर्शन दीदारियां दा इस भाग समा प्राप्त होया है। सच्चे पातशाह जी दे पावन तख्त अस्थान दी धूड़ नूं आप परस रहे हो। गुरु प्यारी साध संगत जी अज धर्म दी चादर धन गुरु तेग बहादुर सच्चे पातशाह जी महाराज जी का प्रकाश गुरपुरब है। बहुत शरधा भावना नाल सच्चे पातशाह जी का प्रकाश गुरपुरब संगतां मना रही हैं। विशेष करके जिथे सच्चे पातशाह जी का आगमन होया अमृतसर साहिब की पावन धरती गुरुद्वारा गुरु के महल अस्थान जिथे सच्चे पातशाह जी ने अवतार धारिया उथे बड़े विशेष नवेकले ढंग नाल गुरसिख संगतां महाराज जी का प्रकाश गुरपुरब मनाउंदियां ने। भावें कि महामारी दे चलदियां बहुता इकट्ठ जिहड़ा है वो नहीं हो रहा, क्योंकि सरकार ने भी जिहड़ी है वो करफ्यू की स्थिति बनाई हुई है। वो भी जो जीव हैं बीमारी तो बचन उन्हां दे भले लई ये व्यवस्था उन्हां बनाई है, पर फिर भी गुरु घरां दे अंदर सतगुरु जी की नित दी मर्यादा जिहड़ी है वो निरंतर एक रस चल रही है। गुरु तेग बहादुर सच्चे पातशाह का अज प्रकाश गुरपुरब है ते साध संगत जी सचखंड श्री हरमंदर साहिब जी दे अंदर अज जलाओ लगदा है। वो जलाओ अज भी लगना है। तकरीबन 9 बजे तो सतगुरां जी दे आगमन की खुशी विच वो जलाओ लगेगा। ते ये विशेष कुछ दिहाड़े है जिन्हां दिहाड़ियां ते सचखंड श्री हरमंदर साहिब विखे जलाओ लगदा है। सच्चे पातशाह धन गुरु तेग बहादुर साहिब जी महाराज दे संखेप दे जीवन का दर्शन करदियां होया फिर आपां लड़ीवार कथा सरवण करांगे। भावें कि पंथ की सिरजना दे दिहाड़े दे संबंध विच जो सतगुरां जी ने सिक्ख्या दृढ़ाई पिछले 2 दिनों तो वो प्रकरण आरंभ सीगा, पर अज सतगुरां जी का आगमन पुरब है। विशेष करके सतगुरु जी के घर के अंदर भाई गुरदास साहब जी का कथन है, कुर्बानी तिन्ना गुरसिखां पाए भगत गुरपुरब करन दे।
ਅਸੀਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ ਜਿਹੜੇ ਸ਼ਰਧਾ ਨਾਲ ਪ੍ਰੇਮ ਨਾਲ ਸਤਿਗੁਰਾਂ ਜੀ ਦਾ ਪੁਰਬ ਮਨਾਉਂਦੇ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਅਵਤਾਰ ਮੀਰੀ ਪੀਰ ਦੇ ਮਾਲਕ ਧਰਮਵੀਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਨਾਨਕੀ ਜੀ ਦੇ ਉਦਰ ਤੋਂ ਸਾਧ ਸੰਗਤ ਜੀ ਵਿਸਾਖ ਦੀ ਨਛੱਤਰ ਤੇ ਐਤਵਾਰ ਦਾ ਦਿਨ ਸੀ। ਪੈਰ ਰਾਤ ਰਹਿੰਦੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਰੂ ਕੇ ਮਹਿਲ ਅਸਥਾਨ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰਾਂ ਜੀ ਨੇ ਅਵਤਾਰ ਧਾਰਿਆ। ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਸ ਸਮੇਂ ਗਰੀਬ ਨਵਾਜ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸੀ। ਹਰਮੰਦਰ ਸਾਹਿਬ ਜੀ ਦੇ ਅੰਦਰ ਸਤਿਗੁਰਾਂ ਜੀ ਨੂੰ ਖਬਰ ਮਿਲੀ, ਮਹਾਰਾਜ ਘਰ ਵਿੱਚ ਖੁਸ਼ੀ ਆਈ ਹੈ, ਆਪਦੇ ਘਰ ਮਹਾਰਾਜ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਰਸ ਹਜ਼ੂਰ ਕੀਰਤਨ ਸੁਣਦੇ ਰਹੇ। ਜਦੋਂ ਕੀਰਤਨ ਦੀ ਸਮਾਪਤੀ ਹੋਈ, ਸੱਚੇ ਪਾਤਸ਼ਾਹ ਜੀ ਆਪਣੇ ਰੋਜ਼ ਦੇ ਨਿਯਮ ਮੁਤਾਬਕ ਹਜ਼ੂਰ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕਰਕੇ ਸਜੇ। ਸੱਚੇ ਪਾਤਸ਼ਾਹ ਜੀ ਨੇ ਫਰਿਆਦੀਆਂ ਦੀਆਂ ਫਰਿਆਦਾਂ ਸੁਣੀਆਂ। ਕੁਝ ਚਿਰ ਬੈਠਣ ਤੋਂ ਮਸਲਿਆਂ ਦਾ ਨਿਪਟਾਰਾ ਕਰਕੇ ਹਜ਼ੂਰ ਜਦੋਂ ਆਪਣੇ ਮਹਿਲਾਂ ਨੂੰ ਤੁਰੇ ਹੈ, ਬਹੁਤ ਗੁਰਸਿੱਖਾਂ ਵਿੱਚ ਉਤਸ਼ਾਹ ਹੈ, ਖੁਸ਼ੀ ਹੈ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਘਰ ਬਾਲਕ ਦਾ ਜਨਮ ਹੋਇਆ ਹੈ। ਸਾਧ ਸੰਗਤ ਜੀ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ 5ਵੇਂ ਥਾਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਘਰ ਆਗਮਨ ਹੋਇਆ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਵਕਤ ਚੱਲਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਏ ਹੈ, ਉਸ ਸਮੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਹਨਾਂ ਵੱਲ ਤੱਕ ਕਰਕੇ ਹਜ਼ੂਰ ਨੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ। ਗੁਰੂ ਦੇਵ ਨੂੰ ਇਸ ਤਰ੍ਹਾਂ ਕਰਦਿਆਂ ਵੇਖ ਕੇ ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਨੇ ਆਪਣੇ ਪੁੱਤਰ ਨੂੰ ਨਮਸਕਾਰ ਕੀਤੀ ਹੈ? ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪ੍ਰਸੰਨ ਚਿੱਤ ਚੁੱਪ ਰਹੇ। ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇਹਦਾ ਕਾਰਨ ਕੀ ਹੈ? ਆਪਦੇ ਘਰ ਪਹਿਲਾਂ ਵੀ ਪੁੱਤਰਾਂ ਦਾ ਜਨਮ ਹੋਇਆ ਹੈ, ਪਰ ਇਸ ਮਹਾਰਾਜ 5ਵੇਂ ਥਾਂ ਤੇ ਜਿਸ ਪੁੱਤਰ ਨੇ ਜਨਮ ਲਿਆ ਆਪ ਨੇ ਇਹਨੂੰ ਨਮਸਕਾਰ ਕੀਤੀ, ਇਹਦਾ ਕਾਰਨ ਕੀ ਹੈ? ਸਤਿਗੁਰਾਂ ਜੀ ਨੇ ਫਿਰ ਤੇ ਸਮੇਂ ਬਚਨ ਆਪਣੇ ਸ਼੍ਰੀ ਕੰਠ ਤੋਂ ਕਿਹਾ, ਗੁਰਸਿੱਖੋ ਇਹ ਧਰਮ ਦੀ ਰੱਖਿਆ ਕਰਨ ਵਾਸਤੇ ਸੰਸਾਰ ਵਿੱਚ ਅਵਤਰੇ ਹੈ। ਇਹਨਾਂ ਨੇ ਜਿਹੜਾ ਕਾਰਜ ਕਰਨਾ ਹੈ, ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਅਵਤਾਰ ਧਾਰਨ ਤੋਂ ਕਿਹਾ ਸੀ ਕਿ ਕੋਈ ਪੀਰ ਔਲੀਆ ਨਹੀਂ ਕਰ ਸਕਿਆ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਨਿਮਾਣਿਆਂ ਦੀ ਨਿਤਾਣਿਆਂ ਦੀ ਲਾਜ ਰੱਖਣਗੇ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਬਹੁਤ ਬਖਸ਼ਿਸ਼ ਭਰੇ ਬਚਨ ਕਹੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਕਹਿਣ ਤੋਂ ਹੀ ਸਿਆਣੇ ਗੁਰਸਿੱਖਾਂ ਨੇ ਇਸ ਗੱਲ ਤੇ ਭਰੋਸਾ ਤੇ ਨਿਸ਼ਚਾ ਕੀਤਾ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਜੋ ਬਾਲਕ ਦਾ ਅਵਤਾਰ ਹੋਇਆ, ਜਨਮ ਹੋਇਆ ਗੁਰੂ ਸਾਹਿਬ ਦੇ ਘਰ ਦੇ ਅੰਦਰ, ਇਹ ਬਿਲਕੁਲ ਵਿਸ਼ੇਸ਼ ਨੇ, ਕਿਉਂਕਿ ਗੁਰੂ ਸਾਹਿਬ ਜੀ ਆਪ ਆਪਣੀ ਰਸਨਾ ਤੋਂ ਕਹਿ ਰਹੇ। ਸੱਚੇ ਪਾਤਸ਼ਾਹ ਜੀ ਦਾ ਜਦੋਂ ਨਾਮਕਰਨ ਹੋਇਆ ਹੈ, ਇਹ ਵੀ ਇਤਿਹਾਸ ਨੇ ਜ਼ਿਕਰ ਕੀਤਾ ਹੈ। ਸਾਧ ਸੰਗਤ ਜੀ, ਕਈ ਵਾਰ ਜਿਹੜੇ ਕਵੀ ਵੀਰ ਹੈ ਉਹ ਮਹਾਰਾਜ ਜੀ ਦਾ ਨਾਮ ਜਿਹੜਾ ਹੈ ਉਹ ਤਿਆਗ ਮੱਲ ਕਹਿ ਦਿੰਦੇ ਹੈ ਤੇ ਹਵਾਲਾ ਇਹ ਦਿੰਦੇ ਹੈ ਕਿ ਗੁਰੂ ਸਾਹਿਬ ਨੇ ਕਰਤਾਰਪੁਰ ਸਾਹਿਬ ਦੇ ਯੁੱਧ ਵਿੱਚ ਕਿਰਪਾਨ ਤੇਗ ਜਿਹੜੀ ਸੀ ਉਹਦਾ ਬੜੇ ਜ਼ੋਰ ਦਿਖਾਏ, ਇਸ ਕਰਕੇ ਮਹਾਰਾਜ ਜੀ ਨੇ ਤਿਆਗ ਮੱਲ ਤੋਂ ਬਦਲ ਕਲ ਕੇ ਤੇਗ ਬਹਾਦਰ ਰੱਖ ਦਿੱਤਾ। ਇਹ ਇਉਂ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਦੋਂ ਨਾਮਕਰਨ ਹੋਇਆ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਸ਼੍ਰੀ ਕੰਠ ਤੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਦਿੱਤਾ ਸੀ ਤੇ ਤਿਆਗ ਮੱਲ ਨਾਮ ਨਹੀਂ ਸੀ ਦਿੱਤਾ, ਤੇਗ ਬਹਾਦਰ ਹੀ ਨਾਮ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਸੀਗਾ। ਉਹਦੀ ਘਟਨਾ ਇਤਿਹਾਸ ਵਿੱਚ ਇਉਂ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਅਜੇ ਕੁਝ ਦਿਨਾਂ ਦੀ ਆਜੂ ਸੀਗੀ ਤੇ
ਦਾਸੀ ਆਪਣੀ ਗੋਦ ਵਿੱਚ ਉਠਾ ਕੇ ਮਹਾਰਾਜ ਦੇ ਦਰਬਾਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੇ ਅਸਥਾਨ ਤੇ ਹੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਮਸਕਾਰ ਕਰਾਉਣ ਵਾਸਤੇ ਲੈ ਕੇ ਆਈ। ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਵੇਖਿਆ ਕਿ ਦਾਸੀ ਨੇ ਸਾਡੇ ਪੁੱਤਰ ਨੂੰ ਚੱਕਿਆ ਹੋਇਆ ਹੈ, ਮਹਾਰਾਜ ਨੇ ਗੁਰਸਿੱਖਾਂ ਨੂੰ ਆਗਿਆ ਕੀਤੀ ਕਿ ਪਿਆਰ ਨਾਲ ਜਾਓ, ਸਾਡੇ ਪੁੱਤਰ ਨੂੰ ਲਿਆਓ। ਮਹਾਰਾਜ ਸਾਹਿਬ ਜੀ ਨੇ ਆਪਣੀ ਗੋਦ ਵਿੱਚ ਬਿਠਾ ਲਿਆ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਆਜੂ ਅਜੇ ਕੁਝ ਦਿਨ ਦੀ ਹੈ, ਸੱਚੇ ਪਾਤਸ਼ਾਹ ਜੀ ਨੇ ਆਪਣੀ ਗੋਦ ਵਿੱਚ ਚੱਕਿਆ ਹੋਇਆ, ਤਖਤ ਤੇ ਬੈਠਿਆ ਹੋਇਆ। ਤੇ ਕੁਝ ਸਮਾਂ ਬੈਠਣ ਤੋਂ ਜਦੋਂ ਦਾਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਗੁਰੂ ਸਾਹਿਬ ਦੀ ਗੋਦ ਵਿੱਚੋਂ ਲੈਣ ਲੱਗੀ ਹੈ, ਸਤਿਗੁਰੂ ਜੀ ਆਪਣੇ ਗਾਤਰੇ ਦੋ ਸ੍ਰੀ ਸਾਹਿਬਾਂ ਪਹਿਨਿਆਂ ਕਰਦੇ ਸੀ, ਮੀਰੀ ਤੇ ਪੀਰੀ ਦੀਆਂ। ਉਹਨਾਂ ਦੇ ਕਬਜ਼ਿਆਂ ਦੀਆਂ ਜਿਹੜੀਆਂ ਡੰਡੀਆਂ ਨਾ, ਮਹਾਰਾਜ ਨੇ ਆਪਣੇ ਨੰਨੇ ਹੱਥਾਂ ਨਾਲ ਉਹਨਾਂ ਕਬਜ਼ਿਆਂ ਦੀਆਂ ਡੰਡੀਆਂ ਨੂੰ ਆਪਣੀਆਂ ਮੁੱਠੀਆਂ ਵਿੱਚ ਪਕੜ ਲਿਆ। ਜਦੋਂ ਦਾਸੀ ਮਹਾਰਾਜ ਨੂੰ ਲੈ ਰਹੀ ਹੈ, ਉਠਾ ਰਹੀ ਹੈ, ਹਜੂਰ ਦੇ ਸ੍ਰੀ ਸਾਹਿਬਾਂ ਦੇ ਕਬਜ਼ਿਆਂ ਨੂੰ ਪਾਇਆ ਹੋਇਆ ਹੱਥ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਛੱਡਦੇ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਵੇਖ ਕਰਕੇ ਹਜੂਰ ਨੇ ਮੁਸਕਰਾਉਂਦਿਆਂ ਹੋਇਆਂ ਆਪਣੇ ਸ੍ਰੀ ਕੰਠ ਤੋਂ ਕਿਹਾ ਕਿ ਇਹਨਾਂ ਨੇ ਆਪਣਾ ਨਾਮ ਆਪ ਪ੍ਰਗਟ ਕੀਤਾ ਹੈ, ਇਹ ਤੇਗ ਬਹਾਦਰ ਹੋਣਗੇ। ਸੱਚੇ ਪਾਤਸ਼ਾਹ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੀ ਰਸਨਾ ਤੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਨਾਮਕਰਨ ਕੀਤਾ। ਤੇ ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਦੇ ਬਚਪਨ ਦਾ ਜੋ ਇਤਿਹਾਸ ਕਵੀਰਾਜ ਜੀ ਨੇ ਅੰਕਿਤ ਕੀਤਾ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਬਚਪਨ ਤੋਂ ਹੀ ਬਹੁਤ ਬੈਰਾਗ ਦੀ ਅਵਸਥਾ ਵਿੱਚ ਰਹਿੰਦੇ ਸੀ। ਕਈ ਚਿਰ ਸੱਚੇ ਪਾਤਸ਼ਾਹ ਜੀ ਇੱਕ ਥਾਂ ਤੇ ਚੌਕੜਾ ਲਾ ਕਰਕੇ ਮਹਾਰਾਜ ਬੈਠੇ ਰਹਿੰਦੇ। ਮਹਾਰਾਜ ਸਾਹਿਬ ਜੀ ਨੇ ਪ੍ਰਸ਼ਾਦੇ ਦੀ ਸੁੱਧ ਵੀ ਭੁੱਲ ਜਾਣੀ। ਸਤਿਗੁਰਾਂ ਜੀ ਨੂੰ ਕੋਈ ਪਹਿਰਨ ਦਾ ਚਾਅ ਨਹੀਂ ਸੀ, ਕਿਸੇ ਪ੍ਰਕਾਰ ਕੋਈ ਗੱਲਬਾਤ ਕਿਸੇ ਨਾਲ ਕਰਨ ਵਾਸਤੇ ਮਹਾਰਾਜ ਦੀ ਰੁਚੀ ਨਾ ਹੁੰਦੀ। ਮਹਾਰਾਜ ਇਕਾਂਤ ਚਿੱਤ ਸਦਾ ਸਤਿਗੁਰੂ ਜੀ ਰਹਿੰਦੇ ਤੇ ਨੇਤਰਾਂ ਵਿੱਚੋਂ ਮਹਾਰਾਜ ਜੀ ਦੇ ਬਰਾਗ ਦਾ ਜਲ ਵਗਦਾ ਰਹਿੰਦਾ। ਏਡੀ ਬਰਾਗ ਦੀ ਅਵਸਥਾ ਆਪ ਜੀ ਦੀ ਬਚਪਨ ਦੇ ਅੰਦਰ ਸੀਗੀ। ਤੇ ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਬਾਬਾ ਗੁਰਦਿੱਤਾ ਜੀ ਦਾ ਜਦੋਂ ਵਿਆਹ ਸੀਗਾ ਨਾ, ਤੇ ਵਿਆਹ ਵਿੱਚ ਬੜੀਆਂ ਖੁਸ਼ੀਆਂ ਸੀਗੀਆਂ ਤੇ ਮਾਤਾ ਜੀ ਨੇ ਬਰਾਤ ਤੇ ਜਾਣਾ ਸਾਰਿਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਚਪਨ ਦੀ ਅਵਸਥਾ ਹੈ। ਹਜੂਰ ਨੂੰ ਬਹੁਤ ਸੋਹਣਾ ਰੇਸ਼ਮੀ ਚੋਗਾ ਪਹਿਨਾਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਸੋਨੇ ਦੇ ਜਿਹੜੇ ਸੀਨਾ ਆਭੂਸ਼ਣ ਉਹ ਮਾਤਾ ਜੀ ਨੇ ਧਾਰਨ ਕਰਵਾਏ ਤੇ ਬੱਚਾ ਜਾਣ ਕਰਕੇ ਜਿਵੇਂ ਪਹਿਲਾਂ ਤਿਆਰ ਕਰ ਦਿੱਤਾ, ਫਿਰ ਸਾਰੇ ਆਪੋ ਆਪਣੇ ਕੰਮਾਂ ਵਿੱਚ ਰੁੱਝ ਗਏ ਹੈ। ਇੰਨੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਘਰ ਤੋਂ ਬਾਹਰ ਨਿਕਲ ਆਏ ਆ ਮਹਿਲਾਂ ਤੋਂ। ਇੱਕ ਗਰੀਬ ਬ੍ਰਾਹਮਣ ਨੇ ਮਹਾਰਾਜ ਦੇ ਅੱਗੇ ਫਰਿਆਦ ਕੀਤੀ ਹੈ। ਸਤਿਗੁਰਾਂ ਜੀ ਨੇ ਉਹ ਸਾਰੇ ਆਭੂਸ਼ਣ ਵੀ ਸੋਨੇ ਦੇ ਲਾ ਕੇ ਦੇ ਦਿੱਤੇ ਤੇ ਪਾਇਆ ਹੋਇਆ ਰੋਸ਼ਮੀ ਚੋਗਾ ਵੀ ਸਤਿਗੁਰਾਂ ਜੀ ਨੇ ਉਤਾਰ ਕੇ ਦੇ ਦਿੱਤਾ। ਜਦੋਂ ਬਰਾਤ ਦੇ ਤੁਰਨ ਦਾ ਵਕਤ ਆਇਆ, ਮਾਤਾ ਜੀ ਨੇ ਵੇਖਿਆ ਮੇਰੇ ਪੁੱਤਰ ਦੇ ਪਾਏ ਹੋਏ ਸੋਹਣੇ ਆਭੂਸ਼ਣ ਵੀ ਨਹੀਂ ਹੈਗੇ, ਨਾ ਰੇਸ਼ਮੀ ਚੋਗਾ ਪਾਇਆ, ਕਿਹਾ ਤੁਸੀਂ ਕਿੱਥੇ ਦੇ ਦਿੱਤਾ ਹੈ? ਗੁਰੂ ਮਹਾਰਾਜ ਨੀਵੀਂ ਪਾ ਕਰਕੇ ਸਤਿਗੁਰੂ ਜੀ ਮਾਤਾ ਜੀ ਦੇ ਸਾਹਮਣੇ ਕੋਈ ਉੱਤਰ ਨਹੀਂ ਦਿੱਤਾ। ਇੰਨਾ ਤਿਆਗ ਵਾਲਾ ਸੁਭਾਅ ਸੀਗਾ। ਇੱਕ ਵਾਰੀ ਮਹਾਰਾਜ ਸਾਹਿਬ ਜੀ ਨੇ ਆਪ ਨੂੰ ਸੁੰਦਰ ਘੋੜਾ ਜਿਹੜਾ ਸੀ ਉਹ ਦਿੱਤਾ ਤੇ ਬਾਹਰ ਜਦੋਂ ਘੋੜੇ ਤੇ ਚੜ੍ਹ ਕਰਕੇ ਗਏ, ਕਿਸੇ ਨੇ ਉਹ ਵੀ ਪ੍ਰੇਮ ਨਾਲ ਮਹਾਰਾਜ ਤੋਂ ਮੰਗਿਆ ਤੇ ਹਜੂਰ ਘੋੜਾ ਵੀ ਦੇ ਆਏ। ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਵੀ ਕੋਈ ਚੀਜ਼ ਵਸਤ ਕੋਲ ਹੁੰਦੀ, ਕੋਈ ਲੋੜਵੰਦ ਕੋਈ ਫਰਿਆਦੀ ਸਤਿਗੁਰਾਂ ਜੀ ਤੋਂ ਮੰਗਦਾ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਦਾ ਇਨਕਾਰ ਨਾ ਕਰਦੇ। ਸਤਿਗੁਰੂ ਜੀ ਦੇ ਇਸ ਤਿਆਗ ਦੀਆਂ, ਇਸ ਬੈਰਾਗ ਦੀਆਂ ਸਾਧ ਸੰਗਤ ਜੀ ਗੁਰਸਿੱਖਾਂ ਦੇ ਵਿੱਚ ਬੜੀਆਂ ਚਰਚਾ ਸਨ। ਹਰ ਕੋਈ ਸਤਿਗੁਰਾਂ ਜੀ ਦੇ ਇਸ ਸੁਭਾਅ ਤੋਂ ਵਾਕਿਫ ਸੀਗਾ। ਕਵੀਰਾਜ ਜੀ ਨੇ ਜ਼ਿਕਰ ਕੀਤਾ ਹੈ ਕਿ ਮਹਾਰਾਜ ਕਈ ਵਾਰੀ 5-5 ਦਿਨ ਮਾਤਾ ਜੀ ਨੂੰ ਜੇ ਨਾ ਲੱਭਦੇ ਤੇ ਬਾਹਰੋਂ ਜੰਗਲ ਵਿੱਚੋਂ ਉਜਾੜ ਵਿੱਚੋਂ ਮਹਾਰਾਜ ਜੀ ਨੂੰ ਭਾਲਣਾ ਪੈਂਦਾ। ਸਤਿਗੁਰੂ ਜੀ ਇਕਾਂਤ ਚਿੱਤ ਹੀ ਰਹਿਣਾ ਪਸੰਦ ਕਰਦੇ ਤੇ ਲੱਭ ਕਰਕੇ ਫਿਰ ਮਾਤਾ ਸਾਹਿਬ ਜੀ ਨੇ ਆਪ ਨੂੰ ਪ੍ਰਸ਼ਾਦਾ ਛਕਾਉਣਾ। ਜਿਹੜੇ ਅਣਜਾਣ ਸੀਗੇ ਗੁਰਸਿੱਖ, ਉਹਨਾਂ ਨੇ ਕਹਿਣਾ ਕਿ ਮਹਾਰਾਜ ਦਾ ਸੁਭਾਅ ਸਿੱਧਾ ਵੈ, ਇਹ ਕੋਈ ਵਿਹਾਰ ਨਹੀਂ ਕਰਨਾ ਜਾਣਦੇ,
ਕਿਸੇ ਨੂੰ ਗੱਲਬਾਤ ਨਹੀਂ ਇਹਨਾਂ ਨੂੰ ਕਰਨੀ ਪਸੰਦ। ਇਉਂ ਸਤਿਗੁਰਾਂ ਜੀ ਦੇ ਬਾਬਤ ਕੁਝ ਇਉਂ ਵੀ ਕਿਹਾ ਕਰਦੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਤਖਤ ਤੇ ਹਜੂਰ ਸਜਿਆ ਕਰਦੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਦੇ ਕਦੇ ਪਿਤਾ ਜੀ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਦਰਸ਼ਨ ਕਰਿਆ ਕਰਦੇ। ਜਦੋਂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਦਾ ਦਰਸ਼ਨ ਕਰਨ ਲਈ ਦਰਬਾਰ ਵਿੱਚ ਆਉਂਦੇ, ਹਜੂਰ ਬੜਾ ਮਾਣ ਦਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਲਾਡ ਕਰਦਿਆਂ ਆਪਣੇ ਨਾਲ ਤਖਤ ਤੇ ਬਿਠਾ ਲੈਂਦੇ। ਉਦੋਂ ਗੁਰਸਿੱਖ ਵੇਖ ਕਰਕੇ ਬੜਾ ਹੈਰਾਨ ਹੁੰਦੇ, ਕਿਉਂਕਿ ਸਤਿਗੁਰੂ ਜੀ ਤਖਤ ਤੇ ਬਰਾਬਰ ਕੇਵਲ ਉਸੇ ਨੂੰ ਹੀ ਬਿਠਾਇਆ ਕਰਦੇ ਸੀ ਜਿਹਦੇ ਅੱਗੇ ਬਾਅਦ ਵਿੱਚ ਬਖਸ਼ਿਸ਼ ਕਰਨੀ ਹੋਵੇ। ਗੁਰਸਿੱਖ ਇਉਂ ਵੀ ਅਨੁਮਾਨ ਲਾਉਂਦੇ ਕਿ ਮਹਾਰਾਜ ਸਾਹਿਬ ਜੀ ਆਪਣੇ ਛੋਟੇ ਪੁੱਤਰ ਨੂੰ ਗੁਰਿਆਈ ਤਖਤ ਦੇਣਗੇ। ਇਉਂ ਗੁਰਸਿੱਖਾਂ ਵਿੱਚ ਕਈ ਪ੍ਰਕਾਰ ਦੀਆਂ ਚਰਚਾਵਾਂ ਹੁੰਦੀਆਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਰਤਾਰਪੁਰ ਸਾਹਿਬ ਆਏ ਹੈ ਤੇ ਇੱਥੇ ਸਾਧ ਸੰਗਤ ਜੀ ਜੋ ਮਾਤਾ ਗੁਜਰ ਕੌਰ ਜੀ ਦੇ ਸਤਿਕਾਰਯੋਗ ਪਿਤਾ ਜੀ, ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੀ ਪੁੱਤਰੀ ਆਪਣੇ ਦਰ ਤੇ ਮਹਾਰਾਜ ਪ੍ਰਵਾਨ ਕਰੋ। ਤੇ ਸੱਚੇ ਪਾਤਸ਼ਾਹ ਜੀ ਨੇ ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਸਾਧ ਸੰਗਤ ਜੀ ਜੋ ਭਾਵੇਂ ਕਿ ਬਚਪਨ ਵਿੱਚ ਹੀ ਬਾਬਾ ਅਟਲ ਰਾਏ ਜੀ ਜੋ ਸੀਗਾ ਉਹ ਸੱਚਖੰਡ ਚਾਲਾ ਮਾਰ ਗਏ ਸੀ, ਪਰ ਉਹਨਾਂ ਦੀ ਇਸ ਘਟਨਾ ਤੋਂ ਪਹਿਲਾਂ ਦਾ ਬਚਨ ਹੈ, ਕਿਉਂਕਿ ਉਹਨਾਂ ਬਾਰੇ ਜ਼ਿਕਰ ਆਉਂਦਾ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਆਗਿਆ ਕੀਤੀ। ਉਹ ਵੀ ਸੁੱਧੇ ਸੁਭਾਅ ਵਿੱਚ ਰਹਿੰਦੇ ਹੁੰਦੇ ਸੀਗੇ ਤੇ ਉਹਨਾਂ ਨੇ ਕਿਹਾ ਮਹਾਰਾਜ ਅਸੀਂ ਆਨੰਦ ਕਾਰਜ ਕਰਕੇ ਕੀ ਕਰਨਾ ਹੈ। ਤੇ ਸਤਿਗੁਰੂ ਜੀ ਨੇ ਤੇ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਤੇ ਸਮੇਂ ਆਗਿਆ ਕੀਤੀ ਕਿ ਤੁਹਾਡਾ ਕੀ ਖਿਆਲ ਹੈ, ਤੁਹਾਡਾ ਕੀ ਮਨ ਹੈ। ਤੇ ਗੁਰੂ ਸਾਹਿਬ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਅਸੀਂ ਤਾਂ ਆਪ ਜੀ ਦੀ ਆਗਿਆ ਵਿੱਚ ਹੀ ਪ੍ਰਸੰਨ ਹਾਂ, ਜਿਵੇਂ ਤੁਹਾਡਾ ਹੁਕਮ ਹੋਵੇ ਸੱਚੇ ਪਾਤਸ਼ਾਹ ਅਸੀਂ ਤਾਂ ਤੁਹਾਡੇ ਹੁਕਮ ਵਿੱਚ ਪ੍ਰਸੰਨ ਹਾਂ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪ ਜੀ ਦਾ ਫਿਰ ਨਾਤਾ ਇਹ ਕੀਤਾ, ਕਿਉਂਕਿ ਸਤਿਗੁਰੂ ਜੀ ਜਾਣਦੇ ਹੈ ਕਿ ਪੰਥ ਵਾਲੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਆਪ ਦੇ ਘਰ ਅਵਤਾਰ ਹੋਣਾ। ਇਹ ਗੁਰੂ ਸਾਹਿਬ ਜੀ ਦੇ ਅਵਤਾਰ ਧਾਰਨ ਦੇ ਬਚਨ ਜਿਹੜੇ ਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ 2 ਵਾਰੀ ਆਪਣੇ ਜੀਵਨ ਵਿੱਚ ਕੀਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਗਮਨ ਵਾਸਤੇ। ਤੇ ਸਤਿਗੁਰੂ ਜੀ ਦੀ ਇੱਕ ਪਵਿੱਤਰ ਯਾਦਗਾਰ ਹੈ, ਜੇ ਗੁਰਦੁਆਰਾ ਗੁਰੂ ਕੇ ਲਾਹੌਰ ਨੂੰ ਜਾਈਏ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪਾਵਨ ਅਸਥਾਨ ਹੈ। ਉੱਥੇ ਸਤਿਗੁਰਾਂ ਜੀ ਨੇ ਖਲੋ ਕਰਕੇ ਸ਼੍ਰੀ ਆਨੰਦਪੁਰ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੀ ਪਹਾੜੀ ਨੂੰ ਨਮਸਕਾਰ ਕੀਤੀ ਸੀ। ਸਿੱਖਾਂ ਨੇ ਕਿਹਾ ਮਹਾਰਾਜ ਆਪ ਨੇ ਇੱਧਰ ਨੂੰ ਨਮਸਕਾਰ ਕੀਤੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਖਿਆ ਕਿ 10ਵੇਂ ਜਾਮੇ ਵਿੱਚ ਇੱਥੇ ਵੱਡਾ ਕੌਤਕ ਕਰਾਂਗੇ। ਇਹ ਸਤਿਗੁਰਾਂ ਜੀ ਨੇ ਵਾਕ ਕਹੇ ਸੀ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਦਾ ਆਨੰਦ ਕਾਰਜ ਆਪਣੇ ਹੱਥੀਂ ਕੀਤਾ। ਸਤਿਗੁਰੂ ਜੀ ਦੀ 9 ਸਾਲ ਦੀ ਆਯੂ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਆਨੰਦ ਕਾਰਜ ਹੋਇਆ। ਤੇ ਆਪ ਦੀ ਬਰਾਗ ਦੀ ਅਵਸਥਾ ਵੇਖੋ ਕਹੇ ਜੀ ਹੈ। ਆਪ ਜੀ ਨੇ 44 ਸਾਲ ਬ੍ਰਹਮਚਰਜ ਰੱਖਿਆ। ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਹਜੂਰ ਆਏ ਹੈ, ਉਹਦਾ ਜ਼ਿਕਰ ਇਤਿਹਾਸਕਾਰਾਂ ਕੀਤਾ ਹੈ ਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਆਪਣੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਿਆਈ ਤਖਤ ਬਖਸ਼ਿਸ਼ ਕੀਤਾ ਤੇ ਮਾਤਾ ਨਾਨਕੀ ਜੀ ਨੇ, ਕਿਉਂਕਿ ਮਾਤਾ ਸਾਹਿਬ ਦੇ ਮਨ ਦੇ ਅੰਦਰ ਇਹ ਖਿਆਲ ਸੀਗਾ ਕਿ ਹਜੂਰ ਮੇਰੇ ਪੁੱਤਰ ਨੂੰ ਬੜਾ ਪਿਆਰ ਕਰਦੇ ਹੈ, ਗੁਰਿਆਈ ਤਖਤ ਮਹਾਰਾਜ ਮੇਰੇ ਪੁੱਤਰ ਨੂੰ ਬਖਸ਼ਣਗੇ। ਜਦੋਂ ਮਾਤਾ ਜੀ ਆਪਣਾ ਮਨ ਵਿੱਚ ਇਹ ਸਵਾਲ ਲੈ ਕਰਕੇ ਕਿ ਗੁਰੂ ਸਾਹਿਬ ਨੇ ਤਾਂ ਪੋਤਰੇ ਨੂੰ ਨਵਾਜ ਦਿੱਤਾ ਹੈ ਤੇ ਅਸੀਂ ਮਹਾਰਾਜ ਕੋਲੋਂ ਕੋਈ ਬਖਸ਼ਿਸ਼ ਲਈਏ, ਸਤਿਗੁਰੂ ਜੀ ਪ੍ਰਸ਼ਾਦ ਛਕ ਹਟੇ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਾਤਾ ਨਾਨਕੀ ਜੀ ਕੋਲ ਆ ਕਰਕੇ ਨੀਵੀਂ ਪਾਈ ਹੋਈ ਹੈ, ਬਹੁਤ ਹਲੀਮੀ ਨਾਲ ਕੋਲੇ ਖੜੇ ਹੈ ਤੇ ਗੁਰੂ ਸਾਹਿਬ ਜੀ ਪਲੰਘੇ ਤੇ ਸਜੇ ਹੋਏ ਸਤਿਗੁਰੂ ਵੇਖ ਕੇ ਕਹਿੰਦੇ ਨੇ ਨਾਨਕੀ ਕੁਝ ਕਹਿਣਾ ਚਾਹੁੰਦੇ ਹੋ? ਹਾਂ ਮਹਾਰਾਜ। ਹਿਆ ਨਹੀਂ ਪੈਂਦਾ ਸੱਚੇ ਪਾਤਸ਼ਾਹ ਆਪ ਦੇ ਸਾਹਮਣੇ ਬੇਨਤੀ ਕਰਨ ਵਾਸਤੇ। ਸਤਿਗੁਰੂ ਜੀ ਕਹਿੰਦੇ ਨੇ ਨਿਡਰ ਹੋ ਕੇ ਕਹੋ ਜੋ ਤੁਹਾਡੇ ਮਨ ਦਾ ਸ਼ੰਕਾ ਹੈ, ਕਹੋ ਜੋ ਤੁਹਾਡੇ ਮਨ ਵਿੱਚ ਸਵਾਲ ਹੈ। ਮਾਤਾ ਨਾਨਕੀ ਜੀ ਨੇ ਫਿਰ ਹੱਥ ਜੋੜ ਕੇ ਆਖਿਆ ਸੱਚੇ ਪਾਤਸ਼ਾਹ ਮੇਰਾ ਪੁੱਤਰ ਤੇ ਜਿਹਨੂੰ ਸੰਸਾਰਾਂ ਦੇ ਵਿਹਾਰ ਦਾ ਵੀ ਚੇਤਾ ਨਹੀਂ ਕੋਈ,
ਮਹਾਰਾਜ ਇਹ ਮਸੰਦਾਂ ਨਾਲ ਵੀ ਕੋਈ ਮੇਲ ਨਹੀਂ ਰੱਖਦੇ। ਤੇ ਸੱਚੇ ਪਾਤਸ਼ਾਹ ਜਿਹੜੇ ਕੋਈ ਗੁਰਸਿੱਖ ਹੈ ਉਹ ਵੀ ਕਹਿੰਦੇ ਆ ਕਿ ਇਹਨਾਂ ਦਾ ਸੁਭਾਅ ਸੂਧਾ ਏ। ਹਜੂਰ ਆਪ ਨੇ ਪੁੱਤਰੇ ਨੂੰ ਨਵਾਜ ਦਿੱਤਾ ਹੈ। ਸੱਚੇ ਪਾਤਸ਼ਾਹ ਸਾਨੂੰ ਕੀ ਆਗਿਆ ਹੈ? ਇਹ ਮਾਤਾ ਜੀ ਦਾ ਜਿਹੜਾ ਮਨ ਦਾ ਸਵਾਲ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਾਣ ਕਰਕੇ ਹਜੂਰ ਨੇ ਫਿਰ ਬਖਸ਼ਿਸ਼ ਦੇ ਬਚਨ ਕਹੇ। ਸਤਿਗੁਰੂ ਜੀ ਤੌਲੀਏ ਨੁਮਾ ਰੁਮਾਲ ਨਾਲ ਉਸ ਸਮੇਂ ਆਪਣੇ ਹੱਥ ਸਾਫ਼ ਕਰ ਰਹੇ ਸੀ ਗਰੀਬ ਨਵਾਜ। ਤੇ ਮਾਤਾ ਨਾਨਕੀ ਜੀ ਨੂੰ ਹਜੂਰ ਨੇ ਕਿਹਾ ਝੋਲੀ ਅੱਗੇ ਕਰ। ਜਦੋਂ ਮਾਤਾ ਨਾਨਕੀ ਜੀ ਨੇ ਝੋਲੀ ਅੱਗੇ ਕੀਤੀ ਹੈ, ਹਜੂਰ ਨੇ ਉਹ ਰੁਮਾਲ ਮਾਤਾ ਨਾਨਕੀ ਜੀ ਦੀ ਝੋਲੀ 'ਚ ਪਾਉਂਦਿਆਂ ਹੋਇਆਂ ਆਖਿਆ, ਨਾਨਕੀ ਤੇਰਾ ਪੁੱਤਰ ਗੁਰਤਾ ਦਾ ਮਾਲਕ ਹੋਵੇਗਾ। ਇਹ ਸੱਚੇ ਪਾਤਸ਼ਾਹ ਜੀ ਨੇ ਬਚਨ ਕਹਿੰਦਿਆਂ ਹੋਇਆਂ ਨਾਲ ਹੀ ਵਰਦਾਨ ਦੇ ਬਚਨ ਕਹੇ ਕਿ ਜਿਸ ਨੂੰ ਸੰਸਾਰ ਦੇ ਅੰਦਰ ਇਹ ਸੁਧਾ ਸੁਭਾਅ ਕਹਿੰਦੇ ਆ ਨਾ, ਨਾਨਕੀ ਤੇਰਾ ਪੁੱਤਰ ਏਡਾ ਵੱਡਾ ਕਾਰਜ ਕਰੇਗਾ, ਸੰਸਾਰ ਦੇ ਅੰਦਰ ਇਹਨਾਂ ਦਾ ਨਾਮ ਸਦਾ ਲਈ ਅਮਰ ਰਹੇਗਾ। ਸੱਚੇ ਪਾਤਸ਼ਾਹ ਜੀ ਨੇ ਹੋਰ ਵਰਦਾਨ ਦੇ ਬਚਨ ਕਹਿੰਦਿਆਂ ਹੋਇਆਂ ਇਹ ਬਚਨ ਕਿਹਾ ਕਿ ਇਹਨਾਂ ਦੇ ਘਰ ਦੇ ਅੰਦਰ ਬਹੁਤ ਬਲਪੂਰਵਕ ਬੜਾ ਹੀ ਮਹਾਬਲੀ ਪੋਤਰਾ ਤੇਰੇ ਘਰ ਦੇ ਅੰਦਰ ਅਵਤਾਰ ਧਾਰੇਗਾ, ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ 4 ਚੰਨ ਲਾ ਦੇਵੇਗਾ। ਇਹ ਹਜੂਰ ਨੇ ਬਖਸ਼ਿਸ਼ ਭਰੇ ਬਚਨ ਇੰਨੇ ਕਹੇ, ਮਾਤਾ ਨਾਨਕੀ ਜੀ ਦਾ ਹਿਰਦਾ ਪਿਆਰ ਨਾਲ ਬਖਸ਼ਿਸ਼ਾਂ ਲੈ ਕੇ ਝੁਕ ਗਿਆ, ਨੇਤਰਾਂ ਵਿੱਚ ਬਰਾਗ ਆ ਗਿਆ। ਸਤਿਗੁਰਾਂ ਜੀ ਨੇ ਇੰਨੀ ਬਖਸ਼ਿਸ਼ ਭਰੇ ਬਚਨ ਕਹੇ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਮਾਤਾ ਜੀ ਦੇ ਨਾਲ ਫਿਰ ਸਾਧ ਸੰਗਤ ਜੀ ਬਾਬਾ ਬਕਾਲਾ ਸਾਹਿਬ ਸਤਿਗੁਰੂ ਜੀ ਆ ਕਰਕੇ ਰਹੇ ਹੈ। ਇੱਥੇ ਸਤਿਗੁਰਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਅਰਸਾ ਸਤਿਗੁਰਾਂ ਨੇ ਬਤੀਤ ਕੀਤਾ ਹੈ। ਭੋਰਾ ਸਾਹਿਬ ਦੇ ਅੰਦਰ ਹਜੂਰ ਧਿਆਨ ਅਸਥਿਤ ਰਹਿੰਦੇ, ਕਦੇ ਕਦੇ ਮਹਾਰਾਜ ਬਾਹਰ ਸੈਰ ਵੀ ਕਰਿਆ ਕਰਦੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਹੀ ਗੁਰਿਆਈ ਤਖਤ ਦੇ ਉੱਤੇ ਸਾਧ ਸੰਗਤ ਜੀ ਪ੍ਰਗਟ ਹੋਏ। ਭਾਵੇਂ ਕਿ ਸਤਿਗੁਰੂ ਜੀ ਇੰਨੀ ਨਿਰਬਿਰਤੀ ਵਿੱਚ ਰਹਿੰਦੇ ਸੀਗੇ ਕਿ ਮਹਾਰਾਜ ਆਪ ਬਾਹਰ ਨਹੀਂ ਸੀ ਆਉਣਾ ਚਾਹੁੰਦੇ। 22 ਸੋਢੀਆਂ ਨੇ ਮੰਜੀਆਂ ਲਾ ਕੇ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਬੜਾ ਯਤਨ ਕੀਤਾ। ਤੇ ਹਜੂਰ ਨੂੰ ਜੇ ਮਾਤਾ ਜੀ ਦੇ ਪ੍ਰੇਰਿਆਂ ਇੱਕ ਸਿੱਖ ਨੇ ਜਾ ਕਰਕੇ ਬਾਹਰ ਦੱਸਿਆ ਨਾ ਕਿ ਭਾਈ ਗੁਰੂ ਸਾਹਿਬ ਤਾਂ ਗੁਰੂ ਤੇਗ ਬਹਾਦਰ ਸਾਹਿਬ ਹਨ, ਸਤਿਗੁਰਾਂ ਜੀ ਨੂੰ ਪਤਾ ਲੱਗਿਆ ਤੇ ਮਹਾਰਾਜ ਆਖਿਆ ਕਿ ਭਾਈ ਜਿਹੜਾ ਸਾਨੂੰ ਪ੍ਰਗਟ ਕਰੇਗਾ ਉਹਦਾ ਮੂੰਹ ਕਾਲਾ ਕਰਾਂਗੇ। ਇਹ ਸਤਿਗੁਰਾਂ ਜੀ ਨੇ ਬਚਨ ਕਹੇ ਤੇ ਬਹੁਤ ਸਖਤ ਬਚਨ ਹੋਣ ਕਰਕੇ ਗੁਰਸਿੱਖ ਵੀ ਡਰ ਗਏ। ਇਹ ਤਾਂ ਫਿਰ ਮੱਖਣ ਸ਼ਾਹ ਲਬਾਣਾ ਸਿੱਖ ਆਇਆ ਜਿਹਨੂੰ ਇਹ ਸੇਵਾ ਪ੍ਰਾਪਤ ਹੋਈ। ਉਹਦੀ ਨਿਮਰਤਾ ਵੇਖ ਕੇ ਸਤਿਗੁਰੂ ਜੀ ਕੁਝ ਕਹਿ ਨਾ ਸਕੇ ਤੇ ਉਸਨੇ ਫਿਰ ਇਸ ਮਹਾਰਾਜ ਦੇ ਅਸਥਾਨ ਦੇ ਉੱਤਰ ਜਿਹੜਾ ਕੋਠਾ ਸੀਗਾ ਉਹਦੇ ਉੱਪਰ ਚੜ੍ਹ ਕਰਕੇ ਹੋਕਾ ਦਿੱਤਾ ਸੀ, ਸਾਚਾ ਗੁਰ ਲਾਧੋ ਰੇ। ਸੱਚੇ ਪਾਤਸ਼ਾਹ ਜੀ ਮਹਾਰਾਜ ਫਿਰ ਦੀਵਾਨ ਸਜਾਇਆ, ਸੰਗਤਾਂ ਦਰਸ਼ਨ ਕੀਤੇ। ਹਜੂਰ ਇੱਥੋਂ ਚੱਲ ਕਰਕੇ ਅੰਮ੍ਰਿਤਸਰ ਸਾਹਿਬ ਆਏ। ਇੱਥੇ ਸਤਿਗੁਰਾਂ ਜੀ ਦੇ ਆਉਣ ਤੇ ਮਸੰਦਾਂ ਨੇ ਨਾ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕਵਾੜ ਬੰਦ ਕਰ ਦਿੱਤੇ। ਸਤਿਗੁਰੂ ਜੀ ਦਾ ਜਿੱਥੇ ਯਾਦਗਾਰ ਗੁਰਦੁਆਰਾ ਥੜਾ ਸਾਹਿਬ ਬਣਿਆ ਹੋਇਆ, ਮਹਾਰਾਜ ਇੱਥੇ ਆ ਕਰਕੇ ਸਜੇ ਤੇ ਮਹਾਰਾਜ ਜੀ ਨੇ ਬਚਨ ਕਹੇ ਜਿਹੜੇ ਸਾਧ ਸੰਗਤ ਜੀ ਬਾਅਦ ਵਿੱਚ ਮਾਈਆਂ ਨੇ ਬਖਸ਼ਾਏ ਸੀ। ਮਹਾਰਾਜ ਨੇ ਕਿਹਾ ਅੰਮ੍ਰਿਤ ਸਰੀਏ ਅੰਦਰ ਸੜੀਏ, ਇਹੋ ਜਿਹੇ ਬਚਨ ਹਜੂਰ ਨੇ ਕਹੇ। ਮਾਈਆਂ ਨੇ ਬੇਨਤੀ ਕੀਤੀ, ਵੱਲੇ ਨਗਰ ਵਿੱਚ ਪਹੁੰਚ ਕਰਕੇ ਮਹਾਰਾਜ ਕਿਹਾ ਮਾਈਆਂ ਰੱਬ ਰਜਾਈਆਂ, ਬਖਸ਼ਿਸ਼ਾਂ ਵੀ ਕੀਤੀਆਂ। ਸੱਚੇ ਪਾਤਸ਼ਾਹ ਜੀ ਦੇ ਕੋਲ ਉਦੋਂ ਮੱਖਣ ਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਇਹ ਮਸੰਦ ਕੀ ਹੈ, 10-15 ਹੋਣਗੇ ਤੇ ਮਹਾਰਾਜ ਮੇਰੇ ਕੋਲ 500 ਸਿਪਾਹੀ ਹੈ, ਹੁਣੇ ਆਗਿਆ ਕਰੋ ਇਹਨਾਂ ਨੂੰ ਨੂੜ ਕੇ ਤੁਹਾਡੇ ਚਰਨਾਂ 'ਚ ਸਿੱਟ ਦਿਆਂਗਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨਹੀਂ ਮੱਖਣ ਸ਼ਾਹ, ਰੱਬ ਦੀ ਰਜਾ ਵਿੱਚ ਰਹੀਦਾ ਹੈ। ਮਹਾਰਾਜ ਆਪ ਇੰਨੀ ਨਿਰਵਿਰਤੀ ਵਿੱਚ ਰਹਿੰਦੇ ਹੋ ਸਤਿਗੁਰੂ ਜੀ, ਫਿਰ ਇਹ ਤਾਂ ਜਿਹੜੇ ਆ ਧਰਮ ਤੇ ਵਾਧਾ ਕਰਨਗੇ। ਧਰਮ ਦਾ ਮਹਾਰਾਜ ਨਿਰਾਦਰ ਹੋਵੇਗਾ। ਆਪ ਜੀ ਵਰਗੀ ਸ਼ਾਂਤ ਆਤਮਾ ਨੂੰ ਮਹਾਰਾਜ ਅੰਦਰ ਨਹੀਂ ਜਾਣ ਦਿੱਤਾ। ਤੁਹਾਡੇ ਪੁਰਖਿਆਂ ਦਾ ਸਥਾਨ ਹੈ ਸੱਚੇ ਪਾਤਸ਼ਾਹ, ਆਪ ਗੁਰੂ ਹੋ ਤੇ ਮਹਾਰਾਜ ਜੇ ਤੁਹਾਨੂੰ ਨਹੀਂ ਅੰਦਰ ਜਾਣ ਦਿੱਤਾ ਤੇ ਆਮ ਸਿੱਖ ਦੀ ਕੀ ਹਾਲਤ ਹੋਵੇਗੀ। ਮਹਾਰਾਜ ਇਹਨਾਂ ਨੂੰ ਪਾਪੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਿਰ ਆਖਿਆ ਮੱਖਣ ਸ਼ਾਹ ਕਾਲਾ ਨਾ ਪਾਓ। ਇਹ ਨਹੀਂ ਕਿ ਜਿਹੜਾ ਧਰਮ ਤੇ ਵਾਅਦਾ ਕਰੇ ਤੇ ਉਹਨੂੰ ਸਜ਼ਾ ਨਹੀਂ ਪਰਮੇਸ਼ਰ ਦਿੰਦਾ। ਇਹਨਾਂ ਦੇ ਸਜ਼ਾ ਦਾ ਵਕਤ ਆਵੇਗਾ, ਇਹਨਾਂ ਨੂੰ ਸਜ਼ਾ ਦੇਣ ਲਈ ਬੜੇ ਭਾਰੀ ਪੁਰਖ ਦਾ ਅਵਤਾਰ ਹੋਵੇਗਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ
ਅਵਤਾਰ ਧਾਰਨ ਦਾ ਸੰਕੇਤ ਗੁਰੂ ਤੇਗ ਬਹਾਦਰ ਸਾਹਿਬ ਨੇ ਹਰਮੰਦਰ ਸਾਹਿਬ ਵਿੱਚ ਮੱਖਣ ਸ਼ਾਹ ਨੂੰ ਦਿੱਤਾ ਸੀ। ਫਿਰ ਸਤਿਗੁਰੂ ਜੀ ਜਦੋਂ ਵਾਪਸ ਬਾਬਾ ਬਕਾਲਾ ਸਾਹਿਬ ਆਏ, ਧੀਰਮਲ ਨੇ ਮਹਾਰਾਜ ਦੇ ਘਰ ਦੇ ਸਾਰੇ ਸਮਾਨ ਨੂੰ ਵੀ ਸਾਧ ਸੰਗਤ ਜੀ ਚੱਕ ਕੇ ਲੈ ਗਿਆ ਸੀਗਾ। ਬਹੁਤ ਜ਼ਿਆਦਾ ਇਸ ਨੇ ਉਪਦਰਵ ਕੀਤਾ। ਮੱਖਣ ਸ਼ਾਹ ਨੇ ਇਹਦੇ ਡੇਰੇ ਨੂੰ ਘੇਰਾ ਪਾ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਨਾ, ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਸੀ ਉਹ ਵੀ ਮੱਖਣ ਸ਼ਾਹ ਨਾਲ ਹੀ ਲੈ ਆਇਆ। ਤੇ ਗੁਰੂ ਸਾਹਿਬ ਨੂੰ ਜਦੋਂ ਪਤਾ ਲੱਗਾ ਕਿ ਮੱਖਣ ਸ਼ਾਹ ਨੇ ਤਾਂ ਧੀਰਮਲ ਨੂੰ ਬੜਾ ਤਾੜਿਆ ਹੈ, ਤੇ ਉਹ ਤਾਂ ਮਹਾਰਾਜ ਦੇ ਘਰ ਦੇ ਬਰਤਨ ਤੱਕ ਵੀ ਲੈ ਗਿਆ ਸੀ, ਤੇ ਮੱਖਣ ਸ਼ਾਹ ਸਭ ਕੁਝ ਜਦੋਂ ਮੁੜਾ ਲਿਆਇਆ ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਭ ਕੁਝ ਵਾਪਸ ਕਰਾਇਆ ਮੱਖਣ ਸ਼ਾਹ ਨੂੰ ਬੜਾ ਤਾੜਦਿਆਂ ਹੋਇਆਂ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਆਪਦੇ ਘਰ ਦੇ ਬਰਤਨ ਵੀ ਨਹੀਂ ਰੱਖੇ, ਕਿਹਾ ਕਿ ਧੀਰਮਲ ਲੈ ਕੇ ਗਿਆ ਉਹ ਵੀ ਮਹਾਰਾਜ ਵਾਪਸ ਦੇਤੇ। ਤੇ ਫਿਰ ਮਾਤਾ ਨਾਨਕੀ ਜੀ ਨੇ ਕਿਹਾ ਸੀ, ਪੁੱਤਰ ਜੀ ਆਪਣੇ ਘਰ ਦੇ ਬਰਤਨ ਤਾਂ ਰੱਖ ਲੈਣੇ ਸੀ। ਤੇ ਸਤਿਗੁਰਾਂ ਨੇ ਸ਼ਬਦ ਕਹੇ ਸੀ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ ਕਰ ਬੈਠੋ ਬਿਸਰਾਮ। ਇੰਨਾ ਸਤਿਗੁਰਾਂ ਜੀ ਦਾ ਤਿਆਗ ਵਾਲਾ ਹਿਰਦਾ ਸੀਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਫਿਰ ਬਾਬਾ ਬਕਾਲਾ ਸਾਹਿਬ ਤੋਂ ਤੁਰੇ ਆ, ਬਿਆਸ ਦਰਿਆ ਪਾਰ ਕਰਨ ਲੱਗਿਆ ਹਜੂਰ ਨੂੰ ਪਤਾ ਲੱਗਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਵਾਰੀ ਵੇਖੀ। ਸਤਿਗੁਰਾਂ ਆਗਿਆ ਕੀਤੀ ਕਿ ਭਾਈਏ ਤੁਸੀਂ ਧੀਰਮਲ ਨੂੰ ਵਾਪਸ ਕਰੋ। ਕਹਿਣ ਲੱਗੇ ਮਹਾਰਾਜ ਹੁਣ ਉਹਦੇ ਮੱਥੇ ਨਾ ਸਾਨੂੰ ਲਾਓ। ਸਤਿਗੁਰਾਂ ਨੇ ਫਿਰ ਬਿਆਸ ਦਰਿਆ ਦੀ ਸਰੂਪ ਜਿਹੜਾ ਸੀ ਭੇਟ ਕੀਤਾ, ਆਖਿਆ ਧੀਰਮਲ ਮੰਗੇਗਾ ਆ ਕੇ ਤੇ ਉਹਨੂੰ ਦੇਵੀਂ। ਤੇ ਸਾਧ ਸੰਗਤ ਜੀ ਸਾਡੇ ਇਤਿਹਾਸ ਨੇ ਜ਼ਿਕਰ ਕੀਤਾ ਹੈ, ਧੀਰਮਲ ਨੂੰ ਸੁਨੇਹਾ ਪਹੁੰਚਿਆ ਤੇ ਉਹ ਆ ਕਰਕੇ ਨਾ ਸਰੂਪ ਮਹਾਰਾਜ ਸਾਹਿਬ ਜੀ ਦਾ ਲੱਭਦਾ ਸੀ, ਪਰ ਨਹੀਂ ਸੀ ਪ੍ਰਾਪਤ ਹੁੰਦਾ। ਬੜੇ ਯਤਨ ਕੀਤੇ, ਨਿਰਾਸ਼ ਹੋ ਕੇ ਮੁੜਨ ਲੱਗਾ। ਇਹਦਾ ਸੀਹਾ ਮਸੰਦ ਬੜਾ ਨਾਸਤਕ ਸੀ, ਬੜਾ ਮਨਮੁਖ ਸੀਗਾ। ਉਹ ਨਹੀਂ ਸੀ ਇਹਨੂੰ ਕਿ ਧੀਰਮਲ ਆਪ ਤਾਂ ਸ਼ਰਧਾ ਕਰਨ ਹੀ ਲੱਗਦਾ, ਪਰ ਨਾਲ ਦੇ ਨਹੀਂ ਕਰਨ ਦਿੰਦੇ। ਉਹ ਜਦੋਂ ਅਰਦਾਸ ਕਰੇ 8ਵੇਂ ਪਾਤਸ਼ਾਹ ਜੀ ਤੱਕ ਨਾਂ ਲੈ ਕਰਕੇ, ਤੇ ਅੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਨਾਮ ਨਾ ਲੈਣ। ਫਿਰ ਧੀਰਮਲ ਨੇ ਕਿਹਾ ਕਿ ਸਾਨੂੰ ਨਾਂ ਲੈਣ 'ਚ ਕੀ ਹਰਜ ਹੈ, ਨਾਂ ਲੈਣਾ ਚਾਹੀਦਾ, ਸ਼ੀਹਾਂ ਤੂੰ ਜ਼ਿਆਦੀ ਜਿੱਦ ਨਾ ਕਰ। ਫਿਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਵਿੱਚ ਲੈ ਕੇ ਤੇ ਨਾਵਾਂ ਪਾਤਸ਼ਾਹੀਆਂ ਤੱਕ ਅਰਦਾਸ ਕੀਤੀ ਨਾ, ਉਸੇ ਸਮੇਂ ਜਦੋਂ ਜਿਹੜੇ ਗੋਤਾਖੋਰ ਅੱਗੇ ਹੋਏ, ਮੰਜੀ ਸਾਹਿਬ ਦੇ ਸਮੇਤ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਲ ਚੋਂ ਬਾਹਰ ਆਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਇਹ ਸਾਧ ਸੰਗਤ ਜੀ ਪ੍ਰਤੱਖ ਵਰਤੇ ਹੋਏ ਬਚਨ, ਉਹੀ ਪਾਵਨ ਸਰੂਪ ਜਿਹੜਾ ਸੀ ਕਰਤਾਰਪੁਰ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜੋ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਾਰੀ ਲਾ ਕਰਕੇ ਲਿਖਵਾਇਆ ਸੀ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਿਹੜਾ ਸਾਧ ਸੰਗਤ ਜੀ ਮਾਖੋਵਾਲ ਸੀਗਾ, ਇਹਦਾ ਥੇ ਜਿਹੜਾ ਸੀ ਸਤਿਗੁਰਾਂ ਜੀ ਨੇ ਪਹਾੜੀ ਰਾਜਿਆਂ ਕੋਲੋਂ ਇਹ ਜ਼ਮੀਨ ਖਰੀਦ ਕਰਕੇ ਸਤਿਗੁਰਾਂ ਨੇ ਚੱਕ ਮਾਤਾ ਨਾਨਕੀ ਜੀ ਦੇ ਨਾਮ ਤੇ ਨਗਰ ਵਸਾਇਆ, ਜਿਸ ਦਾ ਨਾਮ ਸ਼੍ਰੀ ਆਨੰਦਪੁਰ ਸਾਹਿਬ ਕਰਕੇ ਪ੍ਰਸਿੱਧ ਹੋਇਆ। ਸੋਢੀਆਂ ਦੇ ਈਰਖਾ ਕਰਨ ਤੋਂ ਸਤਿਗੁਰਾਂ ਨੇ ਪੂਰਬ ਦੀ ਦਿਸ਼ਾ ਨੂੰ ਚਾਲਾ ਮਾਰਿਆ। ਜਿੱਧਰ ਜਿੱਧਰ ਦੀ ਸਤਿਗੁਰੂ ਜੀ ਗਏ ਮਹਾਰਾਜ ਦੀਆਂ ਪਾਵਨ ਯਾਦਗਾਰਾਂ ਬਣੀਆਂ ਹੋਈਆਂ। ਤੇ ਗੁਰੂ ਕਲਗੀਧਰ ਸਾਹਿਬ ਜੀ ਮਹਾਰਾਜ ਲਿਖਿਆ, ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਤਾਏ। ਮਾਤਾ ਨਾਨਕੀ ਜੀ ਨੇ ਪੁੱਛਿਆ ਕਰਨਾ ਆਪਦੀ ਬਿਰਦਾਜੂ ਵੇਖ ਕਰਕੇ ਕਿ ਪੁੱਤਰ ਜੀ ਤੁਹਾਡੇ ਪਿਤਾ ਸਤਿਗੁਰਾਂ ਜੀ ਨੇ ਵਰ ਦਿੱਤਾ ਸੀਗਾ ਕਿ ਆਪ ਦੇ ਘਰ ਸਾਹਿਬਜ਼ਾਦੇ ਦਾ ਅਵਤਾਰ ਹੋਵੇਗਾ, ਉਸ ਭਾਰੀ ਪੁਰਖ ਦੇ ਆਉਣ ਦਾ ਕੋਈ ਮਹਾਰਾਜ ਸਾਨੂੰ ਦੱਸੋ। ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਰਧਾ ਨਾਲ ਆਖਣਾ, ਮਾਤਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਕਦੇ ਝੂਠ ਹੋ ਸਕਦੇ ਆ? ਨਹੀਂ ਪੁੱਤਰ ਜੀ, ਤੁਹਾਡੇ ਪਿਤਾ ਜੀ ਦਾ ਬਚਨ ਝੂਠ ਨਹੀਂ ਹੋ ਸਕਦਾ। ਤੇ ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਣਾ, ਮਾਤਾ ਜੀ ਇੰਤਜ਼ਾਰ ਕਰੋ, ਸਤਿਗੁਰਾਂ ਦੇ ਬਚਨ ਪੂਰੇ ਹੋਣ ਦਾ ਸਮਾਂ ਆਵੇਗਾ। ਤੇ ਜਦੋਂ ਫਿਰ ਉਹ ਸਮਾਂ ਆਇਆ, ਮਹਾਰਾਜ ਨੇ ਲਿਖਿਆ, ਜਬ ਹੀ ਜਾਤ ਤਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਤਾਏ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਬਿਖੈ ਭਵ ਲਿਓ। ਉਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਧ ਸੰਗਤ ਜੀ ਅਸਾਮ ਦੇਸ਼ ਵਿੱਚ ਗਏ ਹੋਏ ਸੀਗੇ, ਰਾਜਾ ਰਾਮ ਸਿੰਘ ਦੀ ਕਾਮਰੂ ਦੇਸ਼ ਤੇ ਜਿੱਤ ਕਰਵਾਉਣ ਵਾਸਤੇ। ਬਲਾਕੀ ਦਾਸ ਵਰਗਿਆਂ ਦੀਆਂ ਮਾਤਾ ਜਿਹੜੀ ਚੇਤੇ ਕਰਦੀ ਸੀ ਬੜੀ ਬੇਸਬਰੀ ਨਾਲ ਕਿ ਮਹਾਰਾਜ ਪ੍ਰਾਣ ਨਿਕਲਣ ਤੋਂ ਪਹਿਲਾਂ ਆਪ ਆਪਣਾ ਦਰਸ਼ਨ ਬਖਸ਼ ਦਿਓ। ਚਾਚਾ ਫੱਗੂ ਜੀ ਵਰਗੇ ਸਿੱਖਾਂ ਨੂੰ ਭਾਗ ਲਾਉਂਦੇ ਹੋਏ ਸਤਿਗੁਰਾਂ ਨੇ ਬਖਸ਼ਾਂ ਕੀਤੀਆਂ। ਮਹਾਰਾਜ ਨੂੰ ਘਰ ਵਿੱਚ ਸਾਹਿਬਜ਼ਾਦੇ ਦੇ ਆਗਮਨ ਹੋਣ ਦਾ ਪਤਾ ਜਿਹੜਾ ਸੀ, ਖਬਰ ਉੱਥੇ ਪਹੁੰਚੀ।
ਜਿਸ ਸਿੱਖ ਨੇ ਖਬਰ ਦਿੱਤੀ, ਸਤਿਗੁਰਾਂ ਨੇ ਆਪਣੇ ਗਲ ਤੋਂ ਸੁੱਚੇ ਮੋਤੀਆਂ ਦੀ ਮਾਲਾ ਲਾ ਕੇ ਸਿੱਖ ਨੂੰ ਗਰੀਬ ਨਵਾਜ ਨੇ ਬਖਸ਼ਿਸ਼ ਕਰਦਿਆਂ ਹੋਇਆਂ ਕਿਹਾ, ਸਿੱਖਾ ਨਿਹਾਲ ਹੋਇਓ। ਗਰੀਬ ਨਵਾਜ ਸਤਿਗੁਰੂ ਨੇ ਬਚਨ ਕਹਿ ਕੇ ਸਿੱਖ ਨੂੰ ਗਿਆਨ ਅਵਸਥਾ ਵਿੱਚ ਸਥਿਤ ਕਰ ਦਿੱਤਾ। ਏਡੀ ਬਖਸ਼ਿਸ਼ ਕੀਤੀ। ਮਹਾਰਾਜ ਜੀ ਨੇ ਰਾਜਾ ਰਾਮ ਸਿੰਘ ਨੇ ਬਹੁਤ ਭਾਰੀ ਤੋਪਾਂ ਚਲਾ ਕੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਗਮਨ ਦੀ ਖੁਸ਼ੀ ਨੂੰ ਪ੍ਰਗਟ ਕੀਤਾ। 4 ਸਾਲ ਸਤਿਗੁਰੂ ਜੀ ਸਿੱਖੀ ਦਾ ਉਹ ਪ੍ਰਚਾਰ ਵਿਚਰ ਕੇ ਕਰਦੇ ਰਹੇ ਤੇ ਮਹਾਰਾਜ ਪਟਨਾ ਸਾਹਿਬ 4 ਸਾਲ ਬਾਅਦ ਆਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਆਯੂ ਉਸ ਸਮੇਂ 4 ਸਾਲ ਦੀ ਸੀ ਜਦੋਂ ਆਪਣੇ ਗੁਰੂਦੇਵ ਪਿਤਾ ਦਾ ਦਰਸ਼ਨ ਕੀਤਾ। ਫਿਰ ਸੱਚੇ ਪਾਤਸ਼ਾਹ ਇਥੋਂ ਸ੍ਰੀ ਆਨੰਦਪੁਰ ਸਾਹਿਬ ਆਉਣਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਿੱਲੀ ਸੀਸ ਦੇਣ ਵਾਸਤੇ, ਸਾਧ ਸੰਗਤ ਜੀ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਸਤਿਗੁਰਾਂ ਦਾ ਤੁਰਨਾ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਨੁਰੰਗੇ ਨੂੰ ਦਿੱਲੀ ਦੇ ਅੰਦਰ ਇਹ ਬਚਨ ਕਹਿਣੇ, ਨੁਰੰਗਿਆ ਜੇ ਜ਼ੁਲਮ ਦੇ ਨਾਲ ਤੂੰ ਦੋਹਾਂ ਤੋਂ ਇੱਕ ਕਰੇਗਾ, ਦੋਹਾਂ ਤੋਂ ਇੱਕ ਨਹੀਂ 3 ਬਣ ਜਾਣਗੇ, ਖਾਲਸਾ ਪੰਥ ਪ੍ਰਗਟ ਹੋਵੇਗਾ। ਇਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਦਿੱਲੀ ਦੇ ਅੰਦਰ ਸਾਧ ਸੰਗਤ ਜੀ ਪੰਥ ਦੇ ਪ੍ਰਗਟ ਹੋਣ ਦਾ ਬਚਨ ਨੁਰੰਗੇ ਨੂੰ ਆਖਿਆ ਸੀਗਾ। ਤੇ ਸਤਿਗੁਰਾਂ ਨੇ ਸ਼ਾਂਤ ਚਿੱਤ ਰਹਿ ਕਰਕੇ ਆਪਣੇ ਗੁਰਸਿੱਖਾਂ ਦੇ ਸਮੇਤ ਸ਼ਹਾਦਤ ਦਿੱਤੀ ਸੀ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਦੀਵਾਨ ਮਤੀ ਦਾਸ ਜੀ, ਭਾਈ ਦਇਆਲਾ ਜੀ ਤੇ ਸਾਧ ਸੰਗਤ ਜੀ ਇਸ ਪ੍ਰਕਾਰ ਭਾਈ ਸਤੀ ਦਾਸ ਜੀ, ਇਹਨਾਂ ਨੂੰ ਮਹਾਰਾਜ ਦੇ ਸਾਹਮਣੇ ਸ਼ਹੀਦ ਕੀਤਾ ਗਿਆ। ਸਿੱਖ ਸਿੱਖੀ ਤੋਂ ਨਹੀਂ ਡੋਲੇ, ਹੱਸਦਿਆਂ ਹੋਇਆਂ ਵੀਰ ਗਤੀ ਨੂੰ ਪ੍ਰਾਪਤ ਕੀਤਾ। ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਸ਼ਹਾਦਤ ਨੂੰ ਪ੍ਰਾਪਤ ਕੀਤਾ। ਕਦੇ ਵੀ ਮਨ ਦੇ ਅੰਦਰ ਰੰਚਕ ਮਾਤਰ ਵੀ ਇਹ ਖਿਆਲ ਤੱਕ ਨਾ ਫੁਰਿਆ। ਭਾਵੇਂ ਮਹਾਰਾਜ ਨੇ ਕਿਹਾ ਸੀ ਮਤੀ ਦਾਸ ਤੇਰੇ ਸਰੀਰ ਵਿੱਚ ਐਸੀ ਸ਼ਕਤੀ ਪ੍ਰਵੇਸ਼ ਕਰ ਜੇਗੀ, ਤੂੰ ਸਭ ਨੂੰ ਵੇਖੇਂਗਾ, ਜਾਂ ਇੱਥੋਂ ਚਲੇ ਜਾ, ਧਰਤੀ ਦਾ ਰਾਜ ਭੋਗੇਂਗਾ। ਦੀਵਾਨ ਸਾਹਿਬ ਨੇ ਆਖਿਆ ਸੀ ਮਹਾਰਾਜ ਮੇਰੇ ਸਰੀਰ ਨੂੰ ਆਪਣੇ ਦਰ ਤੇ ਪ੍ਰਵਾਨ ਕਰ ਲਓ, ਮੈਨੂੰ ਸ਼ਹਾਦਤ ਤੋਂ ਵਾਂਝਿਆ ਨਾ ਕਰੋ। ਇੰਨੀ ਚੜ੍ਹਦੀ ਕਲਾ ਨਾਲ ਸਿੱਖਾਂ ਨੇ ਆਪ ਦੇ ਸਾਹਮਣੇ ਸ਼ਹਾਦਤ ਨੂੰ ਪ੍ਰਾਪਤ ਕੀਤਾ। ਤੇ ਆਪ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਅੰਦਰ ਮਹਾਰਾਜ ਆਪ ਦੇ ਸ਼ੀਸ਼ ਦਾ ਬਲੀਦਾਨ ਦਿੱਤਾ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦਿਆ ਪਰ ਸੀਨਾ ਉਚਰੀ। ਆਪਣੇ ਸ਼ਹੀਦ ਹੋਣ ਤੋਂ ਪਹਿਲਾਂ ਸਤਿਗੁਰਾਂ ਜੀ ਨੇ ਗੁਰਿਆਈ ਜਿਹੜੀ ਸੀ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਆਨੰਦਪੁਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਸੌਂਪਣ ਵਾਸਤੇ ਸਿੱਖ ਨੂੰ ਭੇਜ ਦਿੱਤਾ ਸੀ। ਇਉਂ ਸਤਿਗੁਰਾਂ ਦਾ ਸੀਸ ਸ੍ਰੀ ਆਨੰਦਪੁਰ ਸਾਹਿਬ ਆਉਣਾ, ਧੜ ਦਾ ਸੰਸਕਾਰ ਜਿਹੜਾ ਲੱਖੀ ਛਾਵਣ ਜਾ ਰਹੇ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਾਲੇ ਅਸਥਾਨ ਤੇ ਕਰਨਾ, ਹਜੂਰ ਦੇ ਪਾਵਨ ਸ਼ੀਸ਼ ਦਾ ਸੰਸਕਾਰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪ ਦੇ ਪਾਵਨ ਸ਼ੀਸ਼ ਦਾ ਅੰਤਮ ਸੰਸਕਾਰ ਉੱਥੇ ਕੀਤਾ। ਪੁੱਛਿਆ ਸੀ ਮਾਤਾ ਸਾਹਿਬ ਜੀ ਨੂੰ ਕਿ ਮਾਤਾ ਜੀ ਪਿਤਾ ਜੀ ਦੇ ਸ਼ੀਸ਼ ਦਾ ਅੰਤਮ ਸੰਸਕਾਰ ਕਿੱਥੇ ਕਰੀਏ। ਮਾਤਾ ਗੁਜਰ ਕੌਰ ਜੀ ਨੇ ਆਖਿਆ ਕਿ ਅਸੀਂ ਅੰਮ੍ਰਿਤ ਵੇਲੇ ਉੱਠਣ ਤੋਂ ਪਹਿਲਾਂ, ਜਦੋਂ ਉੱਠਦੇ ਸਾਂ ਅੰਮ੍ਰਿਤ ਵੇਲੇ, ਸਭ ਤੋਂ ਪਹਿਲਾਂ ਤੁਹਾਡੇ ਪਿਤਾ ਜੀ ਦਾ ਦਰਸ਼ਨ ਕਰਿਆ ਕਰਦੇ ਸੀ। ਤੇ ਜਦੋਂ ਅਸੀਂ ਉੱਠੀਏ ਮਹਿਲਾਂ ਵਿੱਚ ਉੱਠਦੇ ਸਾਨੂੰ ਤੁਹਾਡੇ ਪਿਤਾ ਜੀ ਦੇ ਅਸਥਾਨ ਦਾ ਦਰਸ਼ਨ ਹੋਵੇ। ਤੇ ਮਹਾਰਾਜ ਸਾਹਿਬ ਜੀ ਨੇ ਭੋਰਾ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਸਾਧ ਸੰਗਤ ਜੀ, ਪਹਿਲਾਂ ਉੱਥੇ ਦੁਕਾਨਾਂ ਬਣ ਗਈਆਂ ਸੀਗੀਆਂ ਤੇ ਭੋਰਾ ਸਾਹਿਬ ਤੋਂ ਸ਼ੀਸ਼ਗੰਜ ਸਾਹਿਬ ਦਾ ਸਿੱਧਾ ਦਰਸ਼ਨ ਨਹੀਂ ਸੀ ਹੁੰਦਾ। ਪਰ ਜਦੋਂ 1999 ਦੇ ਵਿੱਚ ਸਾਧ ਸੰਗਤ ਜੀ ਜਿਹੜੀ ਹੈ ਪੁਰਬ ਮਨਾਇਆ ਸੀ ਪੰਥ ਨੇ, ਉਸ ਸਮੇਂ ਉਹ ਦੁਕਾਨਾਂ ਉੱਥੋਂ ਚੱਕ ਕੇ ਜਿਹੜਾ ਸੀ ਨਾ ਰਾਹ ਜਿਹੜਾ ਸੀ ਉਹ ਸਿੱਧਾ ਕੀਤਾ, ਕਿਉਂਕਿ ਮਾਤਾ ਸਾਹਿਬ ਜੀ ਸਵੇਰੇ ਉੱਠਦਿਆਂ ਸਾਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਅਸਥਾਨ ਦਾ ਦਰਸ਼ਨ ਕਰਿਆ ਕਰਦੇ ਸੀ। ਤੇ ਸਾਡੇ ਇਤਿਹਾਸ ਨੇ ਜ਼ਿਕਰ ਕੀਤਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਸੱਚੇ ਪਾਤਸ਼ਾਹ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲਿਆ ਕਰਦੇ ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਤੁਰਨ ਲੱਗਿਆਂ ਸਭ ਤੋਂ ਪਹਿਲਾਂ ਪਿਤਾ ਗੁਰੂ ਜੀ ਦੇ ਅਸਥਾਨ ਤੇ ਆ ਕੇ ਅਰਦਾਸ ਕਰਦੇ, ਫਿਰ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਤੋਂ ਬਾਹਰ ਨੂੰ ਕੂਚ ਕਰਦੇ। ਤੇ ਜੇ ਸ੍ਰੀ ਆਨੰਦਪੁਰ ਸਾਹਿਬ ਕਿਤੇ ਡਾਢਾ ਚਿਰ ਮਹਾਰਾਜ ਬਾਹਰ ਰਹਿ ਕੇ, ਜਿਵੇਂ ਮਹਾਰਾਜ ਇੱਥੇ ਕੁਰੂਕਸ਼ੇਤਰ ਆਏ, ਰਵਾਲਸਰ ਆਏ, ਮਹਾਰਾਜ ਜਦੋਂ ਮੁੜਿਆ ਕਰਦੇ ਨਾ, ਬਹੁਤ ਸਾਰੀਆਂ ਸੰਗਤਾਂ ਸੱਚੇ ਪਾਤਸ਼ਾਹ ਜੀ ਦੇ ਆਉਣ ਤੇ ਖੁਸ਼ੀ ਵਿੱਚ ਬਾਹਰ ਆ ਜਾਂਦੀਆਂ, ਫੁੱਲਾਂ ਦੀਆਂ ਬਰਖਾ ਕਰਦੀਆਂ। ਸੱਚੇ ਪਾਤਸ਼ਾਹ ਜੀ ਜਦੋਂ ਪਿਤਾ ਜੀ ਦੇ ਅਸਥਾਨ ਦਾ ਦਰਸ਼ਨ ਹੁੰਦਾ, ਮਹਾਰਾਜ ਉਸ ਸਮੇਂ ਘੋੜੇ ਤੋਂ ਉਤਰ ਜਾਇਆ ਕਰਦੇ ਤੇ ਸਤਿਗੁਰੂ ਜੀ ਚੱਲ ਕਰਕੇ ਪਿਤਾ ਜੀ ਦੇ ਅਸਥਾਨ ਤੇ ਆ ਕਰਕੇ ਨਮਸਕਾਰ ਕਰਦੇ, ਕੜਾਹ ਪ੍ਰਸ਼ਾਦ ਕਰਾਉਂਦੇ, ਉਪਰੰਤ ਮਹਾਰਾਜ ਮਹਿਲਾਂ ਵਿੱਚ ਜਾਇਆ ਕਰਦੇ ਸੀ। ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਜੀਵਨ ਦਾ ਨਿਯਮ ਸੀਗਾ। ਤੇ ਸਤਿਗੁਰੂ ਜੀ ਨੇ ਇਤਿਹਾਸ ਨੇ ਜ਼ਿਕਰ ਕੀਤਾ ਕਿ ਜਦੋਂ
ਸ਼੍ਰੀ ਆਨੰਦਪੁਰ ਸਾਹਿਬ ਜੀ ਨੂੰ ਮਹਾਰਾਜ ਜੀ ਨੇ ਛੱਡਿਆ ਹੈ। ਜਦੋਂ ਦੁਬਾਰਾ ਸਤਿਗੁਰਾਂ ਜੀ ਨੇ ਨਹੀਂ ਸੀ ਆਨੰਦਪੁਰ ਸਾਹਿਬ ਜਾਣਾ, ਉਦੋਂ ਵੀ ਪਹਿਰ ਰਾਤ ਦਾ ਸਮਾਂ ਸੀ। ਸਤਿਗੁਰੂ ਜੀ ਨੇ ਆਪਣੇ ਪਿਤਾ ਜੀ ਦੇ ਅਸਥਾਨ ਤੇ ਪਰਿਕਰਮਾ ਕੀਤੀਆਂ, ਕੜਾ ਪ੍ਰਸ਼ਾਦ ਦੀ ਦੇਗ ਕੀਤੀ, ਤੇ ਸਤਿਗੁਰਾਂ ਜੀ ਨੇ ਉਸ ਸਮੇਂ ਕਿਹਾ ਕਿ ਭਾਈ ਕੋਈ ਸਿੱਖ ਅੱਗੇ ਆਵੇ ਜਿਹੜਾ ਪਿਤਾ ਜੀ ਦੇ ਅਸਥਾਨ ਤੇ ਸੇਵਾ ਕਰੇ। ਸਭ ਨੇ ਉਸ ਸਮੇਂ ਕਿਹਾ, ਮਹਾਰਾਜ ਤੁਹਾਡੇ ਤੋਂ ਬਾਅਦ ਇੱਥੇ ਕੌਣ ਮਹਾਰਾਜ ਰਹਿ ਸਕੇਗਾ? ਜਿਹੜੇ ਮੁਗਲ ਹੈ ਤੁਰਕ ਮਹਾਰਾਜ ਆਪ ਹੁਦਰੀਆਂ ਕਰਨਗੇ। ਸੱਚੇ ਪਾਤਸ਼ਾਹ ਇੱਥੇ ਅੰਨ ਪਾਣੀ ਦਾ ਪਹਿਰਾ ਕਿਵੇਂ ਚੱਲੇਗਾ? ਮਹਾਰਾਜ ਸਾਹਿਬ ਜੀ ਨੇ ਤੇ ਸਮੇਂ ਕਿਹਾ ਕਿ ਗੁਰੂਦੇਵ ਪਿਤਾ ਦੇ ਸਥਾਨ ਤੇ 4 ਪਦਾਰਥ ਵਰਨਗੇ। ਜਿਹੜਾ ਸ਼ਰਧਾ ਭਾਵਨਾ ਨਾਲ ਸੇਵਾ ਕਰੇਗਾ ਉਹਦਾ ਕੋਈ ਵਾਲ ਨਹੀਂ ਵਿੰਗਾ ਕਰ ਸਕੇਗਾ। ਤੇ ਸਾਧ ਸੰਗਤ ਜੀ, ਗੁਰਬਖਸ਼ ਜਿਹੜਾ ਸਿੱਖ ਸੀ ਨਾ, ਇਹਨੇ ਸਤਿਗੁਰਾਂ ਜੀ ਦੇ ਸਨਮੁਖ ਹੋ ਕਰਕੇ ਆਖਿਆ, ਮਹਾਰਾਜ ਮੈਨੂੰ ਸੇਵਾ ਬਖਸ਼ੋ। ਹਜੂਰ ਨੇ ਇਸ ਸਿੱਖ ਨੂੰ ਉੱਥੇ ਸੇਵਾ ਵਾਸਤੇ ਫਿਰ ਛੱਡਿਆ ਸੀ। ਐਸੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ ਜੀ, ਜਿਨ੍ਹਾਂ ਦੀ ਬਾਬਤ ਗੁਰੂਦੇਵ ਨੇ ਆਪਣੇ ਸ਼੍ਰੀ ਕੰਠ ਤੇ ਬਚਨ ਕਹੇ ਆ, ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੈ ਧਾਏ, ਸਭ ਥਾਈ ਹੋਏ ਸਹਾਏ। ਐਸੇ ਦੀਨ ਦਿਆਲ ਸਤਿਗੁਰੂ ਜੀ ਦਾ ਅੱਜ ਆਗਮਨ ਪੁਰਬ ਹੈ, ਪ੍ਰਕਾਸ਼ ਗੁਰਪੁਰਬ ਹੈ। ਸੱਚੇ ਪਾਤਸ਼ਾਹ ਜੀ ਦੇ ਆਗਮਨ ਪੁਰਬ ਦੀਆਂ ਆਪ ਸੰਗਤਾਂ ਨੂੰ ਸਵਾਸ ਸਵਾਸ ਵਧਾਈਆਂ ਹੋਣ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਮਹਾਰਾਜ ਜਿਹੋ ਜਿਹਾ ਬੈਰਾਗ ਆਪ ਦੀ ਬਾਣੀ ਦੇ ਅੰਦਰੋਂ ਮਹਾਰਾਜ, ਇਹ ਕਠੋਰ ਤੋਂ ਕਠੋਰ ਮਨ ਵੀ ਪਿਘਲ ਜਾਂਦਾ। ਸਤਿਗੁਰੂ ਦੀ ਇੰਨੀ ਬਾਣੀ ਬੈਰਾਗਮਈ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਵੀ ਉਸ ਬੈਰਾਗ ਦੀ ਦਾਤ ਬਖਸ਼ਿਸ਼ ਕਰੋ। ਸੰਸਾਰ ਦੇ ਮਹਾਰਾਜ ਮੋਹ 'ਚ ਮਨ ਮਾਰਿਆ ਹੋਇਆ ਆਪ ਦੀ ਸਿੱਖੀ ਤੋਂ ਮਹਾਰਾਜ ਪਿੱਛੇ ਹਟਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਦੇ ਦਿੱਤੇ ਹੋਏ ਗੁਣਾਂ ਨੂੰ ਨਹੀਂ ਕਮਾ ਪਾਉਂਦਾ ਇਹ ਮਨ। ਸਾਡੇ ਤੇ ਮਹਾਰਾਜ ਇਹ ਬਖਸ਼ਿਸ਼ ਕਰੋ ਕਿ ਆਪ ਦੀ ਬਾਣੀ ਪੜ੍ਹ ਕਰਕੇ ਮਹਾਰਾਜ ਸਾਨੂੰ ਵੀ ਉਹ ਬੈਰਾਗ ਦੀ ਦਾਤ ਪ੍ਰਾਪਤ ਹੋਵੇ। ਸੰਸਾਰ ਮਹਾਰਾਜ ਸਾਨੂੰ ਵੀ ਮਿੱਥਿਆ ਪਾਸੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਹੋ ਜਿਹਾ ਸਤਿਗੁਰਾਂ ਜੀ ਨੇ ਬੈਰਾਗਮਈ। ਵੇਖੋ ਇਹ ਸ਼ਲੋਕ ਸਾਰੇ ਇਤਿਹਾਸ ਨੇ ਜ਼ਿਕਰ ਕੀਤਾ ਹੈ ਕਿ ਸਤਿਗੁਰੂ ਜੀ ਨੇ ਦਿੱਲੀ ਦੇ ਕਾਰਾਗ੍ਰਹਿ ਵਿੱਚ ਉਚਾਰਨ ਕੀਤੇ ਸੀ, ਜਿੱਥੇ ਸਾਧ ਸੰਗਤ ਜੀ ਮਹਾਰਾਜ ਉਸ ਪਿੰਜਰੇ ਵਿੱਚ ਕੈਦ ਸਨ ਜਿਹਨੂੰ ਲੋਹੇ ਦੇ ਤਿੱਖੇ ਤਿੱਖੇ ਕਿੱਲ ਸੀ ਤੇ ਉਹਨਾਂ ਨੂੰ ਜ਼ਹਿਰ ਦੀ ਪੁੱਠ ਚੜਾਈ ਹੋਈ ਸੀ। ਇੰਨੀ ਸੰਗੀਨ ਥਾਂ ਤੇ ਖਲੋਤਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਐਡਾ ਬੈਰਾਗਮਈ ਉਪਦੇਸ਼ ਦਿੱਤਾ ਹੈ ਕਿ ਸੰਗ ਸਖਾ ਸਭ ਤਜ ਗਏ, ਕਹੂ ਨੰਦ ਬਿਹੋ ਸਾਥ, ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਮਹਾਰਾਜ ਸਾਨੂੰ ਇੱਕ ਵਾਹਿਗੁਰੂ ਦੀ ਟੇਕ ਬਖਸ਼ਿਸ਼ ਕਰੋ, ਆਪਣੇ ਨਾਮ ਦਾ ਆਸਰਾ ਬਖਸ਼ਿਸ਼ ਕਰੋ। ਇਹੀ ਅਰਦਾਸ ਕਰੀਏ। ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਆਪ ਦੀ ਸਿੱਖੀ ਬਖਸ਼ਿਸ਼ ਕਰਨ। ਆਓ ਸਾਧ ਸੰਗਤ ਜੀ ਮਹਾਰਾਜ ਜੀ ਦੇ ਜੋ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਹੈ, ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਮਾਝ ਮਹਲਾ ਪੰਜਵਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਗ ਮਾਝ ਦੇ ਅੰਦਰ ਸਤਿਗੁਰੂ ਜੀ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕੌਣ ਸੋ ਮੁਕਤਾ ਕੌਣ ਸੋ ਜੁਗਤਾ। ਸਾਧ ਸੰਗਤ ਜੀ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸਿੱਧ ਆਏ ਆ। ਇਹ ਜਿਹੜੇ ਸਿੱਧ ਹੋਏ ਨਾ, ਇਹਨਾਂ ਨੂੰ ਸਾਧ ਸੰਗਤ ਜੀ ਲੰਮੀਆਂ ਉਮਰਾਂ ਇਹਨਾਂ ਵਧਾਈਆਂ ਹੋਈਆਂ ਸੀਗੀਆਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਦੋਂ ਆਪਣਾ ਸਰੀਰਕ ਚੋਲਾ ਮਹਾਰਾਜ ਬਦਲਦੇ ਨਾ, ਇਹ ਉਦੋਂ ਹੀ ਦਰਸ਼ਨ ਕਰਨ ਆਇਆ ਕਰਦੇ। ਜਦੋਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਗੁਰਿਆਈ ਤਖਤ ਤੇ ਬੈਠੇ, ਇਹ ਵੇਖਣ ਆਏ ਵੀ ਚੱਲੀਏ ਵੇਖੀਏ ਭਲਾ ਵੀ ਗੁਰੂ ਨਾਨਕ ਸਾਹਿਬ ਵਾਲੀ ਜੁਗਤੀ ਹੈ ਕਿ ਜਾਂ ਹੋਰ ਤਰੀਕਾ ਕੋਈ ਉਹਨਾਂ ਨੇ ਅਪਣਾ ਲਿਆ। ਤੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦਾ ਦਰਸ਼ਨ ਕਰਕੇ ਨਾ ਸਤਿਗੁਰਾਂ ਜੀ ਦੇ ਕੋਲ ਵੀ ਇਹਨਾਂ ਸਵਾਲ ਕੀਤੇ। ਤੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਇਹਨਾਂ ਸਿੱਧਾਂ ਨੂੰ ਇਹਨਾਂ ਦੇ ਕੀਤੇ ਪ੍ਰਸ਼ਨਾਂ ਦਾ ਉੱਤਰ ਜਦੋਂ ਦਿੱਤਾ ਨਾ, ਤਾਂ ਇਹਨਾਂ ਮੱਥਾ ਟੇਕਿਆ ਮਹਾਰਾਜ ਗੁਰੂ ਨਾਨਕ ਸਾਹਿਬ ਹੀ ਹੈ। ਚੋਲਾ ਹੀ ਬਦਲਿਆ ਸਰੀਰ ਦਾ, ਵੇਖ ਲਿਆ ਸਿੱਧਾ। ਗੁਰੂ ਅਮਰਦਾਸ ਸਾਹਿਬ ਜੀ ਦੇ ਵੀ ਦਰਸ਼ਨ ਕਰਨੇ ਗੋਇੰਦਵਾਲ ਸਾਹਿਬ ਆਏ ਕਿ ਵੇਖੀਏ ਭਲਾ ਕਿ ਗੁਰੂ ਨਾਨਕ ਸਾਹਿਬ ਹੀ ਨੇ। ਫਿਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਕੋਲ ਵੀ ਆਏ। ਉਹ ਪ੍ਰਕਰਨ ਵਿੱਚ ਸਾਧ ਸੰਗਤ ਜੀ ਸ਼ਬਦ ਆਏ, ਸੰਗਤਾਂ ਨੇ ਉਹ ਕਥਾ ਸੁਣੀ ਹੈ
ਇਵੇਂ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰਿਆਈ ਤਖਤ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਬਖਸ਼ਿਸ਼ ਕੀਤਾ ਨਾ, ਤੇ ਸਾਧ ਸੰਗਤ ਜੀ ਉਦੋਂ ਇਹ ਸਿੱਧ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਆਏ ਅੰਮ੍ਰਿਤਸਰ ਸਾਹਿਬ, ਜਿਹੜਾ ਅਸਥਾਨ ਮਹਾਰਾਜ ਦਾ ਉਹ ਸੁੰਦਰ ਸਾਧ ਸੰਗਤ ਜੀ ਚਬੂਤਰਾ ਸਾਹਿਬ ਬਣਿਆ ਹੋਇਆ ਨਾ, ਜਿੱਥੇ ਮਹਾਰਾਜ 12ਵਾਂ ਉਚਾਰਨ ਕੀਤੇ ਹੈ। ਇਹ ਗੁਰੂ ਕਾ ਬਾਗ ਅਸਥਾਨ ਸੀ, ਜਿੱਥੇ ਅੱਜ ਮੰਜੀ ਸਾਹਿਬ ਦੀਵਾਨ ਹਾਲ ਹੈ ਨਾ, ਇੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਦਿ ਕਾਲ ਤੋਂ ਦੀਵਾਨ ਇੱਥੇ ਹੀ ਸਜਾਇਆ ਕਰਦੇ ਸੀ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਇੱਥੇ ਸਜਿਆ ਕਰਦੇ ਸੀਗੇ, ਤੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਉਸ ਥੜਾ ਸਾਹਿਬ ਵਾਲੇ ਅਸਥਾਨ ਤੇ ਮਹਾਰਾਜ ਤਖਤ ਤੇ ਸਜੇ ਹੋਏ ਹੈ। ਇਹ ਸਿੱਧਾਂ ਨੇ ਆ ਕੇ ਆਦੇਸ਼ ਆਦੇਸ਼ ਉਚਾਰਨ ਕੀਤਾ ਹੈ। ਮਹਾਰਾਜ ਨੇ ਕਿਹਾ ਉਸ ਨਿਰੰਕਾਰ ਨੂੰ ਆਦੇਸ਼ ਹੈ, ਸਿੱਧੋ ਆਓ ਬੈਠੋ। ਮਹਾਰਾਜ ਜੀ ਬੜਾ ਸਤਿਕਾਰ ਦਿੱਤਾ ਹੈ। ਇਹਨਾਂ ਨੇ ਭਾਵੇਂ ਕਿ ਸਿੱਧਾਂ ਦੀ ਕੁਝ ਜਮਾਤ ਨੇ, ਜੋ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਦਾ ਬਚਨ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਨੂੰ ਸਾਧ ਸੰਗਤ ਜੀ ਉਹਨਾਂ ਨੇ ਇੱਕ ਜਮਾਤ ਨੇ ਨੁਕਸਾਨ ਪਹੁੰਚਾਇਆ ਸੀ, ਭਾਵੇਂ ਕਿ ਬਹੁ ਮਤ ਵਿੱਚ ਜਿਹੜੇ ਸਿੱਧ ਸੀ ਇਹ ਸਤਿਗੁਰਾਂ ਜੀ ਦੇ ਅਨੁਯਾਈ ਰਹੇ ਹੈ। ਤੇ ਉਹਨਾਂ ਜਦੋਂ ਉਸ ਪਿੱਪਲ ਨੂੰ ਜਿਹੜਾ ਨਾਨਕ ਮਤੇ ਸਾਹਿਬ ਉਹਨੂੰ ਅੱਗ ਲਾ ਕਰਕੇ ਸਾੜਿਆ ਸੀਗਾ, ਨੁਕਸਾਨ ਪਹੁੰਚਾਇਆ, ਤੇ ਅਲਮਸਤ ਫਕੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਚੇਤਾ ਕੀਤਾ ਫਿਰ, ਤੇ ਇੰਨੇ ਪਿਆਰ ਨਾਲ ਸਤਿਗੁਰਾਂ ਜੀ ਨੂੰ ਆਪਣੀ ਕੁਟੀਆ ਵਿੱਚ ਬਹਿ ਕਰਕੇ ਚੇਤੇ ਕਰਨ ਲੱਗਾ। ਮਹਾਰਾਜ ਨੂੰ ਮਜਬੂਰ ਕਰ ਦਿੱਤਾ ਇਸਨੇ ਨਾਨਕ ਮਤਾ ਸਾਹਿਬ ਆਉਣ ਲਈ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੜੀ ਕਾਹਲੀ ਨਾਲ ਚੱਲਦੇ ਹੋਏ ਸਤਿਗੁਰੂ ਜਦੋਂ ਇੱਥੇ ਆਏ ਸੀ, ਤੇ ਘੋੜੇ ਦੀਆਂ ਟਾਪਾਂ ਸੁਣ ਕੇ ਫਕੀਰ ਬਾਹਰ ਨਿਕਲਿਆ, ਹੈਰਾਨ ਹੋ ਗਿਆ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਾਹਮਣੇ ਘੋੜੇ ਤੇ ਸਵਾਰ ਨੇ। ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਰਕਾਬਾਂ ਸਮੇਤ ਜੋ ਚਰਨ ਹੈ ਹਜੂਰ ਦੇ ਸੀਸ ਰੱਖਿਆ, ਤੇ ਸਤਿਗੁਰੂ ਜੀ ਪਿਆਰ ਨਾਲ ਉਤਰਦਿਆਂ ਹੋਇਆਂ ਕਹਿੰਦੇ, ਫਕੀਰਾ ਤੂੰ ਇੰਨੇ ਪਿਆਰ ਨਾਲ ਬੈਠਾ ਯਾਦ ਕਰਦਾ, ਸਾਨੂੰ ਰਾਹ 'ਚ ਰੁਕਣ ਵੀ ਨਹੀਂ ਤੂੰ ਦਿੱਤਾ, ਕਿਉਂਕਿ ਮਹਾਰਾਜ ਪੜਾਅ ਵੀ ਨਹੀਂ ਕਿਤੇ ਕੀਤਾ। ਬੜੀ ਜਲਦੀ ਥੋੜਾ ਹੀ ਘੋੜਿਆਂ ਨੂੰ ਪਾਣੀ ਆਦਿ ਕਢਾ ਕੇ ਸਤਿਗੁਰੂ ਜੀ ਬੜੀ ਜਲਦੀ ਨਾਲ ਹੀ ਸਾਰਾ ਪੈਂਡਾ ਮੁਕਾਇਆ। ਤੇ ਸਤਿਗੁਰਾਂ ਨੇ ਉੱਥੇ ਫਿਰ ਕੇਸਰ ਦੇ ਛਿੱਟੇ ਦਿੱਤੇ ਸੀਗੇ, ਤੇ ਉਹ ਸਾਧ ਸੰਗਤ ਜੀ ਪਿੱਪਲ ਦੇ ਪੱਤਿਆਂ ਦੇ ਉੱਤੇ ਅੱਜ ਵੀ ਕੇਸਰ ਦੇ ਛਿੱਟੇ ਹੀ ਨਿਕਲਦੇ ਆ ਨਾਲ, ਜਿਹੜਾ ਵੀ ਪੱਤਾ ਫੁੱਟੇ ਨਾ ਉਹਦੇ ਤੇ ਕੇਸਰ ਦੇ ਛਿੱਟਾਂ ਦੇ ਨਿਸ਼ਾਨ ਹੁੰਦੇ। ਮਹਾਰਾਜ ਨੇ ਉਸ ਪਿੱਪਲ ਦੇ ਰੁੱਖ ਨੂੰ ਫਿਰ ਹਰਿਆਂ ਭਰਿਆਂ ਕੀਤਾ, ਤੇ ਜਿਹੜੇ ਸਿੱਧ ਜਿਹੜੇ ਸੀ ਉਹਨਾਂ ਫਿਰ ਪਰਖਣਾ ਚਾਹਿਆ, ਕੋਈ ਸ਼ੇਰ ਬਣ ਕੇ ਵਿਖਾਵੇ, ਕੋਈ ਹਵਾ ਬੜੀ ਹਨੇਰੀ ਚਲਾਵੇ, ਕੋਈ ਕੰਕਰ ਸੁੱਟੇ। ਸਿੱਖ ਕਹਿੰਦੇ ਮਹਾਰਾਜ ਬੜੀ ਔਖੀ ਬਣੀ ਹੈ। ਮਹਾਰਾਜ ਕਹਿੰਦੇ ਤੁਹਾਡੇ ਤੱਕ ਨਹੀਂ ਆਉਂਦੀ ਭਾਈ, ਕੋਈ ਚੀਜ਼ ਤੇ ਬੈਠੇ ਰਹੋ। ਆਸਾ ਦੀ ਵਾਰ ਦਾ ਕੀਰਤਨ ਸਿੱਖ ਸੁਣਦੇ ਰਹੇ। ਅਖੀਰ ਫਿਰ ਸਿੱਧ ਜਿਹੜੇ ਸੀ ਨਾ ਸਾਰੀਆਂ ਸ਼ਕਤੀਆਂ ਵਰਤ ਕੇ ਮਹਾਰਾਜ ਦੇ ਚਰਨੀ ਆ ਕੇ ਪੈ ਗਏ। ਕਹਿੰਦੇ ਮਹਾਰਾਜ ਅਸੀਂ ਤਾਂ ਵੇਖਦੇ ਸਾਂ ਕਿ ਵਾਕਿਆ ਗੁਰੂ ਨਾਨਕ ਸਾਹਿਬ ਵਾਲੀ ਉਹੋ ਹੀ ਮਹਾਰਾਜ ਤੁਹਾਡੇ ਅੰਦਰ ਸ਼ਕਤੀ ਹੈ, ਗੁਰੂ ਨਾਨਕ ਸਾਹਿਬ ਹੀ ਹਨ, ਅਸੀਂ ਇਹ ਵੇਖਣਾ ਚਾਹੁੰਦੇ ਹਾਂ। ਮਹਾਰਾਜ ਕਹਿੰਦੇ ਸਿੱਧੋ ਕੀ ਵੇਖਿਆ? ਸਤਿਗੁਰੂ ਆਪ ਗੁਰੂ ਨਾਨਕ ਸਾਹਿਬ ਹੋ। ਇਹ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ। ਇਉਂ ਹੀ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਆ ਕਰਕੇ ਸਿੱਧਾਂ ਨੇ ਆਦੇਸ਼ ਕਿਹਾ, ਤੇ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਸਾਧ ਸੰਗਤ ਜੀ ਇਹਨਾਂ ਨੇ 24 ਪ੍ਰਸ਼ਨ ਕੀਤੇ ਆ। ਜਿਹੜੇ ਸਿੱਧਾਂ ਨੇ ਪ੍ਰਸ਼ਨ ਕੀਤੇ ਆ ਨਾ, ਉਹਨਾਂ ਪ੍ਰਸ਼ਨਾਂ ਨੂੰ ਵੀ ਮਹਾਰਾਜ ਨੇ ਸ਼੍ਰੀ ਮੁਖਵਾਕ ਕਰਕੇ ਆਪਣੇ ਸ਼੍ਰੀ ਕੰਠ ਤੋਂ ਉਚਾਰ ਕੇ ਬਾਣੀ ਵਿੱਚ ਲਿਖਾਇਆ ਹੈ। 4 ਪੌੜੀਆਂ ਵਿੱਚ ਪ੍ਰਸ਼ਨ ਨੇ। ਅੱਗੇ ਮਹਾਰਾਜ ਉੱਤਰ ਜਿਹੜੇ ਆ ਇਹਨਾਂ ਪ੍ਰਸ਼ਨਾਂ ਦੇ ਜਿਹੜੇ ਹਨ ਸਤਿਗੁਰੂ ਜੀ ਦੇਣਗੇ। ਤੋ ਇੱਕ ਇੱਕ ਪ੍ਰਸ਼ਨ ਹੀ ਜਿਹੜਾ ਵਿਸ਼ਰਾਮ ਤੱਕ ਹੀ ਪੜ੍ਹਿਓ, ਫਿਰ ਜ਼ਿਆਦਾ ਸਮਝ ਲੱਗੇਗੀ। ਸਤਿਗੁਰੂ ਜੀ ਦੇ ਇਉਂ ਕੋਲ ਇਹ ਪ੍ਰਸ਼ਨ ਕਰਦੇ ਹਨ। ਕਾਣ ਸੋ ਮੁਕਤਾ। ਸਤਿਗੁਰੂ ਜੀ ਦੇ ਕੋਲ ਪੁੱਛਿਆ ਹੈ ਇਹਨਾਂ ਸਿੱਧਾਂ ਨੇ, ਮਹਾਰਾਜ ਮੁਕਤ ਪੁਰਖ ਜਿਹੜਾ ਹੈ ਨਾ ਉਹ ਕੌਣ ਹੈ, ਇਹ ਦੱਸੋ। ਇਹ ਸਾਧ ਸੰਗਤ ਜੀ ਪ੍ਰਸ਼ਨ ਚੇਤੇ ਰੱਖਿਓ, ਕਿਉਂਕਿ ਫਿਰ ਜਿਨ੍ਹਾਂ ਨੂੰ ਕਥਾ ਦੇ ਸੁਣਨ ਦੀ ਇਕਾਗਰਤਾ ਹੋਵੇ ਨਾ, ਉਹੋ ਹੀ ਪ੍ਰਸ਼ਨ 'ਚੋਂ ਉੱਤਰ ਲੱਭ ਸਕਦਾ ਹੈ। ਤੇ ਜਿਹਨੂੰ ਪ੍ਰਸ਼ਨ ਹੀ ਨਾ ਚੇਤੇ ਹੋਵੇ ਉਹਨ ਉੱਤਰ ਕੀ ਲੈਣਾ? ਜਿਹਨੂੰ ਉੱਤਰ ਦੀ ਚੇਸ਼ਟਾ ਉਹਨੂੰ ਹੀ ਹੁੰਦੀ ਹੈ ਜਿਹਦੇ ਕੋਲ ਪ੍ਰਸ਼ਨ ਹੋਵੇ। ਤੇ ਸਾਧ ਸੰਗਤ ਜੀ ਪ੍ਰਸ਼ਨ ਜਿਹੜਾ ਨਾ ਉਹ ਚੇਤੇ ਜ਼ਰੂਰ ਰੱਖਣਾ, ਕਿਉਂਕਿ ਅੱਗੇ ਮਹਾਰਾਜ ਉੱਤਰ ਦੇਣਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਪੁੱਛਦੇ ਆ ਕਿ ਮਹਾਰਾਜ ਸੋ ਉਹ ਮੁਕਤ ਪੁਰਖ ਮਹਾਰਾਜ ਕੌਣ ਹੈ ਜਿਹਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਬੰਧਨ ਨਾ ਹੋਵੇ। ਕਾਣ ਸੋ ਜੁਗਤਾ। ਤੇ ਮਹਾਰਾਜ ਪਰਮੇਸ਼ਰ ਦੇ ਅੰਦਰ ਜੁਗਾਂ ਜੁਗਾਂ ਦੇ ਅੰਦਰ ਜਿਹੜਾ ਜੁਗਤਾ ਜੁੜਿਆ ਹੋਇਆ ਹੈ ਉਹ ਮਹਾਰਾਜ ਪੁਰਖ ਕੌਣ ਹੈ, ਆਪ ਦੱਸੋ। ਕਾਣ ਸੋ ਗਿਆਨੀ। ਮਹਾਰਾਜ ਸੋ ਸ੍ਰੇਸ਼ਟ ਜਿਹੜਾ ਗਿਆਨੀ ਹੈ ਉਹ ਕੌਣ ਹੈ? ਕਿਉਂਕਿ ਪੜਨ ਨਾਲ ਤੇ ਅਸੀਂ ਵੀ ਗਿਆਨੀ ਕਹਾਉਨੇ ਆ ਨਾ,
ਪਰ ਸਿੱਧ ਪੁੱਛਦੇ ਆ। ਸਿੱਧ ਕਿਹੜੇ ਘੱਟ ਗਿਆਨੀ ਸੀ, ਇਹਨਾਂ ਨੂੰ ਵੀ ਸਭ ਪਤਾ ਹੈ। 10ਵੇਂ ਦਵਾਰ ਵਿੱਚ ਸਵਾਸ ਚੜਾਉਣਾ ਜਾਣਦੇ ਆ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਬੜੇ ਸਵਾਲ ਇਹਨਾਂ ਕੀਤੇ ਸੀ, ਤੇ ਉਹ ਸਿੱਧ ਗੋਸ਼ਟ ਸਾਧ ਸੰਗਤ ਜੀ ਜਿਹੜੀ ਪਵਿੱਤਰ ਬਾਣੀ ਹੈ ਨਾ, ਉਹਦੇ ਅਰਥ ਕਰਨ ਲਈ ਕੇਵਲ ਪੜ੍ਹ ਕੇ ਅਰਥ ਵੀ ਕਰਨੇ ਬੜੇ ਦੁਸਤਰ ਹੈ। ਉਹ ਤਾਂ ਸਤਿਗੁਰੂ ਜੀ ਭਾਈ ਜਿਹਦੇ ਉੱਤੇ ਬਖਸ਼ਿਸ਼ ਕਰਦੇ ਆ, ਜਿਹਨੂੰ ਓਡੀ ਵੱਡੀ ਕਮਾਈ ਮਹਾਰਾਜ ਬਖਸ਼ਿਸ਼ ਕਰਦੇ, ਉਹਨੂੰ ਹੀ ਉਹ ਬਰੀਕੀਆਂ ਸਮਝ ਪੈਂਦੀਆਂ, ਕਿਉਂਕਿ ਸਿੱਧ ਜਿਹੜੀ ਹੈ ਨਾ ਉਹ ਬਹੁਤ ਬਰੀਕ ਗੱਲ ਮਹਾਰਾਜ ਤੋਂ ਪੁੱਛਦੇ ਆ। ਬੜੀ ਇਹੋ ਜੀ ਸੂਖਸ਼ਮ ਮਹਾਰਾਜ ਕੋਲੋਂ ਪੁੱਛਦੇ ਆ, ਕਿਉਂਕਿ ਆਪ ਗਿਆਨੀ ਨੇ, ਆਪ ਉਹਨਾਂ ਨੂੰ ਪਤਾ ਹੈ ਬਹੁਤ ਕੁਛ, ਪਰ ਉਸ ਪਰਮ ਪਰਮੇਸ਼ਰ ਦੇ ਸਰੂਪ ਤੱਕ ਪਹੁੰਚਣ ਲਈ, ਉਸ ਪਰਮ ਆਨੰਦ ਤੱਕ ਪਹੁੰਚਣ ਲਈ ਸਤਿਗੁਰਾਂ ਜੀ ਨੂੰ ਪੁੱਛਦੇ, ਮਹਾਰਾਜ ਤੁਹਾਡਾ ਮਾਰਗ ਕੀ ਹੈ? ਕਿਉਂਕਿ ਇਹਨਾਂ ਨੇ ਤਾਂ ਉਹ ਪਾਇਆ ਨਾ ਕਿ ਜਿੱਥੇ ਦਸਮ ਚ ਵੀ ਚੜ੍ਹ ਕੇ ਡੋਲ ਜਾਂਦੇ ਆ, ਪਰ ਮਹਾਰਾਜ ਨੂੰ ਪੁੱਛਦੇ ਆ ਕਿ ਬਿਨਾਂ ਡੋਲਣ ਵਾਲੀ ਅਵਸਥਾ ਤੁਹਾਡੇ ਕੋਲ ਕਿਹੜੀ ਹੈ? ਬੜੀਆਂ ਸੂਖਸ਼ਮ ਗੱਲਾਂ ਮਹਾਰਾਜ ਨੂੰ ਪੁੱਛੀਆਂ ਤੇ ਹਜੂਰ ਨੇ ਉਹਨਾਂ ਦਾ ਉੱਤਰ ਦਿੱਤਾ ਹੈ। ਇੱਥੇ ਸਤਿਗੁਰੂ ਜੀ ਨੂੰ ਇਹ ਪੁੱਛਦੇ ਹਨ, ਫਿਰ ਪੜ੍ਹਦੇ ਹੋ। ਕੌਣ ਸੋ ਗਿਆਨੇ, ਕਿਹੜਾ ਹੈ ਸੋ ਸ੍ਰੇਸ਼ਟ ਗਿਆਨੀ ਮਹਾਰਾਜ, ਜਿਹਨੂੰ ਗਿਆਨ ਹੋਵੇ, ਜਿਹਦੇ ਅੰਦਰ ਮਹਾਰਾਜ ਪ੍ਰਕਾਸ਼ ਹੋਵੇ ਸਰੂਪ ਦਾ। ਕੌਣ ਸੋ ਬਕਤਾ, ਤੇ ਮਹਾਰਾਜ ਬਕਤਾ ਕਥਨ ਕਰਨ ਵਾਲਾ ਗਿਆਨ ਨੂੰ ਕੌਣ ਹੈ? ਕਿਉਂਕਿ ਗਿਆਨ ਦਾ ਜਿਹੜਾ ਕਥਨ ਕਰਨਾ ਹੈ ਨਾ, ਇਹ ਵੀ ਸਾਧ ਸੰਗਤ ਜੀ ਜਦੋਂ ਕਿਸੇ ਤੇ ਅਸਰ ਹੀ ਨਹੀਂ ਹੁੰਦਾ ਤੇ ਉਹਦੇ ਕਥਨ ਕਰਨ ਦਾ ਕੀ ਲਾਭ ਹੈ ਫਿਰ? ਕਿਉਂਕਿ ਸੁਣਨ ਵਾਲਾ ਸਰੋਤਾ ਜਿਹੜਾ ਹੈ ਉਹਦਾ ਮਨ ਹੀ ਨਹੀਂ ਭਿੱਜਦਾ। ਸਤਿਗੁਰੂ ਜੀ ਨੂੰ ਪੁੱਛਦੇ, ਮਹਾਰਾਜ ਬਕਤੱਬ ਕਰਨ ਵਾਲਾ ਜਿਹੜਾ ਬਕਤਾ ਹੈ ਨਾ, ਗਿਆਨ ਦੇ ਕਥਨ ਕਰਨ ਵਾਲਾ, ਉਹ ਕੌਣ ਪੁਰਖ ਹੈ? ਕੌਣ ਸੋ ਗਿਰਹਿ, ਮਹਾਰਾਜ ਗ੍ਰਸਤੀ ਕੌਣ ਹੈ? ਸਫਲ ਗ੍ਰਸਤੀ ਜਿਹੜਾ ਉਹ ਮਹਾਰਾਜ ਕੌਣ ਹੈ? ਆਪ ਦੱਸੋ। ਕੌਣ ਉਦਾਸੇ, ਤੇ ਮਹਾਰਾਜ ਉਦਾਸੀ ਸਫਲ ਕਿਹੜਾ ਹੈ? ਕਿਉਂਕਿ ਸਤਿਗੁਰਾਂ ਜੀ ਨੇ ਉਦਾਸ ਨੂੰ ਵੀ ਉੱਥੇ ਖੰਡਨ ਕੀਤਾ ਹੈ ਨਾ, ਜਿੱਥੇ ਭਾਈ ਗ੍ਰਸਤ ਦੇ ਧੰਦਿਆਂ ਤੋਂ ਤੰਗ ਆ ਕਰਕੇ ਭੱਜ ਜਾਂਦੇ ਆ, ਮਖਟੂ ਹੋਏ ਕਾ ਕੰਨ ਪੜਾਏ, ਤੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਇਹ ਮਾਈ ਮੰਗਤ ਤ੍ਰਿਆ ਲੁਭਾਵੈ। ਮਾਂ ਕਹਿ ਕੇ ਮੰਗਦੇ ਆ ਤੇ ਰੂਪ ਵੇਖ ਕੇ ਲੁਭਾਏ ਮਾਨ ਹੁੰਦੇ ਆ, ਤੇ ਕਾਹਦਾ ਉਦਾਸ ਹੈ? ਇਸ ਭੇਖੇ ਥਾਮੋ ਗਿਰਹੋ ਭਲਾ ਜਿੱਥੋਂ ਕੋ ਵਰਸਾਏ। ਮਹਾਰਾਜ ਨੇ ਫਿਰ ਇਹ ਵੀ ਸ਼ਬਦ ਕਹੇ ਆ ਨਾ, ਕਿਉਂਕਿ ਇਹ ਘਰ-ਬਾਰ ਜੋ ਛੱਡ ਆਏ ਸੀਗੇ। ਸਤਿਗੁਰੂ ਜੀ ਨੂੰ ਪੁੱਛਦੇ, ਮਹਾਰਾਜ ਗ੍ਰਸਤੀ ਕਿਹੜਾ ਸਫਲ ਹੈ ਤੁਹਾਡੇ ਮਤ ਮੁਤਾਬਕ? ਤੇ ਮਹਾਰਾਜ ਉਦਾਸ ਜਿਹੜਾ ਹੈ ਨਾ, ਉਹ ਕਿਹੋ ਜਿਹਾ ਉਦਾਸ ਪੁਰਖ ਹੋਣਾ ਚਾਹੀਦਾ? ਕੌਣ ਹੈ ਉਦਾਸੀ ਸਫਲ? ਆਪ ਦੱਸੋ। ਕੌਣ ਸੋ ਕੀਮਤ ਪਾਏ ਜਿਉ, ਸੱਚੇ ਪਾਤਸ਼ਾਹ ਮਹਾਰਾਜ ਕੌਣ ਪੁਰਖ ਹੈ ਜਿਹੜਾ ਪਰਮੇਸ਼ਰ ਦੇ ਮਹਾਰਾਜ ਸਰੂਪ ਦੀ ਕੀਮਤ ਪਾ ਸਕਦਾ ਹੈ? ਉਹਨੂੰ ਮਹਾਰਾਜ ਸਰੂਪ ਨੂੰ ਪਾ ਕਰਕੇ ਨਿਹਾਲ ਹੋਣ ਵਾਲਾ ਜਿਹੜਾ ਕਿਹੜਾ ਪੁਰਖ ਹੈ ਜਿਹਦੇ ਸਰੂਪ ਦੀ ਕੀਮਤ ਪਾ ਸਕਦਾ ਹੋਵੇ? ਕਿਨ ਬਿਧ ਬਾਧਾ, ਕਿਨ ਬਿਧ ਬਾਧਾ। ਤੇ ਮਹਾਰਾਜ ਜੀਵ ਕਿਹੜੇ ਤਰੀਕੇ ਨਾਲ ਬੰਨਿਆ ਗਿਆ ਹੈ? ਇਹ ਮੋਹ ਮਮਤਾ ਦੇ ਜਿਹੜੇ ਬੰਧਨ ਹੈ, ਇਹ ਮਹਾਰਾਜ ਇਹਨਾਂ ਦੇ ਵਿੱਚ ਜੀਵ ਬੰਨਿਆ ਕਿਵੇਂ ਗਿਆ ਹੈ ਸੰਸਾਰ ਦੇ ਬੰਧਨਾਂ ਵਿੱਚ? ਕਿਨ ਬਿਧ ਛੂਟਾ, ਤੇ ਮਹਾਰਾਜ ਛੁੱਟ ਜੀਵ ਜਿਹੜਾ ਕਿਹੜੇ ਤਰੀਕੇ ਨਾਲ ਫਿਰ ਜਾਂਦਾ ਏ? ਕਿਨ ਬਿਧ ਆਵਣ ਜਾਵਣ ਟੂਟਾ। ਮਹਾਰਾਜ ਕਿਹੜਾ ਉਹ ਤਰੀਕਾ ਹੈ, ਕਿਹੜੀ ਉਹ ਵਿਧੀ ਹੈ ਜਿਸ ਤਰੀਕੇ ਨਾਲ ਜੀਵ ਦਾ ਆਉਣਾ ਜਨਮ ਲੈ ਕਰਕੇ ਤੇ ਮਰ ਕਰਕੇ ਜਾਣਾ ਜਿਹੜਾ ਹੈ, ਜੰਮਣ ਮਰਨ ਦਾ ਬੰਧਨ, ਇਹ ਟੂਟਾ ਟੁੱਟ ਜਾਂਦਾ ਹੈ, ਨਸ਼ਟ ਹੋ ਜਾਂਦਾ ਏ। ਕੌਣ ਕਰਮ, ਕੌਣ ਕਰਮ? ਤੇ ਮਹਾਰਾਜ ਸਕਾਮ ਕਰਮ ਕਿਹੜਾ ਹੈ? ਜਿਹੜੇ ਸਹਿਤ ਇੱਛਾ ਦੇ ਕੀਤੇ ਜਾਣ ਵਾਲਾ ਕਰਮ, ਉਹ ਕਿਹੜਾ ਹੈ? ਕੌਣ ਨਿਹਕਰਮਾ, ਤੇ ਮਹਾਰਾਜ ਨਿਸ਼ਕਾਮ ਕਰਮ ਜਿਹੜਾ ਹੈ ਉਹ ਕਿਹੜਾ ਹੈ? ਆਪ ਦੱਸੋ। ਕੌਣ ਸੋ ਕਹੈ ਕਹਾਏ ਜਿਉ, ਮਹਾਰਾਜ ਸਰੂਪ ਦੇ ਜਿਹੜੇ ਲੱਖਣ ਹੈ ਉਹ ਕੌਣ ਕਹਿੰਦਾ ਹੈ? ਤੇ ਅੰਦਰ ਮਹਾਰਾਜ ਕੌਣ ਕਹਾ ਰਿਹਾ ਹੈ? ਇਹ ਕਿਰਪਾ ਕਰਕੇ ਆਪ ਦੱਸੋ। ਕਹਿਣ ਵਾਲਾ ਕੌਣ ਹੈ ਤੇ ਕਹਾਉਣ ਵਾਲਾ ਕੌਣ ਹੈ? ਕੌਣ ਸੋ ਸੁਖੀਆ, ਮਹਾਰਾਜ ਸੁਖੀਆ ਦੱਸੋ ਕੌਣ ਹੈ ਇਸ ਜਗਤ ਦੇ ਅੰਦਰ ਜਿਹਨੂੰ ਸੁਖ ਹੋਵੇ? ਕੌਣ ਸੋ ਦੁਖੀਆ, ਤੇ ਮਹਾਰਾਜ ਦੁਖੀ ਪੁਰਖ ਕਿਹੜਾ ਹੈ? ਇਹ ਮਹਾਰਾਜ ਦੱਸੋ ਕਿ ਦੁਖੀ ਕੌਣ ਹੈ ਸੰਸਾਰ ਦੇ ਅੰਦਰ? ਕੌਣ ਸੋ ਸਨਮੁਖ, ਤੇ ਸਨਮੁਖ ਕੌਣ ਹੈ? ਕਿਉਂਕਿ ਅਸੀਂ ਵੀ ਦੁੱਖ ਸੁੱਖ ਦੀ ਪਰਿਭਾਸ਼ਾ ਨਾ ਆਪਣੇ ਤਰੀਕੇ ਨਾਲ ਬਣਾਈ ਹੁੰਦੀ ਹੈ। ਜਿਹਨੂੰ ਕੋਈ ਰੋਗ ਹੋਵੇ
ਤੇ ਪੈਸਾ ਦਮੜਾ ਪੱਲੇ ਨਾ ਹੋਵੇ ਬੜਾ ਦੁਖੀ ਹੈ ਕਹਿੰਦੇ। ਤੇ ਜਿਹੜਾ ਸਾਧ ਸੰਗਤ ਜੀ ਸਰੀਰ ਨਰੋਆ ਹੈ ਤੇ ਧਨ ਪਦਾਰਥ ਮਾਇਆ ਕੋਲ ਹੈ, ਆਪਾਂ ਕਹਿੰਦੇ ਬੜਾ ਸੁਖੀ ਹੈ। ਤੇ ਪਰ ਸਿੱਧਾ ਨੂੰ ਪਤਾ ਹੈ ਨਾ ਕਿ ਇਹਦੇ ਨਾਲ ਸੁਖੀ ਨਹੀਂ ਹੋਇਆ ਜਾਂਦਾ। ਇਸ ਕਰਕੇ ਮਹਾਰਾਜ ਨੂੰ ਪੁੱਛਦੇ ਆ, ਅਸੀਂ ਵੀ ਇਸ ਤਰ੍ਹਾਂ ਹੀ ਸੋਚਦੇ ਹਾਂ ਕਿ ਸੁਖੀ ਹੈ, ਪਰ ਸਾਧ ਸੰਗਤ ਜੀ ਨਹੀਂ। ਸੁਖੀ ਕੌਣ ਹੈ ਮਹਾਰਾਜ ਦੱਸਣਗੇ, ਕਿਉਂਕਿ ਸਿੱਧ ਪੁੱਛਦੇ ਪਏ ਮਹਾਰਾਜ ਸੁਖੀ ਕੌਣ ਹੈ, ਦੁਖੀ ਕੌਣ ਹੈ। ਤੇ ਮਹਾਰਾਜ ਫਿਰ ਪੁੱਛਦੇ ਆ ਸਤਿਗੁਰੂ ਜੀ ਨੂੰ, ਕੌਣ ਸੋ ਵੇਮੁਖੀਆ। ਮਹਾਰਾਜ ਵੇਮੁਖ ਕੌਣ ਹੈ, ਇਹੀ ਪੰਕਤੀ ਹੈ ਨਾ, ਦੁਬਾਰਾ ਪੜ੍ਹ ਦਿਓ। ਕੌਣ ਸੋ ਸਨਮੁਖ। ਹਾਂਜੀ, ਮਹਾਰਾਜ ਨੂੰ ਪੁੱਛਦੇ ਸਤਿਗੁਰੂ ਜੀ ਸਨਮੁਖ ਕੌਣ ਹੈ। ਪਰਮੇਸ਼ਰ ਦੇ ਹਰ ਵੇਲਾ ਜਿਹੜਾ ਪਰਮੇਸ਼ਰ ਨੂੰ ਨੇੜੇ ਜਾਣਦਾ ਹੈ, ਪਰਮੇਸ਼ਰ ਦੇ ਮਹਾਰਾਜ ਵਾਹਿਗੁਰੂ ਦੇ ਸਨਮੁਖ ਪੁਰਖ ਕੌਣ ਹੈ। ਕੌਣ ਵੇਮੁਖੀਆ। ਤੇ ਬੇਮੁਖ ਕੌਣ ਹੈ ਮਹਾਰਾਜ ਪਰਮੇਸ਼ਰ ਤੋਂ, ਇਹ ਆਪ ਕਿਰਪਾ ਕਰਕੇ ਦੱਸੋ। ਕਿਨ ਬਿਧ ਮਿਲਿਆ। ਮਹਾਰਾਜ ਕਿਹੜੀ ਵਿਧੀ ਹੈ ਜਿਹਦੇ ਨਾਲ ਪਰਮੇਸ਼ਰ ਦੇ ਨਾਲ ਮਿਲਿਆ ਜਾ ਸਕਦਾ ਹੈ। ਹੁਣ ਮਹਾਰਾਜ ਜੀ ਨੂੰ ਇਹ ਵੀ ਪੁੱਛਦੇ ਆ ਕਿ ਸਤਿਗੁਰੂ ਉਹ ਵਿਧੀ ਕਿਹੜੀ ਆ, ਉਹ ਤਰੀਕਾ ਕਿਹੜਾ ਹੈ ਜਿਸ ਨਾਲ ਪਰਮੇਸ਼ਰ ਨਾਲ ਮਿਲਿਆ ਜਾ ਸਕਦਾ ਏ। ਕਿਨ ਬਿਧ ਵਿਛਰਾ। ਤੇ ਉਹ ਮਹਾਰਾਜ ਕਿਹੜਾ ਤਰੀਕਾ ਜਿਹਦੇ ਕਰਕੇ ਕਿ ਜੀਵ ਉਹਨਾਂ ਤਰੀਕਿਆਂ 'ਚ ਫਸ ਕੇ, ਉਹਨਾਂ ਵਿਧੀਆਂ 'ਚ ਫਸ ਕੇ ਪਰਮੇਸ਼ਰ ਨਾਲੋਂ ਵਿਛੜ ਜਾਂਦਾ ਹੈ, ਟੁੱਟ ਜਾਂਦਾ ਏ। ਇਹ ਬਿਧ ਕੌਣ ਪ੍ਰਗਟਾਏ ਜਿਉ। ਮਹਾਰਾਜ ਆਪ ਹੀ ਦੱਸੋ, ਤੁਹਾਡੇ ਤੋਂ ਬਿਨਾਂ ਇਹ ਵਿਧੀ ਕੌਣ ਪ੍ਰਗਟ ਕਰਕੇ ਦੱਸ ਸਕਦਾ ਹੈ। ਤੁਸੀਂ ਮਹਾਰਾਜ ਕਿਰਪਾ ਕਰਕੇ ਦੱਸੋ। ਕੌਣ ਸੋ ਅੱਖਰ। ਮਹਾਰਾਜ ਉਹ ਅੱਖਰ, ਉਹ ਮੰਤਰ ਕਿਹੜਾ ਹੈ। ਜਿਤ ਧਾਵਤ ਰਹਿਤਾ। ਜਿਸ ਮੰਤਰ ਦੇ ਮਹਾਰਾਜ ਜਪਣੇ ਕਰਕੇ ਮਨ ਜਿਹੜਾ ਹੈ ਦੌੜਨ ਤੋਂ ਰਹਿ ਜਾਂਦਾ ਹੈ। ਕਿਉਂਕਿ ਇਹ ਦਸਮ ਦਵਾਰ ਵਿੱਚ ਵੀ ਸਵਾਸ ਚੜਾ ਕੇ ਕਈ ਕੁਝ ਵੇਖਦੇ, ਕਿਉਂਕਿ ਮਨ ਦੌੜਦਾ ਹੈ ਨਾ, ਮਨ ਨਹੀਂ ਇੱਕ ਥਾਂ ਤੇ ਟਿਕਦਾ। ਤੇ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਮਹਾਰਾਜ ਉਹ ਕਿਹੜਾ ਅੱਖਰ ਹੈ, ਕਿਹੜਾ ਮੰਤਰ ਹੈ ਜਿਸ ਮੰਤਰ ਕਰਕੇ ਮਨ ਜਿਹੜਾ ਹੈ ਧੌਂਦਾ ਹੋਇਆ ਦਸਾਂ ਦਿਸ਼ਾਵਾਂ ਵਿੱਚ ਦੌੜਦਾ ਹੋਇਆ ਰੁਕ ਜਾਂਦਾ ਹੈ। ਕੌਣ ਉਪਦੇਸ਼। ਮਹਾਰਾਜ ਉਹ ਕਿਹੜਾ ਉਪਦੇਸ਼ ਹੈ। ਜੇਤਾ ਦੁਖ ਸੁਖ ਸਮ ਸਹਤਾ। ਜਿਸ ਉਪਦੇਸ਼ ਦੇ ਸੁਣਨੇ ਕਰਕੇ ਮਹਾਰਾਜ ਦੁੱਖ ਤੇ ਸੁਖ ਸਮ ਬਰਾਬਰ ਕਰਕੇ ਸਹਾਰ ਲਈਦਾ ਹੈ, ਉਹ ਮਹਾਰਾਜ ਕਿਹੜਾ ਉਪਦੇਸ਼ ਆ, ਆਪ ਦੱਸੋ। ਕੌਣ ਸੋ ਚਾਲ। ਮਹਾਰਾਜ ਉਹ ਕਿਹੜੀ ਚਾਲੀ ਹੈ, ਕਿਹੜੀ ਮਰਿਆਦਾ ਹੈ। ਜਿਤ ਪਾਰ ਬ੍ਰਹਮ ਧਿਆਏ। ਜਿਸ ਕਰਕੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਨੂੰ ਮਹਾਰਾਜ ਧਿਆਇਆ ਜਾ ਸਕਦਾ ਹੈ, ਧਿਆਨ ਵਿੱਚ ਪਰਮੇਸ਼ਰ ਆ ਸਕਦਾ ਹੈ। ਕਿਉਂਕਿ ਮਹਾਰਾਜ ਜੀ ਨੇ ਕਿਹਾ ਨਾ ਕਿ ਧਿਆਨੀ ਜਿਹੜੇ ਉਹ ਧਿਆਨ ਲਾਉਂਦੇ ਆ, ਉਹਨਾਂ ਦੇ ਧਿਆਨ 'ਚ ਨਹੀਂ ਆ ਰਿਹਾ। ਗਿਆਨੀ ਗਿਆਨ ਕਮਾਉਂਦੇ, ਉਹਨਾਂ ਦੇ ਗਿਆਨ ਕਰਕੇ ਨਹੀਂ ਪਕੜਿਆ ਜਾ ਰਿਹਾ। ਸੋ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਆ ਸਿੱਧ, ਫਿਰ ਪੜ੍ਹ ਦਿਓ ਪੰਕਤੀ। ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ। ਮਹਾਰਾਜ ਉਹ ਕਿਹੜੀ ਚਾਲ ਹੈ, ਕਿਹੜੀ ਮਰਿਆਦਾ ਹੈ। ਸੱਚੇ ਪਾਤਸ਼ਾਹ ਜਿਸ ਮਰਿਆਦਾ ਦੇ ਨਾਲ, ਜਿਸ ਚਾਲੀ ਦੇ ਨਾਲ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਨੂੰ ਧਿਆਇਆ ਜਾ ਸਕਦਾ ਏ। ਕਿਨ ਬਿਧ ਕੀਰਤਨ ਗਾਏ ਜਿਉ। ਤੇ ਮਹਾਰਾਜ ਉਹ ਕਿਹੜੀ ਵਿਧੀ ਹੈ ਜਿਸ ਦੇ ਨਾਲ ਪਰਮੇਸ਼ਰ ਦਾ ਕੀਰਤਨ ਗਾਇਆ ਜਾ ਸਕਦਾ ਹੈ। ਕਿਉਂਕਿ ਕੀਰਤਨ ਜਿਹੜਾ ਨਾ, ਸਿੰਗੀ ਤਾਂ ਇਹ ਵੀ ਬਥੇਰੀ ਵਜਾਉਂਦੇ ਆ ਨਾ, ਸਿੰਗੀ ਵਜਾ ਵਜਾ ਕੇ ਉਸ ਨਾਦ ਵਿੱਚ ਬੜੇ ਮਸਤ ਹੁੰਦੇ ਆ, ਪਰ ਸਤਿਗੁਰੂ ਜੀ ਨੂੰ ਪੁੱਛਦੇ ਆ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਨਾਲ ਭਾਈ ਮਰਦਾਨਾ ਜੀ ਜਦੋਂ ਰਬਾਬ ਛੇੜਦੇ ਸੀ ਨਾ, ਤੇ ਸਿੱਧਾਂ ਨੇ ਵੇਖਿਆ ਸੀ ਸਮੇਰ ਪਰਬਤ ਤੇ ਚੱਲ ਚੀਜ਼ਾਂ ਜਿਹੜੀਆਂ ਸੀ ਅਚਲ ਹੋ ਗਈਆਂ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਹਜੂਰ ਨੇ ਸ਼ਬਦ ਦੀ ਧੁਨ ਆਲਾਪੀ ਸੀਗੀ ਨਾ, ਤੇ ਜੜ ਚੇਤਨ ਤੇ ਚੇਤਨ ਜੜ ਵਸਤੂਆਂ ਹੋ ਗਈਆਂ ਸੀ, ਵਿਸਮਾਦ ਹੋ ਗਿਆ ਸੀ। ਸਭ ਕੁਝ ਵੇਖ ਕੇ ਸਿੱਧ ਹੈਰਾਨ ਹੋ ਗਏ ਸੀ। ਮਹਾਰਾਜ ਨੂੰ ਪੁੱਛਦੇ ਆ ਸਤਿਗੁਰੂ ਜੀ, ਕਿਨ ਬਿਧ ਕੀਰਤਨ ਗਾਏ ਜੀ। ਉਹ ਕਿਹੜੀ ਵਿਧੀ ਹੈ ਮਹਾਰਾਜ ਕੀਰਤਨ ਦੇ ਗਾਉਣ ਦੀ। ਕਿਉਂਕਿ ਰਾਗਾਂ 'ਚ ਪਾ ਕੇ ਤਾਂ ਅਸੀਂ ਵੀ ਬਹੁਤ ਜਿਹੜਾ ਹੈ ਉਹ ਗਾ ਲੈਨੇ ਆ, ਪਰ ਸਾਧ ਸੰਗਤ ਜੀ ਗੁਰਮਤ ਕੀਰਤਨ ਸੰਗੀਤ ਦੇ ਵੀ ਕੁਝ ਨਿਯਮ ਹੈਗੇ। ਤੇ ਜੇ ਤਾਂ ਉਹ ਰਾਗ ਦਾ ਪ੍ਰਭਾਵ ਜਿਹੜਾ ਹੈ ਉਹ ਇੰਨਾ ਜ਼ਿਆਦਾ ਪਾ ਲਵੇ ਕਿ ਸ਼ਬਦ ਨੂੰ ਵਿੱਚੇ ਹੀ ਦਬਾ ਦੇਵੇ, ਜਿਹੜਾ ਹੈ ਉਹ ਅਲਾਪ ਤੇ ਤਾਨਾ ਜਿਹੜੀਆਂ ਇੰਨੀਆਂ ਲਾਵੇ ਕਿ ਸ਼ਬਦ ਜਿਹੜਾ ਸਰੋਤੇ ਨੂੰ ਭੁੱਲ ਹੀ ਜਾਵੇ, ਇਹ ਸਾਧ ਸੰਗਤ ਜੀ ਗੁਰਮਤ ਸੰਗੀਤ ਦੀ ਮਰਿਆਦਾ ਨਹੀਂ ਹੁੰਦੀ ਹੈ। ਸੋ ਭਾਈ ਨਿਰਮਲ ਸਿੰਘ ਜੀ ਗੁਰਮੁਖ ਪਿਆਰੇ ਜੋ ਸਾਧ ਸੰਗਤ ਜੀ ਪੰਥ ਨੂੰ ਸਦੀਵੀ ਵਿਛੋੜਾ ਦੇ ਗਏ ਨਾ, ਉਹਨਾਂ ਵਿੱਚ ਇਹ ਗੁਣ ਸੀਗਾ
ਰਾਗ ਵਿੱਚ ਮਹਾਰਾਜ ਦਾ ਸ਼ਬਦ ਗਾਉਂਦੇ ਸੀ, ਪਰ ਰਾਗ ਨੂੰ ਸ਼ਬਦ ਦੇ ਉੱਤੇ ਹਾਵੀ ਨਹੀਂ ਸੀ ਹੋਣ ਦਿੰਦੇ। ਸ਼ਬਦ ਨੂੰ ਹੀ ਰਾਗ ਦੇ ਉੱਤੇ ਹਾਵੀ ਰੱਖਦੇ ਸੀ। ਸ਼ਬਦ ਦੀ ਪ੍ਰੀਤ ਨਾਲ ਸਰੋਤਾ ਜੁੜਦਾ ਸੀ ਤੇ ਗਾਉਂਦੇ ਵੀ ਰਾਗ ਵਿੱਚ ਸੀਗੇ ਭਿੱਜ ਕਰਕੇ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਦਾ ਜਿਹੜਾ ਕੀਰਤਨ ਸਿੱਧਾ ਹੀ ਪੁੱਛੀ ਹੈ ਵਿਧੀ ਮਹਾਰਾਜ ਨੂੰ, ਮਹਾਰਾਜ ਕਿਨ ਵਿਧ ਕੀਰਤਨ ਗਾਏ ਜੀਓ। ਉਹ ਕਿਹੜੀ ਵਿਧੀ ਆ ਮਹਾਰਾਜ ਜਿਹਦੇ ਨਾਲ ਕੀਰਤਨ ਦੁਆਰਾ ਪਰਮੇਸ਼ਰ ਦਾ ਜਸ ਗਾਇਆ ਜਾ ਸਕਦਾ ਏ। ਗੁਰਮੁਖ ਮੁਕਤਾ। ਸਾਧ ਸੰਗਤ ਜੀ ਇੱਥੇ 4 ਪੌੜੀਆਂ 'ਚ ਪ੍ਰਸ਼ਨ ਆਏ ਤੇ ਹੁਣ ਮਹਾਰਾਜ ਅੱਗੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਤਰ ਦਿੰਦੇ ਆ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਸਿੱਧੋ ਪੁੱਛਿਆ ਸੀ ਨਾ ਕਿ ਮਹਾਰਾਜ ਮੁਕਤ ਪੁਰਖ ਕੌਣ ਹੈ, ਉਹ ਆਪ ਦੱਸੋ। ਤੇ ਸਤਿਗੁਰੂ ਜੀ ਕਹਿੰਦੇ ਨੇ ਗੁਰਮੁਖ ਮੁਕਤਾ। ਗੁਰਸਿੱਖੋ, ਜਿਹੜਾ ਗੁਰਮੁਖ ਹੁੰਦਾ ਹੈ ਨਾ, ਸਤਿਗੁਰੂ ਜੀ ਦੇ ਜਿਹੜਾ ਚਰਨਾਂ ਨਾਲ ਜੁੜ ਗਿਆ ਹੈ, ਕਿਉਂਕਿ ਜਿਹੜਾ ਗੁਰਮੁਖ ਹੈ ਸਾਧ ਸੰਗਤ ਜੀ, ਉਹਦੇ ਲੱਛਣ ਮਹਾਰਾਜ ਨੇ ਕਹੇ ਹੈ। ਦੁਖੀ ਨੂੰ ਵੇਖ ਕਰਕੇ ਉਹਦਾ ਦੁੱਖ ਤੋੜਨ ਦਾ ਯਤਨ ਕਰਦਾ, ਬੜੀ ਦਇਆ ਕਰਦੇ ਆ ਗੁਰਮੁਖ ਜੇ ਕਿਸੇ ਨੂੰ ਦੁਖੀ ਵੇਖ ਲੈਣ। ਜੇ ਕੋਈ ਸੁਖੀ ਹੈ ਨਾ ਬੜਾ ਹੀ, ਤੇ ਉਹਨੂੰ ਵੇਖ ਕੇ ਬੜੇ ਖੁਸ਼ ਹੁੰਦੇ ਆ ਕਿ ਭਾਈ ਮਹਾਰਾਜ ਨੇ ਇਹਨੂੰ ਦਾਤ ਦਿੱਤੀ ਹੈ, ਬੜਾ ਸੁਖੀ ਹੈ, ਖੁਸ਼ ਹੈ। ਤੇ ਫਿਰ ਸਾਧ ਸੰਗਤ ਜੀ ਜਿਹੜਾ ਵੀ ਕਾਰਜ ਕਰਦੇ ਆ ਨਾ ਗੁਰਮੁਖ ਸਤਿਗੁਰਾਂ ਜੀ ਤੋਂ ਆਗਿਆ ਲੈ ਕਰਕੇ ਕਰਦੇ ਆ, ਮਹਾਰਾਜ ਜੀ ਦੇ ਹੁਕਮ ਦੇ ਅਨੁਸਾਰ ਚੱਲਦੇ ਆ, ਆਪਣੀ ਮਤ ਨਹੀਂ ਵਰਤਦੇ ਹਨ। ਫਿਰ ਜੇ ਕੋਈ ਉਪਦੇਸ਼ ਨਹੀਂ ਨਾ ਲੈਣਾ ਚਾਹੁੰਦਾ, ਹੱਠ ਕਰਕੇ ਉਹਨੂੰ ਉਪਦੇਸ਼ ਨਹੀਂ ਦਿੰਦੇ, ਸੋਚਦੇ ਆ ਕਿ ਚੰਗਾ ਜਦੋਂ ਇਹਦੇ ਭਾਗ ਜਾਗਣਗੇ ਆਪੇ ਹੀ ਧਾਰਨ ਕਰ ਲੂਗਾ ਮਹਾਰਾਜ ਦਾ ਉਪਦੇਸ਼। ਹੱਠ ਕਰਕੇ ਮਹਾਰਾਜ ਦੀ ਸਿੱਖਿਆ ਕਿਸੇ ਨੂੰ ਨਹੀਂ ਦਿੰਦੇ, ਉਹ ਪ੍ਰੇਮ ਦੇ ਨਾਲ ਹੀ ਮਹਾਰਾਜ ਦੀ ਸਿੱਖਿਆ ਦਿੰਦੇ ਆ। ਇਹ ਨਹੀਂ ਕਿ ਤੈਨੂੰ ਮੰਨਣੀ ਪਊਗੀ ਤੇ ਉਹਦੇ ਪਿੱਛੇ ਨਹੀਂ ਪਏ ਰਹਿੰਦੇ। ਉਹ ਮਹਾਰਾਜ ਦੀ ਰਜਾ ਜਾਣਦੇ ਆ ਕਿ ਅਜੇ ਨਿਰੰਕਾਰ ਨੇ ਇਹਦੇ ਭਾਗਾਂ 'ਚ ਹੀ ਨਹੀਂ ਲਿਖਿਆ, ਜਦੋਂ ਮਹਾਰਾਜ ਲਿਖ ਦੂਗੇ ਆਪੇ ਸਮਝ ਇਹਨੂੰ ਪੈ ਜਾਊਗੀ। ਇਹ ਗੁਰਮੁਖ ਦੇ ਲੱਛਣ ਹੈ। ਸੱਚੇ ਪਾਤਸ਼ਾਹ ਕਿਹਾ, ਗੁਰਮੁਖ ਵੈਰ ਵਿਰੋਧ ਗਵਾਵੈ, ਗੁਰਮੁਖ ਸਗਲੀ ਗਣਤ ਮਿਟਾਵੈ। ਗੁਰਮੁਖ ਰੋਮ ਰੋਮ ਹਰ ਧਿਆਵੈ। ਮਹਾਰਾਜ ਜੀ ਨੇ ਗੁਰਮੁਖਾਂ ਦੇ ਲੱਛਣ ਸਤਿਗੁਰਾਂ ਜੀ ਨੇ ਬਾਣੀ ਦੇ ਅੰਦਰ ਕਹੇ ਹੈ। ਸਤਿਗੁਰੂ ਜੀ ਕਹਿੰਦੇ ਨੇ ਸਾਡੇ ਘਰ ਦੇ ਅੰਦਰ ਸਿੱਧੋ ਗੁਰਮੁਖ ਮੁਕਤ ਪੁਰਖ ਹੈ, ਉਹਨੂੰ ਕਿਸੇ ਪ੍ਰਕਾਰ ਦਾ ਕੋਈ ਬੰਧਨ ਨਹੀਂ। ਅੱਗੇ ਮਹਾਰਾਜ ਦੱਸਣਗੇ ਕਿ ਜਿਹੜੀ ਕੈਬਲ ਮੁਕਤੀ ਦੀ ਦਾਤ ਹੈ ਨਾ, ਉਹ ਗੁਰਮੁਖ ਮਹਾਰਾਜ ਕਹਿੰਦੇ ਭਾਈ ਸਾਡੇ ਘਰ ਦੇ ਅੰਦਰ ਪ੍ਰਾਪਤ ਕਰਦੇ ਆ, ਪਰਮੇਸ਼ਰ ਦੇ ਅੰਦਰ ਸਦਾ ਅਭੇਦ ਰਹਿੰਦੇ ਆ। ਜੀਵਨ ਮੁਕਤੀ ਦੀ ਦਾਤ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਗੁਰਮੁਖ ਪੁਰਖ ਕੋਲ ਹੁੰਦੀ ਹੈ। ਜਿਵੇਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਭਾਈ ਪਾਰੋ ਜੀ, ਭਾਈ ਸੁਧਾਰਨ, ਭਾਈ ਭਗੀਰਥ, ਇਹ ਸੱਚੇ ਪਾਤਸ਼ਾਹ ਜੀ ਦੇ ਸਾਰੇ ਸਿੱਖ ਜਿਹੜੇ ਆ ਮੁਕਤ ਪੁਰਖ ਨੇ। ਸਾਧ ਸੰਗਤ ਜੀ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿੰਨੇ ਮੁਕਤ ਪੁਰਖ ਪੈਦਾ ਕੀਤੇ ਆ। ਭਾਈ ਬਹਿਲੋ ਜੀ ਵਰਗੇ, ਭਾਈ ਸ਼ਾਲੋ ਜੀ ਵਰਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕੋਲ ਭਾਈ ਬਿਧੀ ਚੰਦ ਜੀ ਵੇਖੋ ਸਾਧ ਸੰਗਤ ਜੀ ਮੁਕਤੀ ਦੀ ਦਾਤ ਪਾਈ ਹੈ। ਫਿਰ ਇੰਨੇ ਸਾਧ ਸੰਗਤ ਜੀ ਗੁਰਮੁਖ ਜਿਹੜੇ ਆ ਉਹ ਮਹਾਨ ਹਨ। ਉਹਨਾਂ ਨੂੰ ਸਤਿਗੁਰਾਂ ਜੀ ਦੇ ਪਿਆਰ ਤੋਂ ਬਿਨਾਂ ਹੋਰ ਕੋਈ ਚੀਜ਼ ਚੰਗੀ ਨਹੀਂ ਲੱਗਦੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਿੱਧੋ ਗੁਰਮੁਖ ਜਿਹੜੇ ਆ ਉਹ ਮੁਕਤ ਪੁਰਖ ਹੁੰਦੇ ਆ। ਗੁਰਮੁਖ ਜੁਗਤਾ। ਮਹਾਰਾਜ ਕਹਿੰਦੇ ਜੁਗਾਂ ਜੁਗਾਂ ਦੇ ਅੰਦਰ ਪਰਮੇਸ਼ਰ ਦੇ ਨਾਲ ਜੁੜਿਆ ਹੋਇਆ ਵੀ ਮਹਾਰਾਜ ਕਹਿੰਦੇ ਗੁਰਮੁਖ ਹੀ ਹੈ। ਇਸੇ ਕਰਕੇ ਮਹਾਰਾਜ ਜੀ ਨੇ ਬਾਣੀ ਦੇ ਅੰਦਰ ਸ਼੍ਰੀ ਰਾਮਚੰਦਰ ਜੀ ਨੂੰ ਵੀ ਗੁਰਮੁਖ ਸ਼ਬਦ ਵਰਤ ਦਿੱਤਾ ਹੈ। ਮਹਾਰਾਜ ਕਿਹਾ ਗੁਰਮੁਖ ਸਾਇਰ ਪਾਹਣ ਤਾਰੇ। ਗੁਰਮੁਖ ਸੀਗੇ ਸ਼੍ਰੀ ਰਾਮਚੰਦਰ ਜੀ, ਤਾਂ ਕਰਕੇ ਪੱਥਰ ਤਾਰ ਦਿੱਤੇ ਉਹਨਾਂ ਨੇ ਸਮੁੰਦਰ ਦੇ ਉੱਤੇ ਰਾਮ ਦਾ ਨਾਮ ਲਿਖ ਕਰਕੇ। ਤੁਲਸੀਦਾਸ ਜੀ ਨੇ ਕਿਹਾ ਨਾਮ ਦੀ ਮਹਿਮਾ ਪ੍ਰਗਟ ਕੀਤੀ ਹੈ ਤੇ ਕਹਿੰਦੇ ਨੇ ਨਾਮ ਕੀ ਮਹਿਮਾ ਕਹਾਂ ਕਹੋ ਭਾਈ, ਰਾਮ ਨਾ ਸਕੈ ਰਾਮ ਗੁਣ ਗਾਈ। ਕਹਿੰਦੇ ਨਾਮ ਦੀ ਮਹਿਮਾ ਮੈਂ ਕੀ ਕਹਾਂ, ਸ਼੍ਰੀ ਰਾਮਚੰਦਰ ਜੀ ਵੀ ਅਵਤਾਰ ਹੁੰਦਿਆਂ ਹੋਇਆਂ ਵੀ ਨਾਮ ਦੀ ਮਹਿਮਾ ਨਹੀਂ ਸੀ ਪ੍ਰਗਟ ਕਰ ਸਕੇ। ਨਾਮ ਦੀ ਮਹਿਮਾ ਦੱਸਦੇ ਆ ਗੁਰਮੁਖ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜੁਗਾਂ ਜੁਗਾਂ ਦੇ ਅੰਦਰ ਜਿਹੜਾ ਗੁਰਮੁਖ ਹੈ ਨਾ ਉਹੀ ਪਰਮੇਸ਼ਰ ਦੇ ਨਾਲ ਜੁੜਿਆ ਹੁੰਦਾ ਏ। ਗੁਰਮੁਖ ਗਿਆਨੀ। ਮਹਾਰਾਜ ਕਹਿੰਦੇ ਗਿਆਨਵਾਨ ਵੀ ਭਾਈ ਗੁਰਮੁਖ ਹੈ ਸਿੱਧੋ, ਜਿਹਨੂੰ ਅੰਦਰ ਸਰੂਪ ਦਾ ਗਿਆਨ ਹੁੰਦਾ ਹੈ। ਜਦੋਂ ਗੁਰਮੁਖ ਗਿਆਨੀ ਕਥਾ ਕਰਦਾ ਨਾ ਤੇ ਸਾਧ ਸੰਗਤ ਜੀ ਉਹ ਹੈ ਜਿਵੇਂ ਬੰਦੂਕ ਵਿੱਚ ਗੋਲੀ ਭਰ ਕੇ ਫਿਰ ਚਲਾਈ ਹੈ। ਤੇ ਜਿਹੜਾ ਸਾਧ ਸੰਗਤ ਜੀ ਅੰਦਰ ਗਿਆਨੀ, ਜਿਵੇਂ ਅਸੀਂ ਫਿਰ ਬੋਲਦੇ ਹਾਂ ਉਹ ਫੋਕੇ ਫੈਰ ਹੀ ਹੈ, ਖੜਾ ਕੀ ਆਉਂਦਾ ਅੱਗੇ ਥੋੜਾ ਕੋਈ ਮਰਦਾ। ਗੋਲੀ ਵੱਜੇ ਤੇ ਸੀਨਾ ਚੀਰ ਜਾਂਦੀ ਹੈ
ਗੁਰਮੁਖ ਜਦੋਂ ਕਮਾਈ ਨਾਲ ਕਥਾ ਕਰਦੇ ਆ ਤੇ ਸਾਧ ਸੰਗਤ ਜੀ ਸੁਣਨ ਵਾਲੇ ਦਾ ਸੀਨਾ ਚੀਰਿਆ ਜਾਂਦਾ ਹੈ, ਬਰਾਗ ਦਾ ਛੇਕ ਪੈ ਜਾਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਸਰੂਪ ਦਾ ਗਿਆਨ ਹੈ ਨਾ ਉਹ ਗੁਰਮੁਖ ਨੂੰ ਹੈ। ਗਿਆਨੀ ਜਿਹੜੇ ਹੁੰਦੇ ਆ ਮਹਾਰਾਜ ਕਹਿੰਦੇ ਭਾਈ ਗੁਰਮੁਖ ਹਨ। ਇਹ ਸਤਿਗੁਰਾਂ ਜੀ ਨੇ ਗਿਆਨੀ ਦੇ ਲੱਛਣ ਕਹੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਕਿ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਉਹਨੂੰ ਗੁਰਮੁਖ ਕਹਿੰਦੇ ਸਾਧ ਸੰਗਤ ਜੀ ਜਿਹੜਾ ਕਿਸੇ ਦਾ ਡਰ ਨਹੀਂ ਮੰਨਦਾ ਤੇ ਨਾ ਕਿਸੇ ਨੂੰ ਡਰ ਦਿੰਦਾ ਹੈ। ਮਹਾਰਾਜ ਕਹਿੰਦੇ ਉਹਨੂੰ ਭਾਈ ਗਿਆਨੀ ਕਿਹਾ ਜਾਂਦਾ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਜਿਹਨੂੰ ਸਰੂਪ ਦਾ ਗਿਆਨ ਹੋਵੇ ਉਹ ਗੁਰਮੁਖ ਮਹਾਰਾਜ ਕਹਿੰਦੇ ਭਾਈ ਗਿਆਨੀ ਹੈ। ਸਾਡੇ ਘਰ ਦੇ ਅੰਦਰ ਗੁਰਮੁਖ ਬਕਤਾ, ਐਸਾ ਗੁਰਮੁਖ ਜਦੋਂ ਬਕਤੱਬ ਕਰਦਾ ਕਥਨ ਕਰਦਾ ਨਾ, ਭਾਈ ਗੁਰਦਾਸ ਜੀ ਜਦੋਂ ਕਥਾ ਕਰਿਆ ਕਰਦੇ ਤੇ ਸਰੋਤੇ ਸੁਣ ਕਰਕੇ ਐ ਨਿਮਗਨ ਹੋ ਜਾਂਦੇ। ਸਿੱਖ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ, ਮਹਾਰਾਜ ਭਾਈ ਗੁਰਦਾਸ ਜੀ ਜਦੋਂ ਕਥਾ ਕਰਦੇ ਚਿੱਤ ਨਹੀਂ ਕਰਦਾ ਉੱਠਣ ਨੂੰ। ਮਹਾਰਾਜ ਕਹਿੰਦੇ ਬਕਤੱਬ ਕਰਨ ਵਾਲੇ ਉੱਤਮ ਬਕਤੇ ਹਨ ਭਾਈ ਗੁਰਦਾਸ ਜੀ, ਆਪ ਕਮਾਈ ਕਰਦੇ ਆ, ਗੁਰੂ ਕੇ ਸਿੱਖ ਹਨ ਜਿਨ੍ਹਾਂ ਨੇ ਸਤਿਗੁਰਾਂ ਜੀ ਕੋਲੋਂ ਇੰਨੀਆਂ ਖੁਸ਼ੀਆਂ ਲਈਆਂ ਨੇ। ਇਸ ਕਰਕੇ ਮਹਾਰਾਜ ਕਹਿੰਦੇ ਜਿਹਨੂੰ ਸਰੂਪ ਦਾ ਗਿਆਨ ਹੈ ਉਹ ਗਿਆਨੀ ਹੈ ਤੇ ਉਹੋ ਹੀ ਮਹਾਰਾਜ ਕਹਿੰਦੇ ਭਾਈ ਬਕਤਾ ਬਣ ਕਰਕੇ ਕਥਨ ਕਰ ਸਕਦਾ ਹੈ। ਕਿਉਂਕਿ ਮਹਾਰਾਜ ਜੀ ਨੇ ਕਿਹਾ ਹੈ ਕਿ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੈ ਆਖੀ। ਜਿਹੜਾ ਅੱਖਾਂ ਨਾਲ ਵੇਖਦੇ ਆ ਨਾ ਤੇ ਸਾਧ ਸੰਗਤ ਜੀ ਪੜ੍ਹ ਕੇ ਤਾਂ ਰੱਟਾ ਮਾਰ ਕੇ ਕਥਾ ਕਰਨੀ ਤੇ ਫਿਰ ਭੁੱਲ ਜਾਈਦਾ ਹੈ, ਫਿਰ ਭੁੱਲ ਜਾਂਦੇ ਆ ਪ੍ਰਕਰਨ, ਵਿਸਰ ਜਾਂਦਾ ਹੈ ਸਭ ਕੁਝ। ਤੇ ਜਿੰਨੇ ਅੰਦਰੋਂ ਜੁੜ ਕੇ ਕਥਾ ਕਰਨੀ ਹੈ, ਜੋ ਉਹਨੂੰ ਅੰਦਰਲੇ ਚਕਸ਼ੂਆਂ ਨਾਲ ਦਿਖ ਰਿਹਾ ਹੈ ਉਹਨੇ ਉਹ ਹੀ ਬਿਆਨ ਕਰੀ ਜਾਣਾ ਕਿ ਸਤਿਗੁਰੂ ਜੀ ਦਾ ਸਰੂਪ ਹੈ ਜਿਹਾ। ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਕੌਤਕ ਕਰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਐਵੇਂ ਸਿੱਖ ਨੂੰ ਦਇਆ ਕਰਕੇ ਆਪਣੇ ਅਭੇਦ ਨਿਸ਼ਚੇ ਰੂਪੀ ਕੰਠ ਨਾਲ ਲਾ ਲੈਂਦੇ ਆ। ਸਤਿਗੁਰੂ ਇਉਂ ਦਿਆਲੂ ਹੈ, ਮਹਾਰਾਜ ਗੁਨਾਹਾਂ ਨੂੰ ਮਾਫ ਕਰ ਦਿੰਦੇ ਆ। ਇਉਂ ਜਦੋਂ ਵੇਖਦੇ ਆ ਨਾ ਸਤਿਗੁਰੂ ਜੀ ਦਾ ਸੁਭਾਅ, ਪਰਮੇਸ਼ਰ ਦੀ ਰਮਦੀ ਹੋਈ ਸ਼ਕਤੀ ਦਾ ਸਪਰਸ਼ ਪਾਉਂਦੇ ਆ ਤੇ ਉਸ ਗਿਆਨ ਸਰੂਪ ਦਾ ਦਰਸ਼ਨ ਕਰਕੇ ਉਹ ਕੁਝ ਬੋਲਦੇ ਆ ਜੋ ਕੁਝ ਵੇਖਦੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਿੱਧੋ ਕਹਿਣ ਨੂੰ ਤਾਂ ਹੁਣ ਗੱਲਾਂ ਕਰਨ ਨੂੰ ਕਹੀ ਜਾਈਏ, ਬੜੀਆਂ ਗੱਲਾਂ ਸੁਣਾ ਲਈਦੀਆਂ ਹਨ। ਜਿਵੇਂ ਸਾਧ ਸੰਗਤ ਜੀ ਉਹ ਪੰਡਤ ਜੀ ਕਥਾ ਕਰਦੇ ਹੁੰਦੇ ਸੀਗੇ। ਤੋ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੀ ਭੋਗ ਨਹੀਂ ਹਨ, ਇਸ ਕਰਕੇ 10 ਮਿੰਟ ਵੱਧ ਲਾ ਕੇ ਆਪਾਂ ਸਮਾਪਤੀ ਕਰ ਦਿਆਂਗੇ। ਤੋ ਉਹ ਜਦੋਂ ਕਥਾ ਕਰਿਆ ਕਰੇ ਕਿ ਰਾਮ ਦਾ ਨਾਮ ਜਿਹੜਾ ਨਾ ਉਹ ਸੰਸਾਰ ਸਮੁੰਦਰ ਤੋਂ ਤਾਰ ਨਾਲ ਹੈ। ਤੇ ਉਹ ਜਿਹੜੀ ਬੀਬੀ ਸੁਣਦੀ ਸੀ ਉਹਨੇ ਸ਼ਰਧਾ ਕੀਤੀ, ਉਹ ਸਾਖੀ ਸੁਣੀ ਹੋਵੇਗੀ ਸਤਸੰਗੀਆਂ, ਮੈਂ ਕੇਵਲ ਟੂਕ ਮਾਤਰ ਹੀ ਬੇਨਤੀ ਕਰਨੀ ਹੈ। ਤੇ ਉਹ ਸਾਧ ਸੰਗਤ ਜੀ ਆਪਣੇ ਘਰ ਵਾਲੇ ਵਾਸਤੇ ਖਾਣਾ ਲੈਣ ਕੇ ਜਾਂਦੀ ਸੀ ਤੇ ਇੱਕ ਦਿਨ ਨਾਸੀ ਮਲਾ ਮਿਲਿਆ ਤੋਂ ਦਰਿਆ ਤੁਰ ਕੇ ਹੀ ਲੰਘ ਗਈ ਸੀਗੀ ਰਾਮ ਦੇ ਨਾਮ ਦੇ ਆਸਰੇ ਤੇ ਉਹਨੇ ਸੋਚਿਆ ਇੱਕ ਦਿਨ ਕਿ ਬੜੀ ਸ਼ਕਤੀ ਮੈਨੂੰ ਮਿਲੀ ਹੈ ਨਿਸ਼ਚਾ ਕਰਨ ਨਾਲ, ਤੇ ਪੰਡਤ ਜੀ ਨੂੰ ਪ੍ਰਸ਼ਾਦ ਛਕਾਈਏ, ਜਿਨ੍ਹਾਂ ਦੇ ਸੁਣਨ ਕਰਕੇ ਜਿਨ੍ਹਾਂ ਦੇ ਕਥਨ ਕਰਕੇ ਮੈਨੂੰ ਇੰਨਾ ਬਲ ਮਿਲ ਗਿਆ। ਉਹ ਕਹਿਣ ਲੱਗੀ ਮਹਾਰਾਜ ਪੰਡਤ ਜੀ ਪ੍ਰਸ਼ਾਦ ਛਕਾਉਣਾ। ਤਿਆਰ ਹੋ ਗਏ ਝਾਟੀ, ਜਦੋਂ ਆਏ ਨਦੀ ਕਿਨਾਰੇ ਕਹਿੰਦੇ ਵੀ ਬੇੜੀ ਉਡੀਕ ਲਈਏ। ਕਹਿੰਦੀ ਮਹਾਰਾਜ ਬੇੜੀ ਕੀ ਕਰਨੀ ਹੈ, ਤੁਸੀਂ ਆਪ ਤਾਂ ਕਹਿੰਦੇ ਰਾਮ ਦਾ ਨਾਮ ਸੰਸਾਰ ਸਮੁੰਦਰ ਤੋਂ ਤਾਰਦਾ ਤੇ ਦਰਿਆ ਕੀ ਹੈ। ਉਹ ਸ਼ਰਮਿੰਦਾ ਫਿਰ ਬੋਲ ਨਾ ਸਕਿਆ ਕਿਉਂਕਿ ਕਹਿ ਤਾਂ ਅਸੀਂ ਵੀ ਲੈਨੇ ਆ ਨਾ। ਫਿਰ ਜਦੋਂ ਉਹ ਅੱਗੇ ਹੋ ਕਰਕੇ ਦਰਿਆ ਵਿੱਚ ਪ੍ਰਵੇਸ਼ ਕਰਨ ਲੱਗੀ, ਨਾਲ ਪੰਡਤ ਜੀ ਨਿਸ਼ਚਾ ਹੈ ਨਹੀਂ ਸੀ। ਜਦੋਂ ਗੋਤੇ ਆਉਣ ਲੱਗੇ ਕਹਿੰਦੇ ਨਾ ਬੀਬੀ ਮੈਂ ਤਾਂ ਕਹਿਣਾ ਹੀ ਜਾਣਦਾ, ਭਰੋਸਾ ਹੈ ਨਹੀਂ ਮੈਨੂੰ। ਤੇ ਸਾਧ ਸੰਗਤ ਜੀ ਕਹਿਣਾ ਕਥਨ ਕਰਨਾ ਹੋਰ ਗੱਲ ਹੈ, ਪਰ ਜਦੋਂ ਕਮਾਈ ਕਰਕੇ ਕੁਛ ਕਥਨ ਕਰੀਏ ਨਾ ਉਹਦੀ ਫਿਰ ਕਹੀ ਹੋਈ ਹੋਰ ਗੱਲ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਗੁਰਮੁਖਾਂ ਦੀ ਕਮਾਈ ਬੋਲਦੀ ਹੈ। ਜਿਵੇਂ ਖਾਲੀ ਗੱਡਾ ਲੰਘਦਾ ਨਾ ਗਿੱਲੇ ਥਾਂ ਤੋਂ ਤੇ ਓਨੀਆਂ ਲੀਹਾਂ ਨਹੀਂ ਪੈਂਦੀਆਂ, ਓਨੀ ਪੈੜ ਨਹੀਂ ਛੱਡਦਾ ਉਹ ਗੱਡਾ, ਪਰ ਜਦੋਂ ਭਾਰ ਲੱਦਿਆ ਹੋਵੇ ਨਾ ਉਹਦੇ ਉੱਤੇ ਲਿਫਦਾ ਹੋਇਆ ਜਾਂਦਾ, ਫਿਰ ਜਿੱਧਰ ਦੀ ਲੰਘਦਾ ਪੈੜਾਂ ਪਾ ਜਾਂਦਾ। ਗੁਰਮੁਖ ਸਾਧ ਸੰਗਤ ਜੀ ਬਾਣੀ ਦੇ ਗੁਣਾ ਕਰਕੇ ਇੰਨੇ ਲੱਦੇ ਹੁੰਦੇ ਆ, ਇੰਨੇ ਉਹਨਾਂ ਦੇ ਚਿੱਤ ਜਿਹੜੇ ਆ ਸਾਧ ਸੰਗਤ ਜੀ ਸਤਿਗੁਰਾਂ ਦੇ ਪਿਆਰ ਨਾਲ ਲੱਦੇ ਹੁੰਦੇ ਆ ਕਿ ਜਿੱਧਰ ਦੀ ਲੰਘਦੇ ਆ ਲੋਕ ਤੇ ਰਾਹਾਂ ਤੇ ਤੁਰਦੇ ਆ ਨਾ ਉਹ ਰਾਹ ਬਣਾ ਦਿੰਦੇ ਆ, ਉਹ ਆਪਣੀਆਂ ਪੈੜਾਂ ਛੱਡ ਦਿੰਦੇ ਆ। ਸੰਸਾਰ ਉਹਨਾਂ ਨੂੰ ਰਹਿ ਰਹਿ ਕੇ ਯਾਦ ਕਰਦਾ,
ਉਹਨਾਂ ਦੇ ਸੱਚਖੰਡ ਚਲੇ ਜਾਣ ਤੋਂ ਬਾਅਦ ਵੀ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ। ਉਹਨਾਂ ਗੁਰਮੁਖਾਂ ਦੀਆਂ ਸਤਪੁਰਸ਼ਾਂ ਦੀਆਂ ਬਰਸੀਆਂ ਮਨਾ ਕੇ ਅੱਜ ਵੀ ਉਹਨਾਂ ਨੂੰ ਪਿਆਰ ਨਾਲ ਯਾਦ ਕਰਦੇ ਆ, ਬੈਰਾਗ ਕਰਦੇ ਆ, ਕਿਉਂਕਿ ਗੁਰਮੁਖ ਹੀ ਸਾਧ ਸੰਗਤ ਜੀ ਸਤਿਗੁਰੂ ਦੇ ਸਰੂਪ ਦਾ ਗਿਆਨ ਪਾ ਕਰਕੇ ਜੋ ਵੇਖਦੇ ਆ ਉਸ ਨੂੰ ਬਕਤਾ ਬਣ ਕਰਕੇ ਕਥਨ ਕਰਦੇ ਆ, ਤੇ ਜਿਹੜੇ ਫਿਰ ਸੁਣਦੇ ਆ ਨਾ ਉਹ ਸਰੋਤੇ ਸਾਧ ਸੰਗਤ ਜੀ ਨਿਹਾਲ ਹੋ ਜਾਂਦੇ, ਉਹਨਾਂ ਤੇ ਅਸਰ ਹੁੰਦਾ ਹੈ। ਮਹਾਰਾਜ ਕਹਿੰਦੇ ਭਾਈ ਗੁਰਮੁਖ ਸਰੂਪ ਦੇ ਗਿਆਨ ਵਾਲਾ ਹੀ ਬਕਤਾ ਹੋ ਸਕਦਾ, ਕਥਨ ਕਰਨ ਵਾਲਾ। ਧਨ ਗਿਰਹੇ ਮਹਾਰਾਜ ਕਹਿੰਦੇ ਭਾਈ ਧਨ ਹੈ ਗੁਰਮੁਖ ਹੀ ਗ੍ਰਸਤੀ ਹੋ ਸਕਦਾ ਹੈ, ਸਫਲ ਗ੍ਰਸਤੀ। ਕਿਉਂਕਿ ਮਹਾਰਾਜ ਨੇ ਕਿਹਾ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਸਤਿਗੁਰੂ ਜੀ ਕਹਿੰਦੇ ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਮਹਾਰਾਜ ਕਹਿੰਦੇ ਉਹ ਗ੍ਰਸਤੀ ਧਨ ਮੈਂ, ਇਹ ਨਹੀਂ ਕਿ ਜਿਹੜਾ ਵੀ ਕੋਈ ਪਾਪ ਛਲ ਕਰਕੇ ਵਲ ਕਰਕੇ ਫਿਰ ਘਰ ਨੂੰ ਲਈ ਆਵੇ, ਤੇ ਸਤਿਗੁਰਾਂ ਨੇ ਉਹਦੇ ਬਾਬਤ ਗ੍ਰਸਤੀ ਸਫਲ ਨਹੀਂ ਕਿਹਾ। ਸਤਿਗੁਰੂ ਪਾਤਸ਼ਾਹ ਜੀ ਨੇ ਉਸ ਨੂੰ ਕਿਹਾ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਪਹਿ ਆਨ ਲਟਾਵੈ, ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿ ਲੀਜੈ। ਐਸਾ ਗ੍ਰਸਤੀ ਸਫਲ ਨਹੀਂ, ਮਹਾਰਾਜ ਨੇ ਕਿਹਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਸਿੱਖ ਸਿੱਖਣੀ ਮਿਲ ਬਹਿ, ਚਰਚਾ ਕਰੈ ਅਪਾਰ, ਭਜਨ ਸਿਖਾਵੈ ਪੁੱਤਰ ਕੋ ਹਰ ਭਜ ਬਾਰੰਬਾਰ। ਉਹ ਗ੍ਰਸਤੀ ਸਫਲ ਕਿਹਾ ਸੱਚੇ ਪਾਤਸ਼ਾਹ ਜੀ ਨੇ। ਦਸਾਂ ਨੌਹਾਂ ਦੀ ਕਿਰਤ ਕਰਕੇ ਵੰਡ ਕੇ ਛਕਣ ਵਾਲਾ ਗ੍ਰਸਤੀ ਸਫਲ ਕਿਹਾ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ। ਹਜੂਰ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਗੁਰਮੁਖ ਗ੍ਰਸਤੀ ਸਫਲ ਹੈ, ਕਿਉਂਕਿ ਗੁਰਮੁਖ ਮਾਇਆ ਵਿੱਚ ਉਦਾਸੀ, ਗੁਰਮੁਖ ਮਾਇਆ ਵਿੱਚ ਹੀ ਰਹਿੰਦੇ ਹੋਏ ਉਦਾਸ ਬਿਰਤੀ ਰੱਖਦੇ ਹੈ। ਸਤਿਗੁਰੂ ਜੀ ਦੱਸਦੇ ਹਨ ਕਿ ਗੁਰਮੁਖ ਹੀ ਗ੍ਰਸਤੀ ਜਿਹੜਾ ਸਫਲ ਹੈ। ਧਨ ਹਨ ਉਹ ਗ੍ਰਸਤੀ, ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਹੀ ਸਾਧ ਸੰਗਤ ਜੀ ਉਹਨਾਂ ਨੇ ਕਿਹੋ ਜਿਹਾ ਗ੍ਰਸਤ ਧਾਰਨ ਕੀਤਾ ਹੋਇਆ ਹੈ। ਸੰਤੋਖ ਨੂੰ ਪਿਤਾ ਬਣਾਇਆ ਹੋਇਆ ਹੈ, ਖਿਮਾ ਨੂੰ ਮਾਤਾ ਬਣਾ ਲਿਆ ਹੈ, ਧੀਰਜ ਉਹਨਾਂ ਦੀ ਧੀ ਹੈ, ਗਿਆਨ ਉਹਨਾਂ ਦਾ ਪੁੱਤਰ ਹੈ। ਐਸੇ ਗ੍ਰਸਤ ਦੇ ਅੰਦਰ ਗੁਰਮੁਖ ਜਿਹੜੇ ਸਾਧ ਸੰਗਤ ਜੀ ਰਹਿੰਦੇ ਆ, ਉਹ ਗ੍ਰਸਤ ਨਹੀਂ ਕਿ ਸ਼ਰੀਰਾਂ ਦੇ ਮੋਹ ਵਿੱਚ ਮਾਰੇ ਹੋਏ, ਵਾਸ਼ਨਾ ਦੇ ਵਿੱਚ ਫਸੇ ਹੋਏ, ਇਸਤਰੀ ਦੇ ਵਿਸ਼ੇ ਵਾਸ਼ਨਾ ਦੀਆਂ ਜਿਹੜੀਆਂ ਸਾਧ ਸੰਗਤ ਜੀ ਕਲੋਲਾਂ ਨੇ ਉਹ ਬੇੜੀਆਂ ਬਣ ਪੈੜਾਂ 'ਚ ਪਈਆਂ ਤੇ ਸਿੱਖੀ ਨਹੀਂ ਕਮਾਈ ਜਾਂਦੀ। ਇਹੋ ਜਿਹਾ ਗ੍ਰਸਤੀ ਧਨ ਨਹੀਂ ਕਿਹਾ ਸੱਚੇ ਪਾਤਸ਼ਾਹ ਨੇ, ਇਹੋ ਜਿਹਾ ਗ੍ਰਸਤੀ ਸਫਲ ਨਹੀਂ ਕਿਹਾ ਸੱਚੇ ਪਾਤਸ਼ਾਹ ਜੀ ਨੇ। ਜਦੋਂ ਧਰਮ ਵਾਸਤੇ ਲੋੜ ਪੈਂਦੀ ਹੈ, ਇਸਤਰੀ ਇਹੋ ਜੀ ਮੋਹ ਦੀ ਬੇੜੀ ਪਾ ਕੇ ਮਰਦ ਦੇ ਪੈਰਾਂ 'ਚ ਪੈ ਜਾਵੇ ਤੇ ਧਰਮ ਲਈ ਉਸ ਨੂੰ ਕੁਰਬਾਨੀ ਨਹੀਂ ਕਰਨ ਦਿੰਦੀ। ਇਹ ਰਾਏ ਜੋਧ ਜੀ ਦੀ ਇਸਤਰੀ ਸੀ, ਜਿਸ ਨੇ ਕਿਹਾ ਸੀ ਪਤੀ ਦੇਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਾਸਤੇ ਲੜਦਿਆਂ ਹੋਇਆਂ ਜੇ ਗੋਲੀ ਛਾਤੀ ਵਿੱਚ ਖਾਵੇਂਗਾ ਤੇ ਮੈਂ ਆਪਣੇ ਆਪ ਨੂੰ ਧਨ ਸਮਝਾਂਗੀ। ਤੇ ਰਾਏ ਜੋਧ ਨੇ ਸਾਧ ਸੰਗਤ ਜੀ 22 ਫੱਟ ਖਾਦੇ ਸੀ। ਸਤਿਗੁਰਾਂ ਜੀ ਨੇ ਵੱਡੀ ਬਖਸ਼ਿਸ਼ ਕੀਤੀ ਸੀ, ਇਹ ਯੁੱਧ ਮਹਾਰਾਜ ਫਤਿਹ ਕੀਤਾ ਸੀ। ਜਿਉਂਦਿਆਂ ਰਾਏ ਜੋਧ ਨੂੰ ਲੈ ਕੇ ਆਏ ਸੀ ਤੇ ਹਜੂਰ ਨੇ ਉਹਦੀ ਘਰਵਾਲੀ ਨੂੰ ਵਰ ਦਿੱਤਾ ਸੀ, ਦੋਹਾਂ ਲੋਕਾਂ ਵਿੱਚ ਸੁਹਾਗਣ ਰਹੇਂਗੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਿਸ਼ ਕਰਦੇ। ਉਹ ਗ੍ਰਸਤੀ ਸਫਲੇ ਹੈ ਜਿਹੜੇ ਲੋੜ ਪੈਣ ਤੇ ਫਿਰ ਧਰਮ ਵਾਸਤੇ ਕੁਰਬਾਨੀ ਵੀ ਕਰਦੇ ਆ। ਤੇ ਜਿਹੜੇ ਸਾਧ ਸੰਗਤ ਜੀ ਸਭ ਕੁਝ ਇਕੱਠਾ ਕਰਕੇ ਘਰ ਨੂੰ ਹੀ ਲਈ ਜਾਂਦੇ ਆ, ਕੋਈ ਪਰਉਪਕਾਰ ਨਹੀਂ, ਕੋਈ ਦਸਾਂ ਨੌਹਾਂ ਦੀ ਕਿਰਤ ਨਹੀਂ, ਪਰਿਵਾਰ ਵਾਸਤੇ ਵਾਲਸ਼ਾਲ ਹੈ। ਮਹਾਰਾਜ ਕਹਿੰਦੇ ਉਹ ਗ੍ਰਸਤੀ ਗਲੀਚ ਹੈ, ਉਹ ਗ੍ਰਸਤੀ ਅਪਮਾਨਯੋਗ ਹੈ, ਕਿਉਂਕਿ ਉਸਨੇ ਸਤਿਗੁਰਾਂ ਦੀ ਸਿੱਖੀ ਨਹੀਂ ਧਾਰਨ ਕੀਤੀ, ਕਦੇ ਮਹਾਰਾਜ ਦਾ ਮੰਤਰ ਨਹੀਂ ਕਮਾਇਆ। ਕਾਹਦਾ ਗ੍ਰਸਤੀ ਆ ਉਹ? ਤੇ ਸਾਧ ਸੰਗਤ ਜੀ ਉਹ ਆਪਣੇ ਆਪ ਨੂੰ ਕਈ ਗ੍ਰਸਤੀ ਸਮਝਦੇ ਹੋਏ ਹੀ ਸਿੱਖੀ ਕਮਾਉਂਦੇ ਹੈ ਨਹੀਂ, ਤੇ ਕਹਿੰਦੇ ਅਸੀਂ ਬੜਾ ਧਨ ਗ੍ਰਸਤ ਧਰਮ ਧਾਰਨ ਕੀਤਾ ਹੋਇਆ ਹੈ। ਕਿਉਂਕਿ ਕਹਿੰਦੇ ਭਾਈ ਗੁਰਦਾਸ ਜੀ ਨੇ ਕਿਹਾ ਸਗਲ ਸ੍ਰਿਸ਼ਟ ਮੈਂ ਗ੍ਰਸਤ ਪ੍ਰਧਾਨ। ਉਹ ਤਾਂ ਕਿਹਾ ਹੈ ਜੇ ਗੁਰੂ ਸਾਹਿਬ ਦੀ ਸਿੱਖੀ ਦੇ ਅਸੂਲਾਂ ਨੂੰ ਕਮਾਉਂਦਾ ਹੈ। ਤੇ ਜੇ ਸਾਧ ਸੰਗਤ ਜੀ ਵਲਛਲ ਤੇ ਫਰੇਬ ਤੇ ਕੁਕਰਮ ਤੇ ਵਿਸ਼ਿਆਂ ਰਸਾਂ ਵਿੱਚ ਫਸਿਆ ਹੋਇਆ, ਪਦਾਰਥਾਂ ਦੇ ਇਕੱਠੇ ਕਰਨ ਵਿੱਚ ਫਸਿਆ ਹੋਇਆ, ਉਸ ਗ੍ਰਸਤੀ ਨੂੰ ਧਨ ਨਹੀਂ ਕਿਹਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਮੁਖ ਗ੍ਰਸਤੀ ਧਨ ਹੈ ਸਿੱਧੋ ਸਾਡੇ ਘਰ ਦੇ ਅੰਦਰ। ਉਦਾਸੇ ਗੁਰਮੁਖ ਤੇ ਉਦਾਸੀ ਵੀ ਮਹਾਰਾਜ ਕਹਿੰਦੇ ਭਾਈ ਗੁਰਮੁਖ ਹਨ ਜਿਨ੍ਹਾਂ ਨੇ ਗ੍ਰਸਤ ਧਰਮ ਨੂੰ ਧਾਰਨ ਨਹੀਂ ਕੀਤਾ, ਉਹ ਵੀ ਸਫਲੇ ਹੈ। ਕਿਉਂ ਸਫਲੇ ਹੈ? ਮਹਾਰਾਜ ਜੀ ਨੇ ਕਿਹਾ, ਕਬੀਰ ਜੀ ਦੀ ਬਾਣੀ ਹੈ ਨਾ, ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ, ਨਾਹੇ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰੈ ਤਾ ਕੋ ਬੜੋ ਅਭਾਗ। ਉਹਦੇ ਜਿੰਨੇ ਫਿਰ ਖੋਟੇ ਭਾਗ ਹੈ ਨਹੀਂ। ਉਦਾਸੀ ਹਨ ਮਹਾਰਾਜ ਕਹਿੰਦੇ ਭਾਈ ਗੁਰਮੁਖ ਉਹ ਸਫਲੇ ਹੈ, ਕਿਉਂ ਗੁਰਮੁਖ ਗ੍ਰਸਤ ਵਿੱਚ ਵੀ ਉਹੋ ਜਿਹੇ ਰਹਿੰਦੇ ਹੈ, ਉਦਾਸ ਬਿਰਤੀ ਧਾਰਨ ਕੀਤੀ ਹੈ ਤਾਂ ਵੀ ਉਹ ਉਹੋ ਜਿਹੀ ਹੈ। ਨਿਰਲੇਪ ਹਨ, ਜਿਵੇਂ ਮੁਰਗਾਬੀ ਦੇ ਖੰਭ ਪਾਣੀ ਵਿੱਚ ਨਹੀਂ ਨਾ ਭਿੱਜਦੇ,
ਇਵੇਂ ਸਾਧ ਸੰਗਤ ਜੀ ਗੁਰਮੁਖਾਂ ਦੇ ਬਿਰਤੀ ਰੂਪੀ ਖੰਭ ਜਿਹੜੇ ਆ ਨਾ ਉਹ ਪਦਾਰਥਾਂ ਰੂਪੀ ਜਲ ਦੇ ਅੰਦਰ ਨਹੀਂ ਭਿੱਜਦੇ। ਸਿੱਧਾਂ ਨੇ ਕਈ ਕੁਛ ਕੀਤਾ ਹੋਇਆ ਹੈ, ਕੰਨ ਪੜਾਏ ਹੋਏ ਆ, ਸਵਾਹ ਮਲੀ ਹੋਈ ਹੈ, ਪਰ ਫਿਰ ਵੀ ਇਸਤਰੀ ਵੇਖ ਕੇ ਲੁਭਾਏਮਾਨ ਹੋ ਜਾਂਦੇ ਆ। ਉਦਾਸੀ ਬਿਰਤੀ ਧਾਰਨ ਕੀਤੀ ਹੋਈ ਹੈ ਨਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਿਹਾ ਸੀ ਸਿੱਧਾਂ ਨੂੰ, ਜੋਗੀਆਂ ਨੂੰ, ਮਹਾਰਾਜ ਨੇ ਦੱਸਿਆ ਸੀ ਲੱਛਣ, ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੇਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤ, ਐਸਾ ਉਦਾਸੀ ਧਨ ਗੁਰਮੁਖ ਸਫਲ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਭਾਈ ਵਾਹਿਗੁਰੂ ਦੇ ਉੱਤੇ ਟੇਕ ਰੱਖੀ ਹੈ, ਪਰਮੇਸ਼ਰ ਦਾ ਆਸਰਾ ਰੱਖਿਆ ਹੈ, ਐਸਾ ਗੁਰਮੁਖ ਉਦਾਸੀ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਧਨ ਹੈ, ਸਫਲ ਹੈ। ਤੇ ਗੁਰਮੁਖ ਗ੍ਰਸਤੀ ਵੀ ਉਦਾਸੀ ਹੁੰਦੇ ਹੈ। ਉਦਾਸੀ ਹੋ ਕਰਕੇ ਵੀ ਸਾਧ ਸੰਗਤ ਜੀ ਗ੍ਰਸਤੀਆਂ ਵਾਂਗ ਕੀ ਹੈ ਕਿ ਉਹ ਆਪਣੇ ਪੰਥ ਦੇ ਅੰਦਰ ਬਹੁਤ ਜ਼ਿਆਦਾ ਫਿਕਰ ਰੱਖਦੇ ਹੈ, ਗੁਰਸਿੱਖਾਂ ਦੀ ਸੰਭਾਲ ਰੱਖਦੇ ਹੈ। ਇਉਂ ਸੱਚੇ ਪਾਤਸ਼ਾਹ ਜੀ ਕਹਿੰਦੇ ਦੋਵਾਂ ਅਵਸਥਾ ਵਿੱਚ ਹੀ ਭਾਈ ਗੁਰਮੁਖ ਧਨ ਹਨ। ਗੁਰਮੁਖ ਕੀਮਤ ਪਾਏ ਜਿਉ, ਗੁਰਮੁਖ ਹੀ ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਦੀ ਕੀਮਤ ਪਾ ਸਕਦੇ ਆ ਗੁਰਾਂ ਜੀ ਦੁਆਰਾ। ਪਰਮੇਸ਼ਰ ਦੇ ਵਿੱਚ ਅਭੇਦ ਹੋਣ ਦੀ ਕੀਮਤ ਜਿਹੜੀ ਆ ਗੁਰਮੁਖ ਜਾਣਦੇ ਆ ਕਿ ਪਰਮੇਸ਼ਰ ਦੇ ਵਿੱਚ ਅਭੇਦ ਹੋਣ ਦੀ ਕੀ ਕੀਮਤ ਹੈ, ਇਸ ਦੇ ਬਰਾਬਰ ਹੋਰ ਕੁਝ ਨਹੀਂ ਤੁਲ ਸਕਦਾ। ਇਹ ਗੁਰਮੁਖ ਹੀ ਮਹਾਰਾਜ ਕਹਿੰਦੇ ਭਾਈ ਜਾਣਦੇ ਹਨ। ਉਦਾਸੀ ਵੀ ਗੁਰਮੁਖ ਹੁੰਦਾ ਹੈ, ਗ੍ਰਸਤੀ ਵੀ ਮਹਾਰਾਜ ਕਹਿੰਦੇ ਭਾਈ ਗੁਰਮੁਖ ਹੀ ਹੋ ਸਕਦਾ ਹੈ। ਜੇ ਗੁਰਮੁਖ ਨਹੀਂ ਤੇ ਗ੍ਰਸਤੀ ਵੀ ਗਲੀਚ ਹੈ, ਜੇ ਗੁਰਮੁਖ ਨਹੀਂ ਤਾਂ ਉਦਾਸੀ ਵੀ ਧੰਦਿਆਂ 'ਚ ਹੀ ਫਸੇ ਹੁੰਦੇ ਆ। ਸਾਧ ਸੰਗਤ ਜੀ ਉਹ ਹਾਲਤ ਹੁੰਦੀ ਹੈ, ਨਾਰ ਮਰੈ ਘਰ ਸੰਪਤ ਨਾਸੀ, ਮੂੰਡ ਮੁਨਾਏ ਭਏ ਸੰਨਿਆਸੀ। ਘਰ ਵਾਲੀ ਮਰ ਗਈ, ਸੰਪਦਾ ਨਾਸ਼ ਹੋ ਗਈ, ਕਹਿੰਦੇ ਓਹੋ ਜਗਤ ਮਿੱਥਿਆ, ਚਲੋ ਸੰਨਿਆਸੀ ਬਣ ਚੱਲੀਏ। ਇਹੋ ਜਿਹੇ ਉਦਾਸੀ ਨਹੀਂ। ਮਹਾਰਾਜ ਕਹਿੰਦੇ ਭਾਈ ਗੁਰਮੁਖ, ਇਹਨਾਂ ਪੁੱਛਿਆ ਉਦਾਸੀ ਕੌਣ ਹੈ, ਗ੍ਰਸਤੀ ਕੌਣ ਹੈ? ਮਹਾਰਾਜ ਦੱਸ ਰਹੇ ਹੈ ਕਿ ਭਾਈ ਉਦਾਸੀ ਕੌਣ ਹੈ? ਗੁਰਮੁਖੀ ਉਦਾਸੀ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਸੰਸਾਰ 'ਚ ਰਹਿੰਦੇ ਹੀ ਉਦਾਸ ਬਿਰਤੀ ਹੈ। ਗੁਰਮੁਖੀ ਮਹਾਰਾਜ ਕਹਿੰਦੇ ਭਾਈ ਗ੍ਰਸਤੀ ਹੈ। ਤੇ ਗੁਰਮੁਖੀ ਪਰਮੇਸ਼ਰ ਦੇ ਸਰੂਪ ਦੀ ਅਭੇਦਤਾ ਦੀ ਕੀਮਤ ਜਾਣਦੇ ਆ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਿਆ ਸੀ ਨਾ ਕਿ ਮਹਾਰਾਜ ਜੀਵ ਬੱਝ ਕਿਉਂ ਜਾਂਦਾ ਹੈ? ਮਹਾਰਾਜ ਕਹਿੰਦੇ ਹਉਮੈ ਨਾਲ ਬੰਨਿਆ ਜਾਂਦਾ ਹੈ, ਹਉਮੈ ਕਰਕੇ ਬੱਧਾ ਜਾਂਦਾ ਹੈ। ਜੇ ਹਉਮੈ ਨਾ ਕਰੇ ਤੇ ਬੰਨਿਆ ਨਹੀਂ ਜਾ ਸਕਦਾ, ਆਪ ਹੀ ਰੱਸੇ ਪਾ ਲੈਂਦਾ ਆਪਦੇ ਗਲ 'ਚ। ਮਹਾਰਾਜ ਕਹਿੰਦੇ ਹਉਮੈ ਨਾਲ ਭਾਈ ਜੀਵ ਜਿਹੜਾ ਸਿੱਧੋ ਇਹ ਬੰਨਿਆ ਜਾਂਦਾ। ਹੁਣ ਸਿੱਧ ਆਪ ਜਾਣਦੇ ਆ ਕਿ ਹਉਮੈ ਉਹਨਾਂ ਨੂੰ ਵੀ ਫੁਰਦੀ ਆ ਕਿ ਅਸੀਂ ਵੱਡੇ ਆ, ਪੂਜਾ ਸਾਡੀ ਲੋਕ ਕਰਨ, ਮੱਥੇ ਟਿਕਾਉਂਦੇ ਆ। ਤੇ ਇਉਂ ਮਹਾਰਾਜ ਕਹਿੰਦੇ ਭਾਈ ਇਹ ਬੰਧਨ ਹਉਮੈ ਦਾ ਸਿੱਧੋ, ਹਉਮੈ ਕਰਕੇ ਜੀਵ ਬੰਨਿਆ ਜਾਂਦਾ ਏ। ਗੁਰਮੁਖ ਛੁਟਾ। ਫਿਰ ਉਹਨਾਂ ਪੁੱਛਿਆ ਸੀ ਛੁੱਟਦਾ ਕੌਣ ਹੈ? ਮਹਾਰਾਜ ਕਹਿੰਦੇ ਭਾਈ ਜਿਹੜਾ ਮੁਖੀ ਗੁਰੂ ਜੀ ਦੇ ਸਨਮੁਖ ਹੋ ਜਾਂਦਾ ਹੈ ਨਾ, ਗੁਰਮੁਖ ਬਣ ਜਾਂਦਾ ਹੈ, ਉਹ ਮਹਾਰਾਜ ਕਹਿੰਦੇ ਬੰਧਨਾਂ ਤੋਂ ਹਉਮੈ ਤੋਂ ਛੁੱਟ ਜਾਂਦਾ ਏ। ਗੁਰਮੁਖ ਆਵਣ ਜਾਵਣ ਟੂਟਾ। ਗੁਰਮੁਖ ਦਾ ਮਹਾਰਾਜ ਕਹਿੰਦੇ ਸੰਸਾਰ ਵਿੱਚ ਆਉਣਾ ਤੇ ਮਰ ਕਰਕੇ ਜਾਣਾ, ਇਹ ਬੰਧਨ ਜਿਹੜੇ ਟੁੱਟ ਜਾਂਦੇ ਆ। ਕਿਉਂਕਿ ਗੁਰਮੁਖਾਂ ਦੇ ਅੰਦਰ ਨਿਮਰਤਾ ਆ ਜਾਂਦੀ ਹੈ। ਹਉਮੈ ਕਰਕੇ ਹੀ ਮਹਾਰਾਜ ਕਹਿੰਦੇ ਭਾਈ ਜਿਹੜੇ ਇਹ ਬੰਧਨ ਜੰਮਣ ਤੇ ਮਰਨ ਦੇ ਪਏ ਹੋਏ ਆ। ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ। ਉਹਨਾਂ ਚਿਰ ਜੰਮਣ ਮਰਨ ਦੀ ਸਜ਼ਾ ਮਿਲਦੀ ਰਹਿਣੀ ਹੈ। ਸਤਿਗੁਰੂ ਕਹਿੰਦੇ ਨਿਮਰਤਾ ਧਾਰਨ ਕਰਦੇ ਆ ਗੁਰਮੁਖ, ਹਉਮੈ ਦਾ ਬੰਧਨ ਤੋੜ ਦਿੰਦੇ ਆ ਤੇ ਜੰਮਣ ਮਰਨ ਦੀ ਫਾਹੀ ਗਲ ਚੋਂ ਲੱਥ ਜਾਂਦੀ ਹੈ, ਟੁੱਟ ਜਾਂਦੀ ਹੈ। ਗੁਰਮੁਖ ਆਵੈ ਜਾਏ ਨਿਸੰਗ। ਮਹਾਰਾਜ ਕਹਿੰਦੇ ਗੁਰਮੁਖਾਂ ਦਾ ਆਉਣਾ ਤੇ ਗੁਰਮੁਖਾਂ ਦਾ ਜਾਣਾ ਨਿਸੰਗ ਹੁੰਦਾ ਹੈ, ਭਾਵ ਡਰ ਤੋਂ ਰਹਿਤ ਹੁੰਦਾ ਹੈ। ਕਿਉਂਕਿ ਮਹਾਰਾਜ ਨੇ ਕਿਹਾ ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਉਹਨਾਂ ਦਾ ਆਉਣਾ ਤੇ ਜਾਣਾ ਸਾਧ ਸੰਗਤ ਜੀ ਛੁਛੰਦ ਹੁੰਦਾ ਹੈ, ਆਜ਼ਾਦ ਹੁੰਦੇ ਆ, ਮਰਜ਼ੀ ਨਾਲ ਆਉਂਦੇ ਮਰਜ਼ੀ ਨਾਲ ਜਾਂਦੇ ਵਾਹਿਗੁਰੂ ਦੇ ਹੁਕਮ ਦੇ ਅੰਦਰ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਆਉਣ ਜਾਣ ਦਾ ਬੰਧਨ ਨਹੀਂ ਹੁੰਦਾ ਭਾਈ, ਜੰਮਣ ਮਰਨ ਦਾ ਬੰਧਨ ਗੁਰਮੁਖਾਂ ਦਾ ਟੁੱਟ ਜਾਂਦਾ ਏ। ਗੁਰਮੁਖ ਕਰਮ। ਮਹਾਰਾਜ ਕਹਿੰਦੇ ਜਿਹੜੇ ਸਕਾਮ ਕਰਮ ਹੈ ਨਾ ਉਹ ਵੀ ਗੁਰਮੁਖ ਹੀ ਕਰ ਸਕਦੇ ਆ। ਹੁਣ ਸਕਾਮ ਕਰਮ ਕਿਹੜੇ ਆ ਸਾਧ ਸੰਗਤ ਜੀ? ਗੁਰਮੁਖ ਜਦੋਂ ਕਿਸੇ ਦੀ ਸੇਵਾ ਕਰਦੇ ਆ ਨਾ, ਇੱਛਾ ਇਹ ਰੱਖ ਕੇ ਕਰਦੇ ਆ ਮਹਾਰਾਜ ਤੇਰੀ ਪ੍ਰਾਪਤੀ ਹੋ ਜਾਵੇ, ਮਹਾਰਾਜ ਤੇਰੇ ਨਾਮ ਦਾ ਸੁਖ ਮੇਰੇ ਅੰਦਰ ਪ੍ਰਾਪਤ ਹੋ ਜਾਵੇ। ਇਹ ਸਹਿਤ ਇੱਛਾ ਦਾ ਕਰਮ ਵੀ ਇੱਕ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਮਾੜੀ ਇੱਛਾ ਜਿਹੜੀ ਹੈ ਨਾ ਉਹ ਨਹੀਂ ਗੁਰਮੁਖ ਕਦਾ ਵੀ ਕਰਦੇ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਸਹਿਤ ਕਾਮਨਾ ਦੇ ਕਰਮ ਕਰਦੇ ਉਹ ਵੀ ਪਰਉਪਕਾਰ ਵਾਲਾ ਕਰਮ ਹੁੰਦਾ ਹੈ। ਗੁਰਮੁਖੀ ਮਹਾਰਾਜ ਕਹਿੰਦੇ ਭਾਈ ਇਹ ਕਰਮ ਕਰ ਸਕਦੇ ਆ।
ਗੁਰਮੁਖ ਨਿਹਕਰਮਾ। ਤੇ ਨਿਸ਼ਕਰਮ ਭਾਵ ਜਿਹੜਾ ਨਿਸ਼ਕਾਮ ਕਰਮ ਹੈ ਉਹ ਵੀ ਗੁਰਮੁਖ ਹੀ ਕਰਦੇ ਐ, ਜਿਹਦੇ ਵਿੱਚ ਉਹਨਾਂ ਦੀ ਕੋਈ ਇੱਛਾ ਨਹੀਂ ਹੁੰਦੀ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਕੋਈ ਇੱਛਾ ਸੀ। ਸਤਿਗੁਰਾਂ ਜੀ ਨੇ ਕਿਹਾ ਸੀ ਜਾਓ ਨਰੰਗੇ ਨੂੰ ਕਹਿ ਦਿਓ ਕਿ ਜੇ ਇਕੱਲੇ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਕਬੂਲ ਕਰਦੇ ਐ ਤੇ ਅਸੀਂ ਸਾਰੀ ਹਿੰਦੂ ਕੌਮ ਪਿੱਛੇ ਇਸਲਾਮ ਕਬੂਲ ਕਰ ਲਾਂਗੇ। ਅੱਜ ਇੱਥੇ ਸ਼ਿਵਦਵਾਲੇ ਹੋਣੇ ਸੀ, ਮੰਦਰ ਹੋਣੇ ਸੀ, ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਲੀਦਾਨ ਨਾ ਦਿੰਦੇ ਤਾਂ। ਸਾਧ ਸੰਗਤ ਜੀ, ਇਸ ਭਾਰਤ ਵਰਸ਼ ਦੇ ਅੰਦਰ ਹਿੰਦੂ ਧਰਮ ਏਡਾ ਵੱਧ ਫੁੱਲ ਰਿਹਾ ਹੈ, ਇਹ ਗੁਰੂਦੇਵ ਦੇ ਬਲੀਦਾਨ ਦਾ ਸਦਕਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇਹੋ ਜਿਹਾ ਪਰਉਪਕਾਰ ਕੀਤਾ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਗੁਰਮੁਖ ਹੀ ਨਿਸ਼ਕਾਮ ਕਰਮ ਕਰਦੇ ਐ। ਹਜੂਰ ਨੇ ਕਿਹਾ ਸੀ ਬਾਹੇ ਦਿਨਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋੜੀਐ। ਐਡਾ ਮਹਾਰਾਜ ਨੇ ਪਰਉਪਕਾਰ ਵਾਲਾ ਕਰਮ ਕੀਤਾ। ਗੁਰਮੁਖ ਇੱਛਾ ਰੱਖ ਕਰਕੇ ਕੋਈ ਕਰਮ ਨਹੀਂ ਕਰਦੇ। ਜੇ ਸਹਿਤ ਕਾਮਨਾ ਦੇ ਵੀ ਕਰਮ ਕਰਦੇ ਤੇ ਗੁਰਮੁਖ ਦਾ ਉਹ ਕਰਮ ਹੁੰਦਾ ਹੈ, ਉਹਦੇ ਵਿੱਚ ਇੱਛਾ ਬੜੀ ਪਵਿੱਤਰ ਹੁੰਦੀ ਹੈ, ਵਾਹਿਗੁਰੂ ਦੀ ਮਿਲਾਪ ਦੀ ਇੱਛਾ ਹੁੰਦੀ ਹੈ। ਮਹਾਰਾਜ ਕਹਿੰਦੇ ਭਾਈ ਕਰਮ ਵੀ ਗੁਰਮੁਖ ਕਮਾਉਂਦੇ ਆ, ਨਿਸ਼ਕਾਮ ਕਰਮ ਵੀ ਗੁਰਮੁਖ ਹੀ ਕਰ ਸਕਦੇ ਹਨ। ਗੁਰਮੁਖ ਕਰੇ ਸੁਭਾਏ ਜਿਉ। ਜੋ ਗੁਰਮੁਖ ਕਰਦੇ ਆ ਨਾ ਸੁਤੇ ਸਿੱਧੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੁਭਾਵਿਕ ਹੀ ਉਹਨਾਂ ਦੇ ਜਿਹੜੇ ਕਰਮ ਹਨ ਉਹ ਸਤਿਗੁਰੂ ਜੀ ਕਹਿੰਦੇ ਪਿਆਰ ਵਾਲੇ ਆ, ਪਰਉਪਕਾਰ ਵਾਲੇ ਆ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਫਿਰ ਪੜ੍ਹ ਦਿਓ ਪੰਕਤੀ। ਗੁਰਮੁਖ ਕਰੇ ਸੁਭਾਏ ਜਿਉ। ਜੋ ਗੁਰਮੁਖ ਕਰਦੇ ਆ ਨਾ ਸੋ ਭਾਏ ਜੀਓ। ਮਹਾਰਾਜ ਕਹਿੰਦੇ ਉਹ ਭਾ ਜਾਂਦੇ ਆ ਮੇਰੇ ਵਾਹਿਗੁਰੂ ਨੂੰ। ਉਹਨਾਂ ਦੇ ਕੀਤੇ ਹੋਏ ਕਰਮ, ਸਹਿਤ ਇੱਛਾ ਦੇ ਕਰਮ ਕੀਤਾ ਤਾਂ ਵੀ ਵਾਹਿਗੁਰੂ ਨੂੰ ਭਾ ਰਿਹਾ, ਕਿਉਂਕਿ ਉਹਨਾਂ ਦੀ ਇੱਛਾ ਏ ਕਿ ਮਹਾਰਾਜ ਤੇਰੀ ਪ੍ਰਾਪਤੀ ਹੋ ਜਾਵੇ। ਤੇ ਜੇ ਨਿਸ਼ਕਾਮ ਕਰਮ ਕਰ ਰਹੇ, ਕੋਈ ਇੱਛਾ ਹੀ ਨਹੀਂ ਰੱਖੀ, ਆਪਣਾ ਸਰੀਰ ਤੱਕ ਲੇਖੇ ਲਾ ਰਹੇ ਆ, ਤਾਂ ਵੀ ਮੇਰੇ ਵਾਹਿਗੁਰੂ ਨੂੰ ਉਹਨਾਂ ਦੇ ਕੀਤੇ ਹੋਏ ਕਰਮ ਭਾ ਜਾਂਦੇ ਆ। ਗੁਰਮੁਖ ਸੁਖੀਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸੁਖੀ ਪੁਰਖ ਵੀ ਸਿੱਧੋ ਗੁਰਮੁਖ ਹੈ, ਕਿਉਂਕਿ ਉਹਨਾਂ ਨੂੰ ਸਰੂਪ ਦੇ ਗਿਆਨ ਦੀ ਪ੍ਰਾਪਤੀ ਕਰਕੇ ਬ੍ਰਹਮਾ ਆਨੰਦ ਦਾ ਸੁੱਖ ਮਿਲ ਗਿਆ। ਇਸ ਕਰਕੇ ਮਹਾਰਾਜ ਕਹਿੰਦੇ ਸਦਾ ਰਹਿਣ ਵਾਲਾ ਸੁੱਖ ਗੁਰਮੁਖਾਂ ਕੋਲ ਹੈ। ਇਸ ਕਰਕੇ ਸੁਖੀ ਵੀ ਗੁਰਮੁਖ ਹਨ। ਮਨ ਮੁਖ ਦੁਖੀਆ। ਇਹਨਾਂ ਪੁੱਛਿਆ ਸੀ ਦੁਖੀ ਪੁਰਖ ਕੌਣ ਹੈ? ਮਹਾਰਾਜ ਕਹਿੰਦੇ ਦੁਖੀ ਮਨਮੁਖ ਹੁੰਦਾ ਹੈ, ਹਾਏ ਹਾਏ ਕਰਦਾ ਰਹਿੰਦਾ ਹੈ, ਹਾਏ ਹਾਏ ਕਰੇ ਦਿਨ ਰਾਤੀ। ਸਾਧ ਸੰਗਤ ਜੀ, ਜਾਣ ਵਿਸੂ ਕੀ ਵਾੜੀ ਜੀਓਏ, ਵਿਸ਼ਿਆਂ ਦਾ ਰਸ ਚੱਖੀ ਜਾਣਾ ਬਾਰ-ਬਾਰ ਤੇ ਗੁਰੂ ਜੀ ਦੇ ਆਖੇ ਨਾ ਲੱਗਣਾ। ਤੇ ਸਾਧ ਸੰਗਤ ਜੀ, ਜੰਮਦੇ ਵੀ ਦੁਖੀ ਆ, ਮਰਦੇ ਵੀ ਦੁਖੀ ਆ, ਹਾਏ ਹਾਏ ਕਰਦੇ ਆਉਂਦੇ, ਹਾਏ ਹਾਏ ਕਰਦੇ ਚਲੇ ਜਾਂਦੇ ਆ। ਸਤਿਗੁਰੂ ਜੀ ਕਹਿੰਦੇ ਦੁਖੀ ਪੁਰਖ ਭਾਈ ਮਨਮੁਖ ਹੁੰਦਾ ਏ। ਗੁਰਮੁਖ ਸਨਮੁਖ। ਸਨਮੁਖ ਕੌਣ ਸੀ? ਮਹਾਰਾਜ ਕਹਿੰਦੇ ਗੁਰਮੁਖ ਭਾਈ ਸਨਮੁਖ ਹੁੰਦੇ ਆ ਗੁਰੂ ਜੀ ਦੇ। ਜਾਂ ਗੁਰ ਕਹੈ ਉਠੋ ਮੇਰੇ ਭਾਈ, ਬਹਿ ਜਾਹੇ ਘੁਸਰ ਬਗੁਲਾਰੇ। ਜਿਹੜੇ ਬਗਲੇ ਵਰਗੇ ਹੁੰਦੇ ਆ ਨਾ ਮਨਮੁਖ, ਸਾਹਮਣੇ ਸਨਮੁਖ ਬਣੇ ਹੁੰਦੇ ਆ। ਮਹਾਰਾਜ ਦੇ ਸਾਹਮਣੇ ਸਾਹਮਣੇ ਸੇਵਾ ਕਰਨੀ ਕਿ ਸਾਡੇ ਤੋਂ ਬਿਨਾਂ ਕੌਣ ਹੈ। ਜਦੋਂ ਸਤਿਗੁਰਾਂ ਜੀ ਨੇ ਸੀਸ ਮੰਗੇ ਸੀ ਤੇ ਫਿਰ ਇੱਕ ਦੂਸਰੇ ਦੇ ਪਿੱਛੇ ਲੁਕਦੇ ਸੀ, ਫਿਰ ਦਰੀਆਂ ਦੇ ਥੱਲੇ ਸਾਡੇ ਵਰਗੇ ਵੜਨ ਨੂੰ ਫਿਰਦੇ ਹੋਣੇ ਆ। ਉਹ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਨਾ, ਜੋ ਸ਼ਕਊਏ ਕੁਣਕੇ ਗਏ ਭਾਜ ਗਏ ਇੱਕ ਠੁਣਕੇ ਕੇ। ਜਿਹੜੇ ਕੜਾਹ ਪ੍ਰਸ਼ਾਦੀਆਂ ਤਰਦੀਆਂ ਤਰਦੀਆਂ ਦੇਗਾਂ ਛਕਦੇ ਸੀ ਨਾ, ਹਜੂਰ ਦੀ ਸ੍ਰੀ ਸਾਹਿਬ ਨੂੰ ਲੱਗਾ ਹੋਇਆ ਲਹੂ ਵੇਖ ਕੇ ਉੱਠ ਕੇ ਨੀਵੇਂ ਲੱਕ ਭੱਜ ਉੱਠੇ ਸੀ ਦੀਵਾਨ ਚੋਂ। ਤੇ ਮਾਤਾ ਜੀ ਨੂੰ ਜਾ ਕੇ ਕਹਿੰਦੇ ਸੀ, ਮਾਤਾ ਜੀ ਪੋਤਰੇ ਨੂੰ ਗੁਰਿਆਈ ਤਖਤ ਤੇ ਬਿਠਾ ਦਈਏ। ਗੁਰੂ ਸਾਹਿਬ ਕਿਸੇ ਗੁਰੂ ਜੀ ਨੇ ਸਿੱਖ ਨਹੀਂ ਮਾਰੇ, ਪ੍ਰਤਪਾਲਣਾ ਕਰਦੇ ਰਹੇ ਆ, ਤੇ ਤੁਹਾਡੇ ਪੁੱਤਰ ਨੂੰ ਮਾਤਾ ਜੀ ਚੰਡੀ ਜਿਹੜੀ ਆ ਉਹ ਪੁੱਠੀ ਪੈ ਗਈ। ਮਸੰਦਾਂ ਦੇ ਕਹੇ ਵਾਕ ਸੀਗੇ ਤੇ ਮਾਤਾ ਜੀ ਸਿੱਖੀ ਮਾਰਨ ਲੱਗ ਪਏ ਤੁਹਾਡੇ ਪੁੱਤਰ। ਮਾਤਾ ਜੀ ਨੇ ਧੀਰਜ ਦਿੱਤੀ, ਕਿਹਾ ਕਿ ਜੋ ਕਰਨਗੇ ਭਲਾ ਕਰਨਗੇ, ਮਸੰਦੋ ਹੌਸਲਾ ਕਰੋ। ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਪਰਖ ਕਰਦੇ ਆ ਨਾ, ਤੇ ਕਬੀਰ ਜੀ ਨੇ ਕਿਹਾ ਕਿ ਜਿਹੜਾ ਸਨਮੁਖ ਹੁੰਦਾ ਹੈ ਨਾ ਗੁਰਮੁਖ, ਉਹੋ ਹੀ ਪਰਖ ਵਿੱਚ ਪੂਰਾ ਉਤਰਦਾ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨ ਕੋਏ, ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ। ਸਤਿਗੁਰਾਂ ਜੀ ਦੀ ਤੀਜੀ ਆਵਾਜ਼ ਤੇ ਫਿਰ ਐਡੇ ਵੱਡੇ ਦੀਵਾਨ ਚੋਂ ਦਇਆ ਰਾਮ ਖੱਤਰੀ ਉੱਠ ਕੇ ਖਲੋ ਗਏ ਸੀ। ਕੱਲ ਨੂੰ ਸਰਵਣ ਕਰਾਂਗੇ ਇਤਿਹਾਸ ਦੇ ਵਿੱਚ ਸਤਿਗੁਰੂ ਜੀ ਦੇ ਸਾਹਮਣੇ ਕਿਵੇਂ ਦਇਆ ਰਾਮ ਜੀ ਉੱਠੇ ਸੀਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਹੱਥ ਵਿੱਚ ਫੜੀ ਹੋਈ ਸ੍ਰੀ ਸਾਹਿਬ, ਤੇ ਹਜੂਰ ਕਹਿ ਰਹੇ ਹੁਣ ਕਿ ਮੈਨੂੰ ਸਿਰ ਚਾਹੀਦਾ। ਕੋਈ ਦਿਲ ਵਾਲਾ ਹੀ ਉੱਠ ਕਰਕੇ ਹਾਜ਼ਰ ਕਰ ਸਕਦਾ ਸੀ ਨਾ, ਕਿ ਮਹਾਰਾਜ ਸੱਚੇ ਪਾਤਸ਼ਾਹ ਹੁਣ ਸਿਰ ਮੰਗਿਆ।
ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਸਨਮੁਖ, ਸਿੱਧਾ ਪੁੱਛਿਆ ਸਨਮੁਖ ਕੌਣ ਹੈ? ਮਹਾਰਾਜ ਕਹਿੰਦੇ ਗੁਰਮੁਖ ਹੀ ਸਨਮੁਖ ਹੋ ਸਕਦਾ ਹੈ, ਨਹੀਂ ਤੇ ਜੇ ਗੁਰਮੁਖ ਨਾ ਹੋਵੇ ਤੇ ਫਿਰ ਸਾਧ ਸੰਗਤ ਜੀ ਬਹਿ ਜਾਏ ਘੁਸਰ ਬਗੁਲਾਰੇ, ਉਹ ਫਿਰ ਘੁਸਰ ਕੇ ਪਿੱਛੇ ਬਗਲੇ ਵਾਂਗੂ ਲੁਕ ਜਾਂਦੇ ਆ। ਜਾਂ ਗੁਰੂ ਸਾਹਿਬ ਜੀ ਕਹਿਣ ਆਓ ਭਾਈ ਉੱਠੋ, ਸਾਹਮਣੇ ਆਓ, ਸੀਸ ਦਿਓ, ਫਿਰ ਕੌਣ ਉੱਠ ਸਕਦਾ? ਉਹੀ ਉੱਠ ਸਕਦਾ ਜਿਹੜਾ ਗੁਰਮੁਖ ਹੋਵੇ, ਜਿਹੜਾ ਸਨਮੁਖ ਹੋਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਸਨਮੁਖ ਵੀ ਗੁਰਮੁਖ ਹੁੰਦਾ ਏ। ਮਨ ਮੁਖ ਵੇਮੁਖੀਆ। ਮਹਾਰਾਜ ਸੱਚੇ ਪਾਤਸ਼ਾਹ ਜੀ ਵੇਮੁਖ ਕੌਣ ਹੈ? ਮਹਾਰਾਜ ਕਹਿੰਦੇ ਮਨਮੁਖ ਬੇਮੁਖ ਹੋ ਜਾਂਦਾ ਹੈ। ਉਹ ਦੁਨੀ ਚੰਦ ਨੂੰ ਮਹਾਰਾਜ ਨਾ ਹੀ ਲਾਇਤਾ ਸੀ ਸਾਡਾ ਹਾਥੀ ਲੜੇਗਾ, ਉਹ ਮਨਮੁਖ ਸੀਗਾ ਨਾ। ਹੁਣ ਮਸੰਦ ਤਾਂ ਏਡਾ ਵੱਡਾ ਸੀ, ਕੜਾਹ ਪ੍ਰਸ਼ਾਦਾ ਛਕਦਾ ਸੀ ਮਹਾਰਾਜ ਕੋਲ, ਤੇ ਰਾਤ ਨੂੰ ਸਾਰਿਆਂ ਨੂੰ ਜਾ ਜਾ ਕਹੇ ਕਿ ਸੰਧੀ ਕਰ ਲਈ ਹੈ, ਜੇ ਵੀ ਸਮਾਂ ਮੈਂ ਮਰ ਗਿਆ ਤਾਂ ਕੀ ਹੈ, ਗੁਰੂ ਸਾਹਿਬ ਨੂੰ ਪਕੜ ਲੈਣਾ ਉਹਨਾਂ ਨੇ, ਐਂ ਹੋ ਜਾਊਗਾ। ਭਾਈ ਉਦੇ ਸਿੰਘ ਸਾਹਿਬ ਨੇ ਕਿਹਾ ਉਹ ਦੁਨੀ ਚੰਦ ਹੌਸਲਾ ਕਰ, ਗੁਰੂ ਸਾਹਿਬ ਜੇ ਤੂੰ ਮਰ ਗਿਆ ਤੇ ਗੁਰੂ ਸਾਹਿਬ ਦੀ ਹਾਰ ਹੈ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਾਰ ਹੋ ਨਹੀਂ ਸਕਦੀ, ਨਿਸ਼ਚਾ ਕਰ। ਤੂੰ ਖਲੋ ਤਾਂ ਸਹੀ, ਹਾਥੀ ਦੇ ਸਾਹਮਣੇ ਮਹਾਰਾਜ ਬਹਾਨਾ ਹੀ ਬਣਾ ਦੇਣਾ ਹੈ। ਪਰ ਦੁਨੀ ਚੰਦ ਕਿੱਥੇ ਹੌਸਲਾ ਕਰ ਸਕਿਆ, ਤੇ ਸਾਹਮਣੇ ਦੀ ਲੰਘ ਨਹੀਂ ਸੀ ਸਕਦਾ। ਤੇ ਇਤਿਹਾਸ ਆਪਾਂ ਸੁਣਿਆ ਕਿਵੇਂ ਰੱਸਾ ਪਾ ਕੇ ਲੱਤ ਤੜਾ ਕੇ ਫਿਰ ਜਾ ਕੇ ਸਾਧ ਸੰਗਤ ਜੀ ਅੰਮ੍ਰਿਤਸਰ ਸਾਹਿਬ ਆ ਕੇ ਮਰਿਆ ਸੀ। ਭਾਈ ਸ਼ਾਲੋ ਜੀ ਦੀ ਵੰਸ਼ ਵਿੱਚ ਜਨਮ ਲਿਆ ਸੀ ਇਸਨੇ, ਸਿੱਖਾਂ ਤਰਕਾਰਾਂ ਪਾਈਆਂ, ਇਹਦੇ ਪੋਤਰਿਆਂ ਨੇ ਤਰਕਾਰਾਂ ਪਾਈਆਂ ਕਿ ਤੂੰ ਤਾਂ ਸਾਡੀ ਕੁੱਲ ਨੂੰ ਕਲੰਕ ਲਾ ਦਿੱਤਾ ਹੈ। ਸਾਧ ਸੰਗਤ ਜੀ ਜੇ ਗੁਰਮੁਖ ਨਹੀਂ ਰਿਹਾ ਤੇ ਪਤਾ ਨਹੀਂ ਕਦੋਂ ਬੇਮੁਖ ਹੋ ਜਾਵੇ। ਗੁਰਮੁਖ ਬਣਨਾ ਚਾਹੀਦਾ। ਸਤਿਗੁਰੂ ਜੀ ਦੇ ਘਰ ਦੇ ਅੰਦਰ ਪਤਾ ਨਹੀਂ ਮਹਾਰਾਜ ਕਦੋਂ ਕਸਵੱਟੀ ਲਾ ਦੇਣ, ਹੱਥ ਹੀ ਜੋੜਨੇ ਚਾਹੀਦੇ। ਮਹਾਰਾਜ ਕਸਵੱਟੀ 'ਚ ਪਾਸ ਕਰ ਦਿਓ ਸੱਚੇ ਪਾਤਸ਼ਾਹ, ਆਪਣੇ ਸਨਮੁਖ ਬਣਾ ਕਰਕੇ ਰੱਖਿਓ, ਕਿਉਂਕਿ ਤੁਹਾਡੀ ਪਰਖ 'ਚ ਪੂਰਾ ਉਹ ਹੀ ਉਤਰ ਸਕਦਾ ਜਿਹਨੂੰ ਮਹਾਰਾਜ ਤੁਸੀਂ ਉਤਾਰਨਾ ਚਾਹੋ। ਇੱਥੇ ਕੋਈ ਮਾਣ ਨਹੀਂ। ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਸਿੱਧੋ ਬਨਮੁਖ ਜਿਹੜਾ ਉਹ ਬੇਮੁਖ ਹੋ ਜਾਂਦਾ। ਮੈਂ ਪੁੱਛਿਆ ਸੀ ਬੇਮੁਖ ਪੁਰਖ ਕੌਣ ਹੈ? ਮਹਾਰਾਜ ਕਹਿੰਦੇ ਨਿਰੰਕਾਰ ਤੋਂ ਬੇਮੁਖ ਹੁੰਦਾ ਭਾਈ ਮਨਮੁਖ ਜਿਹੜਾ ਹੁੰਦਾ ਢੌਂਗ ਭਾਵੇਂ ਜਿਹੋ ਜਿਹਾ ਮਰਜੀ ਬਾਹਰ ਸੰਤਾਂ ਵਾਲਾ ਬਣਾ ਕੇ ਰਚਿਆ ਹੋਵੇ। ਗੁਰਮੁਖ ਮਿਲਿਆ। ਮਹਾਰਾਜ ਕਹਿੰਦੇ ਭਾਈ ਉਹਨਾਂ ਪੁੱਛਿਆ ਸੀ ਮਿਲਦਾ ਕੌਣ ਹੈ ਪਰਮੇਸ਼ਰ ਨੂੰ? ਹਜੂਰ ਕਹਿੰਦੇ ਗੁਰਮੁਖ ਹੀ ਅੰਤ ਨੂੰ ਜਦੋਂ ਜਿਉਂਦੇ ਵੀ ਮਿਲੇ ਰਹਿੰਦੇ ਆ, ਜਦੋਂ ਆਪਣਾ ਸਰੀਰ ਤਿਆਗਦੇ ਆ ਤੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਗੁਰਮੁਖੀ ਵਾਹਿਗੁਰੂ ਅੰਦਰ ਮਿਲਦੇ ਆ, ਭੇਦ ਹੋ ਜਾਂਦੇ ਆ। ਜਿਵੇਂ ਸਤਿਗੁਰੂ ਜੀ ਨੂੰ ਬਿਧੀ ਚੰਦ ਜੀ ਨੇ ਮਹਾਰਾਜ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਆਖ ਦਿੱਤਾ ਸੀ ਬਿਧੀਆ ਛੀਨਾ ਗੁਰੂ ਕਾ ਸੀਨਾ। ਮਹਾਰਾਜ ਨੂੰ ਮਿਲ ਚੁੱਕੇ ਸੀ ਉਹ ਸਿੱਖ, ਸਤਿਗੁਰੂ ਤੋਂ ਵੱਖਰੇ ਨਹੀਂ ਹਨ। ਮਨਮੁਖ ਵਿਛੜਾ। ਫਿਰ ਇਹਨਾਂ ਪੁੱਛਿਆ ਸੀ ਮਹਾਰਾਜ ਵਿਛੜਦਾ ਕੌਣ ਹੈ? ਮਹਾਰਾਜ ਕਹਿੰਦੇ ਮਨਮੁਖ ਵਿਛੜਿਆ ਰਹਿੰਦਾ ਹੈ, ਭਾਵੇਂ ਕੋਲ ਹੀ ਰਹੇ। ਪਾਣੀ ਵਿੱਚ ਪਿਆ ਹੋਇਆ ਪੱਥਰ ਸਾਧ ਸੰਗਤ ਜੀ ਵੱਖਰਾ ਹੀ ਪਿਆ ਰਹਿੰਦਾ, ਪਤਾਸਾ ਵਿੱਚ ਹੀ ਘੁਲ ਜਾਂਦਾ। ਗੁਰਮੁਖ ਮਿਲ ਜਾਂਦੇ ਆ ਪਤਾਸੇ ਦੀ ਤਰ੍ਹਾਂ, ਮਨਮੁਖ ਪੱਥਰ ਦੀ ਤਰ੍ਹਾਂ ਵੱਖਰੇ ਹੀ ਪਏ ਰਹਿੰਦੇ ਆ। ਸਤਿਗੁਰੂ ਜੀ ਕਹਿੰਦੇ ਭਾਈ ਮਨਮੁਖ ਵਿਛੜੇ ਰਹਿੰਦੇ ਆ ਪਰਮੇਸ਼ਰ ਤੋਂ। ਗੁਰਮੁਖ ਬਿਦ ਪ੍ਰਗਟਾਏ ਜਿਉ। ਸਤਿਗੁਰੂ ਜੀ ਕਹਿੰਦੇ ਇਹ ਜਿਹੜੀ ਵਿਧੀ ਹੈ ਨਾ, ਸਤਿਗੁਰੂ ਕਹਿੰਦੇ ਭਾਈ ਗੁਰਮੁਖਾਂ ਦੇ ਅੰਦਰ ਮੇਰੇ ਵਾਹਿਗੁਰੂ ਨੇ ਪ੍ਰਗਟਾਈ ਹੈ, ਪ੍ਰਗਟ ਕੀਤੀ ਹੈ। ਅਥਵਾ ਜਿਹੜੀ ਵਾਹਿਗੁਰੂ ਨਾਲ ਮਿਲਣ ਦੀ ਵਿਧੀ ਹੈ ਨਾ, ਸਤਿਗੁਰੂ ਜੀ ਕਹਿੰਦੇ ਭਾਈ ਗੁਰਮੁਖ ਪ੍ਰਗਟ ਕਰਕੇ ਦਿਖਾਉਂਦੇ ਆ। ਗੁਰਮੁਖਾਂ ਦੇ ਸਰੀਰ ਦੇ ਉੱਤੇ ਸਾਧ ਸੰਗਤ ਜੀ ਪ੍ਰਗਟ ਹੋ ਜਾਂਦਾ ਪਿਆਰ, ਤੇ ਸੰਸਾਰ ਉਹ ਵਿਧੀ ਵੇਖਦਾ। ਜਦੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਇੱਕ ਇੱਕ ਇਸ਼ਾਰੇ ਦੇ ਉੱਤੇ ਭਮਟਾਂ ਵਾਂਗੂ ਲੜ ਕੇ ਸ਼ਹੀਦ ਹੁੰਦੇ ਸੀ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਇੱਕ ਬਚਨ ਕਹਿਣ ਤੋਂ ਗੁਰਮੁਖ ਆਪਣੀਆਂ ਜਾਨਾਂ ਹੂਲ ਦਿੰਦੇ ਸੀ। ਇਹ ਗੁਰਮੁਖ ਹੀ ਵਿਦ ਪ੍ਰਗਟ ਕਰ ਸਕਦੇ ਹੈ ਕਿ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਿਰ ਤਲੀ ਤੇ ਧਰ ਕੇ ਉਸ ਗਲੀ ਵਿੱਚ ਤੁਰਨ ਦੀ ਵਿਧੀ ਗੁਰਮੁਖ ਹੀ ਮਹਾਰਾਜ ਕਹਿੰਦੇ ਭਾਈ ਪ੍ਰਗਟ ਕਰ ਸਕਦੇ ਆ। ਗੁਰਮੁਖ ਅੱਖਰ। ਮਹਾਰਾਜ ਕਹਿੰਦੇ ਭਾਈ ਮੁਖੀ ਗੁਰੂ ਜੀ ਦਾ ਜਿਹੜਾ ਅੱਖਰ ਹੈ ਨਾ ਮੰਤਰ, ਉਹ ਗੁਰਮੁਖ ਹੀ ਮਹਾਰਾਜ ਕਹਿੰਦੇ। ਉਹਨਾਂ ਕਿਹਾ ਅੱਖਰ ਕਿਹੜਾ ਹੈ? ਤੇ ਅੱਖਰ ਦੇ ਅੱਗੇ ਪ੍ਰਸ਼ਨ ਸੀਗਾ, ਪੜ੍ਹ ਦਿਓ। ਗੁਰਮੁਖ ਅੱਖਰ ਜਿਤ ਧਾਵਤ ਰਹਤਾ। ਉਹ ਕਿਹੜਾ ਅੱਖਰ ਉਹਨਾਂ ਪੁੱਛਿਆ ਸੀ ਨਾ, ਜਿਹਦੇ ਕਰਕੇ ਮਨ, ਉਹ ਮੰਤਰ ਕਿਹੜਾ ਅੱਖਰ ਕਿਹੜਾ ਜਿਹਦੇ ਕਰਕੇ ਮਨ ਰੁਕ ਜਾਂਦਾ ਹੈ? ਸਤਿਗੁਰੂ ਜੀ ਕਹਿੰਦੇ ਭਾਈ ਗੁਰਮੁਖ ਗੁਰੂ ਨਾਨਕ ਸਾਹਿਬ ਜੀ ਦਾ, ਜਿਨ੍ਹਾਂ ਨੇ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ। ਭਾਈ ਗੁਰਦਾਸ ਜੀ ਨੇ ਕਿਹਾ
ਸਾਧ ਜਨਾਂ ਕਾ ਮੰਤਰ ਕਮਾਏ। ਗੁਰੂ ਨਾਨਕ ਸਾਹਿਬ ਜੀ ਦਾ ਗੁਰ ਮੰਤਰ ਸਤਿਗੁਰੂ ਕਹਿੰਦੇ ਭਾਈ ਵਾਹਿਗੁਰੂ ਮੰਤਰ ਹੈ ਸਿੱਧੋ, ਜਿਹਨੂੰ ਜਪ ਕਰਕੇ ਧੌਂਦਾ ਹੋਇਆ ਮਨ ਵਿਕਾਰਾਂ ਵਿੱਚੋਂ ਠੱਲ ਪੈ ਜਾਂਦੀ ਹੈ, ਰੁਕ ਜਾਂਦਾ ਹੈ। ਗੁਰ ਮੰਤਰ ਵਿੱਚ ਇੰਨੀ ਸ਼ਕਤੀ ਹੈ। ਸਤਿਗੁਰੂ ਜੀ ਕਹਿੰਦੇ ਭਾਈ ਗੁਰਮੁਖ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਹ ਮੰਤਰ ਦਿੱਤਾ ਹੈ ਤੇ ਇਸ ਮੰਤਰ ਨੇ ਗੁਰਮੁਖ ਬਣਾਏ ਆ ਜੀਵ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਸਤਿਗੁਰੂ ਜੀ ਦੇ ਸਾਹਮਣੇ ਸਨਮੁਖ ਹੋ ਕਰਕੇ ਗੁਰਮੁਖ ਬਣ ਕਰਕੇ ਮੰਤਰ ਦਾ ਪੂਰੇ ਗੁਰੂ ਜੀ ਦੇ ਅੱਖਰ ਦਾ ਜਾਪ ਕਰਦੇ ਹਨ, 4 ਅੱਖਰਾਂ ਮੰਤਰ ਦਿੱਤਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ। ਤੇ ਇਹਦੇ ਨਾਲ ਫਿਰ ਮਹਾਰਾਜ ਕਹਿੰਦੇ ਧੌਂਦਾ ਹੋਇਆ ਮਨ ਜਿਹੜਾ ਸਿੱਧੋ ਗੁਰਮੁਖ ਰੋਕ ਲੈਂਦੇ ਆ। ਗੁਰਮੁਖ ਉਪਦੇਸ਼, ਸਤਿਗੁਰੂ ਜੀ ਕਹਿੰਦੇ ਉਪਦੇਸ਼ ਵੀ ਭਾਈ ਗੁਰਮੁਖ ਹੀ ਦੇ ਸਕਦੇ ਆ। ਜਿਹੜਾ ਸਤਿਗੁਰੂ ਜੀ ਦਾ ਉਪਦੇਸ਼ ਹੈ ਨਾ, ਉਹ ਸਾਧ ਸੰਗਤ ਜੀ ਹੁਣ ਮਨਮੁਖ ਨੇ ਕੀ ਦੇਣਾ, ਉਹਨੇ ਤਾਂ ਭਾਲਦੇ ਹੋਣਾ ਨਾ ਕਿੱਥੋਂ ਜਿਹੜਾ ਹੈ ਮੈਨੂੰ ਲਾਭ ਮਿਲੇ, ਕਿੱਥੋਂ ਮੈਂ ਆਪਣੀ ਕੁੰਡੀ ਪਾ ਸਕਾਂ। ਗੁਰਮੁਖ ਨਿਸ਼ਕਾਮੀ ਹੁੰਦੇ ਐ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਗੁਰੂ ਜੀ ਦਾ ਪੂਰੇ ਗੁਰੂ ਦਾ ਉਪਦੇਸ਼ ਜਿਹੜਾ ਨਾ, ਉਹਨਾਂ ਪੁੱਛਿਆ ਸੀ ਕੌਣ ਉਪਦੇਸ਼ ਕਰ ਸਕਦਾ, ਹਜੂਰ ਕਹਿੰਦੇ ਗੁਰਮੁਖ ਹੀ ਭਾਈ ਉਪਦੇਸ਼ ਦੇ ਸਕਦਾ ਏ। ਦੁੱਖ ਸੁੱਖ ਸਮ ਸਹਿਤਾ, ਤੇ ਗੁਰਮੁਖ ਹੀ ਹਨ ਜਿਹੜੇ ਦੁੱਖ ਨੂੰ ਤੇ ਸੁੱਖ ਨੂੰ ਸਮ ਬਰਾਬਰ ਕਰਕੇ ਸਹਾਰ ਲੈਂਦੇ ਐ। ਜਿਵੇਂ ਗੁਜਰਾਤ ਦੇ ਰਹਿਣ ਵਾਲੇ ਭਾਈ ਭਿਖਾਰੀ ਜੀ, ਇੱਕ ਗੁਰਮੁਖ ਨਾਮ ਦਾ ਸਿੱਖ ਹੋਇਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ। ਭਾਈ ਗੁਰਮੁਖ ਨੇ ਪੁੱਛਿਆ ਸੀ ਮਹਾਰਾਜ ਬ੍ਰਹਮ ਗਿਆਨੀ ਦੀ ਅਵਸਥਾ ਕੋਈ ਸਿੱਖ ਹੈ ਤਾਂ ਦਿਖਾਓ। ਮਹਾਰਾਜ ਕਹਿੰਦੇ ਜਾ ਭਾਈ ਭਿਖਾਰੀ ਦਾ ਦਰਸ਼ਨ ਕਰ ਗੁਜਰਾਤ ਜਾ ਕੇ। ਤੇ ਭਾਈ ਭਿਖਾਰੀ ਦੇ ਘਰ ਵਿਆਹ ਸੀ, ਤੱਪੜ ਸੀ ਰਹੇ ਸੀ, ਪੱਲੀਆਂ ਸੀ ਰਹੇ ਸੀ। ਤੇ ਵਿਆਹ ਤੋਂ ਅਗਲੇ ਦਿਨ ਪੁੱਤਰ ਦੀ ਮੌਤ ਹੋ ਗਈ। ਉਹੋ ਹੀ ਵਿਛਾਈਆਂ ਹੋਈਆਂ ਸਫਾ ਜਿਹੜੀਆਂ ਸੀਤੀਆਂ ਸੀ ਨਾ, ਉਹੀ ਸਫਾ ਵਿਛਾਉਣ ਲੱਗ ਪਏ। ਭਾਈ ਗੁਰਮੁਖ ਵੇਖ ਕੇ ਹੈਰਾਨ ਹੋ ਗਿਆ, ਚਰਨੀ ਪੈ ਗਿਆ। ਕਹਿੰਦਾ ਮਹਾਰਾਜ ਤੁਹਾਨੂੰ ਪਤਾ ਸੀ ਪੁੱਤਰ ਨੇ ਚੜ੍ਹਾਈ ਕਰ ਜਾਣਾ, ਪੁੱਤਰ ਦੇ ਵਿਆਹ ਤੋਂ ਪਹਿਲਾਂ ਤੋਂ ਕੋਈ ਚਹਿਲ ਪਹਿਲ ਕੋਈ ਮਠਿਆਈਆਂ ਨਿਕਲ ਰਹੀਆਂ ਤੇ ਉਹ ਸਫਾ ਛੀ ਰਹੇ ਸੀ ਬੈਠੇ, ਕਿਉਂਕਿ ਪਤਾ ਸੀ ਪੁੱਤਰ ਦਾ ਭਾਵੇਂ ਘਰ 'ਚ ਵਿਆਹ ਧਰਿਆ ਹੋਇਆ ਸੀ, ਉਹਨਾਂ ਨੂੰ ਪਤਾ ਸੀ ਕਿ ਪੁੱਤਰ ਨੇ ਮਰ ਜਾਣਾ, ਇਹ ਸਫਾ ਕੰਮ ਆਉਣੀ ਆ। ਤੇ ਭਾਈ ਗੁਰਮੁਖ ਨੇ ਪੁੱਛਿਆ ਮਹਾਰਾਜ ਤੁਹਾਨੂੰ ਪਤਾ ਸੀ? ਕਹਿੰਦੇ ਹਾਂ ਪਤਾ ਸੀ। ਕਹਿੰਦੇ ਮਹਾਰਾਜ ਫਿਰ ਕੋਈ ਅਸਰ ਨਹੀਂ ਸੀ ਤੁਹਾਡੇ ਉੱਤੇ? ਕਹਿੰਦੇ ਨਹੀਂ, ਇਹ ਸਤਿਗੁਰੂ ਗੁਰੂ ਅਰਜਨ ਸਾਹਿਬ ਦੀ ਕਿਰਪਾ ਹੈ। ਨਾ ਸਾਨੂੰ ਖੁਸ਼ੀ ਵਿੱਚ ਬਾਹਲਾ ਕੋਈ ਚਾਅ ਚੜਦਾ ਤੇ ਨਾ ਗਮੀ ਸਾਡੇ ਤੇ ਅਸਰ ਕਰਦੀ ਹੈ। ਇੱਕੋ ਜਿਹੀ ਸਮ ਦ੍ਰਿਸ਼ਟੀ ਮਹਾਰਾਜ ਗੁਰੂ ਅਰਜਨ ਸਾਹਿਬ ਸਾਨੂੰ ਬਖਸ਼ੀ ਹੈ। ਭਾਈ ਗੁਰਮੁਖ ਮਹਾਰਾਜ ਦੇ ਚਰਨੀ ਆ ਕੇ ਪੈ ਗਿਆ ਸੀ। ਮਹਾਰਾਜ ਧੰਨ ਆਪ ਦੇ ਬ੍ਰਹਮ ਗਿਆਨੀ ਸਿੱਖ ਜਿਨ੍ਹਾਂ ਦੀ ਪੁੱਤਰ ਮਰ ਗਿਆ ਤੇ ਤਾਂ ਵੀ ਕੋਈ ਗਮੀ ਨਹੀਂ, ਪੁੱਤਰ ਦਾ ਵਿਆਹ ਤੇ ਕੋਈ ਖੁਸ਼ੀ ਨਹੀਂ ਸੀ। ਐਸੇ ਭਾਈ ਭਿਖਾਰੀ ਜੀ ਮਹਾਰਾਜ ਕਹਿੰਦੇ ਭਾਈ ਗੁਰਮੁਖੀ ਆ ਜਿਨ੍ਹਾਂ ਦੀ ਦੁੱਖ ਸੁੱਖ ਵਿੱਚ ਬਿਰਤੀ ਸਮਾਨ ਰਹਿੰਦੀ ਆ। ਗੁਰਮੁਖ ਚਾਲ, ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਗੁਰਮੁਖਾਂ ਦੀ ਚਾਲੀ ਜਿਹੜੀ ਚਾਲ ਮਰਿਆਦਾ ਹੈ, ਜਿਤ ਪਾਰ ਬ੍ਰਹਮ ਤੇ ਆਏ। ਕਿਹੜੀ ਮਰਿਆਦਾ ਹੈ? ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਗੁਰਮੁਖ ਦੀ ਇਹੋ ਜੀ ਚਾਲ ਹੈ ਕਿ ਉਹ ਪਾਰ ਬ੍ਰਹਮ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਜੋ ਬ੍ਰਹਮ ਵਿਆਪਕ ਸਰੂਪ ਹੈ ਨਾ, ਉਹਦੇ ਵਿੱਚ ਸਾਧ ਸੰਗਤ ਜੀ ਹਰ ਵੇਲੇ ਆਪਣਾ ਧਿਆਨ ਟਿਕਾਈ ਰੱਖਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਬੇਨਤੀ ਕਰਨ ਦੀ ਜਾਚ ਦੱਸੀ ਹੈ। ਬੇਨਤੀ ਕਰਨੀ ਗੁਰਮੁਖ ਬਣ ਕਰਕੇ ਹਮ ਅੰਧਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਭ ਹੈ ਆਪਨ ਪਾਲੀ। ਮਹਾਰਾਜ ਤੁਹਾਡੀ ਚਾਲੀ ਮਰਿਆਦਾ ਵਿੱਚ ਚੱਲਿਆ ਨਹੀਂ ਜਾ ਸਕਦਾ, ਤੁਸੀਂ ਆਪ ਚਲਾਓ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਚਾਲੀ ਮਰਿਆਦਾ ਕਿਹੜੀ ਹੈ? ਸਾਧ ਸੰਗਤ ਜੀ ਆਪਣਾ ਸਭ ਕੁਝ ਹੀ ਮਹਾਰਾਜ ਨੇ ਸਿੱਖੀ ਵਾਸਤੇ ਵਾਰ ਦਿੱਤਾ। ਇਹ ਚਾਲੀ ਮਰਿਆਦਾ ਸਤਿਗੁਰਾਂ ਨੇ ਪ੍ਰਗਟ ਕੀਤੀ ਤੇ ਸਿੱਖ ਸਾਧ ਸੰਗਤ ਜੀ ਉਸੇ ਹੀ ਮਰਿਆਦਾ ਤੇ ਗੁਰਮੁਖ ਚੱਲਦੇ ਹੋਏ ਆਪਣਾ ਆਪਾ ਵੀ ਵਾਰ ਦਿੰਦੇ ਐ। ਭਾਈ ਸੁਬੇਗ ਸਿੰਘ ਜੀ ਨੇ ਕਿਹਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸਰਬੰਸ ਵਾਰਿਆ ਸਾਡੀ ਖਾਤਰ, ਮੇਰਾ ਪੁੱਤਰ ਤਾਂ ਮਹਾਰਾਜ ਪ੍ਰਵਾਨ ਕਰ ਲੋ, ਕੇਵਲ ਇੱਕੋ ਹੀ ਪੁੱਤਰ ਹੈ, ਇਹ ਤਾਂ ਮਹਾਰਾਜ ਪ੍ਰਵਾਨ ਕਰੋ। ਹਮ ਕਾਰਨ ਗੁਰਕੁਲ ਹੈ ਗਵਾਈ ਹਮ ਕੁਲ ਰਾਖੈ ਕਮਨ ਵਡਾਈ। ਇਹ ਭਾਈ ਸੁਬੇਗ ਸਿੰਘ ਜੀ ਨੇ ਸ਼ਬਦ ਕਹੇ ਤੇ ਪੁੱਤਰ ਨੂੰ ਇਹੋ ਜੀ ਬਖਸ਼ਿਸ਼ ਕੀਤੀ ਜਿਹੜਾ ਚੜ੍ਹਦੀ ਕਲਾ ਨਾਲ ਚਰਖੜੀ ਤੇ ਚੜ੍ਹ ਗਿਆ ਸੀ। ਗੁਰਮੁਖਾਂ ਦੀ ਇਹ ਚਾਲ ਹੈ, ਗੁਰਮੁਖਾਂ ਦੀ ਇਹ ਮਰਿਆਦਾ ਹੈ, ਜਿਹਦੇ ਕਰਕੇ ਉਹ ਪਾਰ ਬ੍ਰਹਮ ਪਰਮੇਸ਼ਰ ਵਿੱਚ ਧਿਆਨ ਟਿਕਾਈ ਰੱਖਦੇ ਆ। ਗੁਰਮੁਖ ਕੀਰਤਨ ਗਾਏ ਜਿਉ। ਮਹਾਰਾਜ ਕਹਿੰਦੇ ਭਾਈ ਕਿ ਉਹਨਾਂ ਕਿਸੇ ਪੁੱਛਿਆ ਸੀ ਕਿਨ ਬਿਧ ਕੀਰਤਨ ਗਾਏ ਜੀਓ, ਕਿਹੜੀ ਤਰੀਕੇ ਨਾਲ ਕੀਰਤਨ ਗਾਉਣਾ ਚਾਹੀਦਾ? ਮਹਾਰਾਜ ਕਹਿੰਦੇ ਜਿਨ੍ਹਾਂ ਦਾ ਅੰਦਰੋਂ ਮਨ ਗੁਰਮੁਖ ਹੋ ਗਿਆ ਨਾ, ਹਰ ਵੇਲੇ ਪਿਆਰ ਵਿੱਚ ਨੇਤਰ ਸੱਜਲ ਰਹਿੰਦੇ ਆ, ਰਸਨਾ ਭਿੱਜੀ ਰਹਿੰਦੀ ਹੈ ਵਾਹਿਗੁਰੂ ਦੇ ਨਾਮ ਰਸ ਨਾਲ,
ਉਹ ਗੁਰਮੁਖ ਮਹਾਰਾਜ ਕਹਿੰਦੇ ਕੀਰਤਨ ਗਾਏ ਜੀਓ। ਜਦੋਂ ਕੀਰਤਨ ਗਾਉਂਦੇ ਐ ਉਹਨਾਂ ਦਾ ਗਾਇਆ ਹੋਇਆ ਸਫਲਾ ਹੋ ਜਾਂਦਾ ਹੈ। ਸਾਧ ਸੰਗਤ ਜੀ, ਬਾਬਾ ਸ਼ਾਮ ਸਿੰਘ ਜੀ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਕੀਰਤਨ ਕੀਤਾ, ਜਦੋਂ ਕੀਰਤਨ ਕਰਦੇ ਹੁੰਦੇ ਸੀ ਕਹਿੰਦੇ ਸੀ ਉਹਨਾਂ ਦਾ ਸੁਣਿਆ ਹੋਇਆ ਕੀਰਤਨ ਕੋਈ ਸਰੋਤਾ ਉੱਠ ਨਹੀਂ ਸੀ ਸਕਦਾ, ਇੰਨੀ ਕਮਾਈ ਸੀਗੀ। ਮਹਾਰਾਜ ਕਹਿੰਦੇ ਗੁਰਮੁਖਾਂ ਦਾ ਹੀ ਭਾਈ ਕੀਰਤਨ ਕੀਤਾ ਹੋਇਆ ਸਫਲਾ ਹੁੰਦਾ, ਉਹੋ ਹੀ ਕੀਰਤਨ ਕਰਦੇ ਆ ਤੇ ਰੀਝ ਜਾਂਦਾ ਸਰੋਤਾ ਸੁਣ ਕਰਕੇ। ਸਗਲੇ ਬਣਤ ਬਣਾਏ ਆਪੇ। ਹਜੂਰ ਹੁਣ ਸਮਾਪਤੀ ਕਰਦੇ ਹੋਏ ਅਖੀਰਲੀ ਪੌੜੀ ਵਿੱਚ ਕਹਿੰਦੇ ਆ ਸਾਰੀ ਬਣਤ ਮੇਰੇ ਵਾਹਿਗੁਰੂ ਨੇ ਆਪ ਹੀ ਬਣਾਈ ਹੈ ਸਿੱਧੋ। ਕਿਤੇ ਗੁਰਮੁਖ ਬਣਨ ਦਾ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਇਹ ਵੀ ਸੂਖਸ਼ਮ ਹੁੰਦਾ ਹੈ। ਮਹਾਰਾਜ ਮੇਰੇ ਵਾਹਿਗੁਰੂ ਨੇ, ਸਤਿਗੁਰੂ ਕਹਿੰਦੇ ਸਾਰੀ ਬਣਤ ਗੁਰਮੁਖਾਂ ਦੀ ਮਨਮੁਖਾਂ ਦੀ ਆਪ ਹੀ ਬਣਾਈ ਆ। ਆਪੇ ਕਰੇ ਕਰਾਏ ਥਾਪੇ। ਆਪ ਹੀ ਜੀਵਾਂ ਨੂੰ ਪੈਦਾ ਕੀਤਾ ਹੈ, ਆਪ ਹੀ ਉਹਨਾਂ ਨੂੰ ਕਰਮ ਕਰਾਉਂਦਾ ਹੈ, ਆਪ ਹੀ ਥਾਪਦਾ ਹੈ, ਪ੍ਰਤਪਾਲਣਾ ਕਰਦਾ ਏ। ਇਕ ਸਤੇ ਹੋਇਓ ਅਨੰਤਾ। ਇੱਕ ਵਾਹਿਗੁਰੂ ਤੋਂ ਮਹਾਰਾਜ ਕਹਿੰਦੇ ਭਾਈ ਇਹ ਪਰਮੇਸ਼ਰ ਦਾ ਜਿਹੜਾ ਹੈ ਆਪਣੀ ਮੌਜ ਵੈ ਕਿ ਇੱਕ ਰੂਪ ਤੋਂ ਮੈਂ ਇੱਕ ਤੋਂ ਬਹੁਤੇ ਰੂਪ ਹੋਵਾਂ। ਮਹਾਰਾਜ ਕਹਿੰਦੇ ਇੱਕ ਹੀ ਹੈ ਉਹ, ਪਰ ਉਹਨੇ ਆਪਣੀ ਇਹ ਖੇਲ ਖਿਲਾਰੀ ਹੋਈ ਹੈ ਤੇ ਬਹੁਤਾ ਅਨੰਤ ਰੂਪ ਜਿਹੜਾ ਉਸਨੇ ਧਾਰਨ ਕੀਤੇ ਹੋਏ ਆ। ਗੁਰਮੁਖਾਂ ਨੂੰ ਭੇਦ ਖੁੱਲ ਜਾਂਦਾ ਏ। ਨਾਨਕ ਏਕ ਸਮਾਹੇ ਸਮਾਏ ਜਿਉ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਇੱਕ ਦੇ ਅੰਦਰ ਫਿਰ ਗੁਰਮੁਖ ਜਿਹੜੇ ਆ ਉਹ ਸਮਾਏ ਜੀਓ, ਸਮਾ ਜਾਂਦੇ ਆ, ਅਭੇਦ ਹੋ ਜਾਂਦੇ, ਇੱਕ ਤੋਂ ਭਿੰਨ ਨਹੀਂ ਹੁੰਦੇ, ਉਹਨਾਂ ਨੂੰ ਕੋਈ ਮਨਮੁਖ ਨਹੀਂ ਦਿਸਦਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰ ਅੰਸ਼ ਜਿਹੜਾ ਸੀ ਅਖੀਰਲੀ ਪੌੜੀ ਵਿੱਚ ਹਜੂਰ ਨੇ ਕਿਹਾ। ਪਹਿਲਾਂ ਮਹਾਰਾਜ ਨੇ ਸਿੱਧਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ, ਭਾਵੇਂ ਫਿਰ ਵੀ ਸਾਧ ਸੰਗਤ ਜੀ ਸਮਾਂ ਅੱਜ ਵਧੀਕ ਲੱਗਾ ਹੈ ਪਰ ਫਿਰ ਵੀ ਇਸ ਸ਼ਬਦ ਦਾ ਵਿਸਥਾਰ ਸੀਗਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਗਰੀਬ ਨਵਾਜ ਸਤਿਗੁਰੂ ਦਾ ਅੰਮ੍ਰਿਤ ਉਪਦੇਸ਼ ਸਾਡੇ ਹਿਰਦੇ 'ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਸਗਲੇ ਬਣਤ ਬਣਾਏ ਆਪੇ, ਆਪੇ ਕਰੇ ਕਰਾਏ ਥਾਪੇ। ਇਕਸ ਤੇ ਹੋਇਓ ਅਨੰਤਾ, ਨਾਨਕ ਏਕਸ ਮਾਹੇ ਸਮਾਏ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ